I will try my best to have it finished in one session. Agar kuch reh janda hai, it might get spilled over. I will take a vote towards the middle of the class to see whether it's worth having a class next week or not, because chutiyan and a lot of people go out and everything, and if everybody wants a break, that's not an issue. We can skip 1 week and then start all over again in early January. So it's 9 o'clock right now. Vaheguru Ji Ka Khalsa, Vaheguru Ji Ki Fateh, everybody. Yesterday was the Shahidi Gurpurb Si Guru Tegh Bahadur Maharaj Da, and it's probably the first time in my life that I didn't even go to the Gurdwara, with like a terrible guilty feeling inside, you know. I don't think so I've missed that ever. So ਉਹਨਾਂ ਦੀ ਲਾਈਫ ਇੱਕ ਗੱਲ ਮੈਂ ਜ਼ਰੂਰ ਕਹਾਂਗਾ ਕਿ lot of people might not be familiar with the family tree, Sodhi family, the tree, you know. So ਮੇਰੇ ਕੋਲ ਮੈਂ I'm not good in writing it. Normally in a class I write it on the whiteboard, but ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਜਿਹੜੀ ਸੰਤਾਨ ਜਿਹੜੀਆਂ ਹੋਈਆਂ ਹਨ, ਸਭ ਤੋਂ ਵੱਡੇ ਬੇਟੇ ਉਹਨਾਂ ਦੇ ਬਾਬਾ ਗੁਰਦਿੱਤਾ, ਫਿਰ ਉਸ ਤੋਂ ਬਾਅਦ ਵੀਰੋ, ਉਸ ਤੋਂ ਬਾਅਦ ਸੂਰਜਮਲ, ਫਿਰ ਅਨੀ ਰਾਏ ਤੇ ਅਟਲ ਰਾਏ। ਅਟਲ ਰਾਏ 1619 ਦਾ ਜਨਮ ਹੈ, ਇਹਨਾਂ ਦਾ ਬਰਥ ਜਿਹੜਾ ਵੈ ਇਹ ਸਭ ਤੋਂ ਛੋਟੇ ਸਨ 1621 ਵਿੱਚ, ਯੰਗੈਸਟ ਚਾਈਲਡ, ਗੁਰੂ ਹਰਗੋਬਿੰਦ ਮਹਾਰਾਜ ਦੇ ਯੰਗੈਸਟ ਚਾਈਲਡ ਵਿੱਚ ਆਏ ਹਨ ਗੁਰੂ ਤੇਗ ਬਹਾਦਰ ਮਹਾਰਾਜ। ਤੇ ਜਿਹੜੇ ਪੁਰਾਣਾ ਪਹਿਲਾ ਜਿਹੜਾ ਬਚਪਨ ਦੇ ਟਾਈਮ ਜਿਹੜਾ ਨਾਂ ਸੀ ਉਹ ਤਿਆਗਮਲ ਸੀ, ਬਾਅਦ ਵਿੱਚ ਤੇਗ ਬਹਾਦਰ ਬਣਿਆ, ਕਿਉਂਕਿ ਇਹ ਹੁਣ ਇਮੇਜ ਕਿਸ ਨੂੰ ਯਾਦ ਨਹੀਂ ਹੈ ਗੁਰੂ ਤੇਗ ਬਹਾਦਰ ਮਹਾਰਾਜ ਦੀ। ਸਾਡੀ ਇਮੇਜ ਉਹਨਾਂ ਵਾਸਤੇ ਜਿਹੜੀ ਯਾਦ ਹੈ ਸਾਨੂੰ ਕਿ ਵਿਰਾਗ ਵਾਲੀ ਬਾਣੀ ਲਿਖੀ ਹੈ, ਸ਼ਾਂਤੀ ਜੇ ਪੁੰਜ ਹਨ, ਕੀਰਤਨੀਏ ਹਨ, ਬਟ ਤਲਵਾਰ ਦੇ ਬਹੁਤ ਵੱਡੇ ਧਨੀ ਸਨ ਆਪ। ਜਿਤਨੇ ਵੱਡੇ ਸੰਤ ਸਨ ਉਤਨੇ ਵੱਡੇ ਸਿਪਾਹੀ ਸਨ। ਤੇ ਬੈਟਲ ਆਫ ਕਰਤਾਰਪੁਰ ਵਿੱਚ ਜਦੋਂ ਲੜੇ ਹਨ ਗੁਰੂ ਹਰਗੋਬਿੰਦ ਮਹਾਰਾਜ ਦੇ ਨਾਲ, ਆਪਣੇ ਪਿਤਾ ਗੁਰੂ ਦੇ ਨਾਲ, ਤੇ ਇਹੋ ਜੀ ਤਲਵਾਰ ਚਲਾਈ, ਇਹੋ ਜੀ ਬਹਾਦਰੀ ਦੇ ਉਹਨਾਂ ਨੇ ਨਮੂਨੇ ਦੱਸੇ ਕਿ ਪਿਤਾ ਗੁਰੂ ਨੇ ਉਹਨਾਂ ਦਾ ਨਾਂ ਤਿਆਗਮਲ ਤੋਂ ਬਦਲ ਕੇ ਤੇਗ ਬਹਾਦਰ ਕਰ ਦਿੱਤਾ। ਤੇਗ ਦਾ ਬਹਾਦਰ ਹੈ, ਬੜਾ ਬੜਾ ਲੜਨ ਵਾਲਾ ਸਿਪਾਹੀ ਹੈ ਬੜਾ। ਸੋ ਇਹ ਇਮੇਜ ਹੁਣ ਘੱਟ, ਆਈ ਹੈਵ ਯੈਟ ਟੂ ਸੀ ਅ ਬਿਗ ਪਿਕਚਰ ਆਫ ਹਿਮ, ਸ਼ਸਤਰਾਂ ਨਾਲ ਲੈਸ ਹੋਵਣ ਤੇ ਯੂ ਨੋ ਤਲਵਾਰ ਕਮਰ ਕਸੇ ਬੰਨੀ ਹੋਵੇ ਸ਼੍ਰੀ ਸਾਹਿਬ and everything. So that image we don't have about him. Many of us don't see that part or know that part of his life, which I'm not going to talk about that today, because that would take up another session or 2 or 3 to finish that discussion, you know. So vairag mein hi san bahut, even though he was battle ekdam worthy and everything hon karke vairag mein hi san। ਤੁਸੀਂ ਸੋਚ ਕੇ ਦੇਖੋ ਕਿ ਜਦੋਂ ਸ਼ਾਦੀ ਹੁੰਦੀ ਉਹਨਾਂ ਦੀ, ਜਦੋਂ ਉਹਨਾਂ ਦਾ ਵਿਆਹ ਹੁੰਦਾ ਹੈ ਬੇਬੇ ਨਾਨਕੀ ਨਾਲ, ਤੇ ਉੱਥੇ ਜਦੋਂ ਬਾਬਾ ਬਕਾਲਾ ਰਹਿੰਦੇ ਹਨ, ਕਾਫੀ ਦੇਰ ਰਹੇ ਹਨ ਬਾਬਾ ਬਕਾਲਾ, ਤੇ many of us might not know that ਕਿ ਉਹਨਾਂ ਦੀ ਵਿਆਹ ਹੋਰ ਉਹਨਾਂ ਦੇ by the time Guru Gobind Singh Ji was born, though there was like almost a 25 years ਬਾਅਦ ਉਹਨਾਂ ਦਾ ਬਰਥ ਹੁੰਦਾ ਹੈ, 25 to 30, ਕਾਫੀ ਦੇਰ ਬਾਅਦ ਉਹਨਾਂ ਦਾ ਬਰਥ ਹੁੰਦਾ ਹੈ ਉਹਨਾਂ ਦਾ। ਵੈਰਾਗਮਈ ਹਿਰਦਾ ਸੀ, ਬੜਾ ਪ੍ਰਮਾਤਮਾ ਨਾਲ ਜੁੜੇ ਹੋਏ, ਔਰ ਕਾਫੀ ਦਿਨ ਉਹਨਾਂ ਨੇ ਉਹ ਮੈਡੀਟੇਟਿਵ ਸਟੇਟ ਵਿੱਚ ਰਹੇ। ਤੇ ਇਸੀ ਵਾਸਤੇ ਤੁਸੀਂ ਨੋਟਿਸ ਕਰੋਗੇ ਜਿਹੜੀ ਗੁਰਿਆਈ ਦਾ ਟਰੀ ਜਿਹੜਾ ਹੈ, ਅਗਰ ਤੁਸੀਂ ਦੇਖੋਗੇ ਫੈਮਿਲੀ ਟਰੀ, ਤੇ ਗੁਰੂ ਹਰਗੋਬਿੰਦ ਮਹਾਰਾਜ ਦੇ ਜਿਹੜੇ ਵੱਡੇ ਬੇਟੇ ਹਨ ਬਾਬਾ ਗੁਰਦਿੱਤਾ, ਉਹਨਾਂ ਦੇ ਬੇਟੇ ਗੁਰੂ ਹਰਰਾਏ ਜੀ ਨੂੰ ਗੁਰਿਆਈ ਜਾਂਦੀ ਹੈ, ਉਹਨਾਂ ਦੇ ਪੋਤਰੇ ਨੂੰ ਗੁਰਿਆਈ ਜਾਂਦੀ ਹੈ। ਗੁਰਿਆਈ ਜਿਹੜੀ ਹੈ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਨਹੀਂ ਜਾਂਦੀ ਪਹਿਲੇ, ਕਿਉਂਕਿ ਹਾਲੇ ਉਹ ਰੈਡੀ ਨਹੀਂ ਸਨ। ਹਾਲੇ ਹੀ whatever time was left, there was some time to be, ਹਾਲੇ ਟਾਈਮ ਸਪੈਨ ਉਹ ਆਇਆ ਨਹੀਂ ਸੀ ਹਾਲੇ। ਉਸ ਤੋਂ ਬਾਅਦ ਫਿਰ ਗੁਰਿਆਈ ਜਿਹੜੀ ਹੈ ਉਹਨਾਂ ਦੇ ਬੇਟੇ ਗੁਰੂ ਹਰਕ੍ਰਿਸ਼ਨ ਮਹਾਰਾਜ ਬਾਲਾ ਪ੍ਰੀਤਮ ਨੂੰ ਜਾਂਦੀ ਹੈ, ਐਂਡ ਫਿਰ ਉਸ ਤੋਂ ਬਾਅਦ ਫਿਰ ਗੁਰਿਆਈ ਜਿਹੜੀ ਹੈ ਦਾਦੇ ਨੂੰ ਜਾਂਦੀ ਹੈ ਵਾਪਸ, ਯੂ ਨੋ। ਸੋ ਇਫ ਯੂ ਕੈਨ ਡਰਾ ਇਮੈਜਿਨਰੀ ਫੈਮਿਲੀ ਟਰੀ ਉਹਨਾਂ ਦਾ, ਸੋ ਗੁਰੂ ਹਰਗੋਬਿੰਦ ਮਹਾਰਾਜ ਦੇ ਵੱਡੇ ਬੇਟੇ ਬਾਬਾ ਗੁਰਦਿੱਤਾ, ਉਹਨਾਂ ਦੇ ਬੇਟੇ ਗੁਰੂ ਹਰਰਾਏ ਪਾਸ਼ਾ, ਫਿਰ ਉਹਨਾਂ ਦੇ ਬੇਟੇ ਅੱਗੇ ਗੁਰੂ ਹਰਕ੍ਰਿਸ਼ਨ ਜੀ, ਫਿਰ ਗੁਰਿਆਈ ਵਾਪਸ ਉਹਨਾਂ ਦੇ ਦਾਦਾ ਜੀ ਨੂੰ, ਜਿਹੜੇ ਬਾਬਾ ਗੁਰਦਿੱਤਾ ਜੀ ਦੇ ਉਹਨਾਂ ਦੇ ਦਾਦਾ ਜੀ ਦੇ ਯੰਗਰ ਬ੍ਰਦਰ ਗੁਰੂ ਤੇਗ ਬਹਾਦਰ ਮਹਾਰਾਜ ਨੂੰ। ਫਿਰ ਉਹ ਸਾਖੀ ਵੀ ਹੈ ਲੱਖੀ ਸ਼ਾਹ ਦੀ, ਕਿਸ ਤਰ੍ਹਾਂ ਢੂੰਡਿਆ ਗੁਰੂ ਉਹਨਾਂ ਨੇ, ਜਿਹੜੇ ਇਹਨੇ ਮੰਜੀਆਂ ਬੈਠ ਕੇ ਬਾਹਰ ਝੂਠੇ ਗੁਰੂ, ਅੱਜ ਕੱਲ ਵੀ ਬੜੇ ਹਨ ਝੂਠੇ, ਦੁਕਾਨਾਂ ਹੁਣ ਵੀ ਲੱਗਦੀਆਂ ਹਨ ਬੜੀਆਂ, ਦੁਕਾਨਾਂ ਦੀ ਕੋਈ ਕਮੀ ਨਹੀਂ ਹੈ, ਹਰ ਜਗ੍ਹਾ ਦੁਕਾਨ ਲੱਗਦੀ ਹੈ, ਕਿਉਂਕਿ ਇਹ ਪ੍ਰੋਫਿਟੇਬਲ ਦੁਕਾਨ ਹੈ ਬੜੀ।
क्योंकि लेकिन महाराज दे बचन ये भी हैं कि त्रिग तिन्हां दा जीवना च लिख लिख वेचण ना हो सो ए उस वेले भी दुकानां लगियां गुरु 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 लद्या गया गुरु ओ भी साखी अलग है महाराज गुरियाई थापी गई उन्होंने गुरियाई दी गई गुरु बने ते फिर उस तो बाद काफी ट्रिप्स भी लेते उन्होंने ईस्ट कोस्ट कह रहे हैं ईस्टर्न इंडिया दे सो 2 वारी असम दे ट्रिप भी लेता एंड एक वारी पटना तक गए के वापस आ गए सो ये वपरे को बाद जदों सारी फैमिली पटना तो जदों वापस अनंदपुर साहिब आ जाती आई विल पिक अप माई पीसेस फ्रॉम दैट पॉइंट इन हिस्टरी दो सो 1670 ਦੇ ਕਰੀਬ एंड ऑफ 1670 ਕਈਆਂ ਨੇ ਵਿਸਾਖੀ ਦਾ ਦਿਨ ਲਿਖਿਆ 1671 ਦਾ so 2-3 ਮਹੀਨੇ ਦਾ ਫਰਕ ਹੋਣਾ ਹੈ ਕਿਧਰੇ I will pick up my pieces in the year 1671 when the family which is माता गुजरी जी नानकी जी और छोटे बाला प्रीतम उस वाले 1664 ਦਾ ਬਰਥ ਹੈ ਮੇਰੇ ਖਿਆਲ ਇਹਨਾਂ ਦਾ ਸਮਝੋ 1666 ਦਾ ਬਰਥ ਹੈ ਸੋ 6 ਸਾਲ ਦੀ ਉਮਰ ਹੋਣੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਜਦੋਂ ਅਨੰਦਪੁਰ ਸਾਹਿਬ ਸੈਟਲ ਹੁੰਦੇ ਨੇ 6 ਜਾਂ 7 ਦੀ ਹੋਣੀ ਹੈ ਸਮਥਿੰਗ ਲਾਈਕ ਦੈਟ ਸੋ ਇੱਥੋਂ ਅਸੀਂ ਆਪਣੀ ਅੱਜ ਦੀ ਕਹਾਣੀ ਸ਼ੁਰੂ ਕਰਨੀ ਹੈ ਜਦੋਂ ਪਹੁੰਚਦੇ ਹਨ ਉੱਥੇ ਅਨੰਦਪੁਰ ਸਾਹਿਬ ਤੇ ਉੱਥੇ ਜਦੋਂ ਪਹੁੰਚਦੇ ਹਨ ਤੇ ਮੈਂ ਹਿੰਦੁਸਤਾਨ ਦੀ ਹਾਲਤ ਦੱਸਦੇ ਹਾਂ ਕਿ ਔਰੰਗਜ਼ੇਬ ascended to the throne in 1658 ਵਿੱਚ ਸੋ ਇਹ 1670 ਹੈ ਸੋ 12 ਸਾਲ ਪਹਿਲੇ but remember Aurangzeb was involved in lot of stuff in the sense ਕਿ ਉਹਨੇ ਪਹਿਲੇ ਆਪਣੇ ਭਰਾਵਾਂ ਦਾ ਕਤਲ ਕਰਨੇ ਹਨ 3 ਭਰਾਵਾਂ ਨੂੰ ਮਾਰਦਿਆਂ 2 ਸਾਲ ਲੱਗੇ 1.5 ਸਾਲ ਲੱਗੇ ਬੜੇ ਬੇਰਹਿਮੀ ਨਾਲ ਮਾਰਿਆ और कईयां ਨੂੰ ਇਹ ਵੀ ਨਹੀਂ ਪਤਾ ਹੋਣਾ ਉਹਨੇ ਆਪਣੇ ਬੇਟੇ ਦਾ ਵੀ ਕਤਲ ਕੀਤਾ he killed his own son also we might not be aware of that so just imagine ਜਿਸਨੇ ਆਪਣੇ ਪਿਓ ਦੀਆਂ ਜ਼ਿੰਦਾ ਜਾਗਦੇ ਪਿਓ ਦੀਆਂ ਅੱਖਾਂ ਕੱਢ ਲਿੱਤੀਆਂ ਹੋਣ ਜਿਹਨੇ ਹੈਨਾ ਤੇ ਆਪਣੇ ਜਿੰਨੇ ਭਰਾਵਾਂ ਨੂੰ ਇਸ ਤਰ੍ਹਾਂ ਬੇਰਹਿਮੀ ਨਾਲ ਮਾਰਿਆ ਹੋਵੇ ਆਪਣੇ ਪੁੱਤਰ ਨੂੰ ਮਾਰਿਆ ਹੋਵੇ ਤੇ ਉਹ दूसरे धर्म दे संत नूं किंज ट्रीट करेगा कोई सरप्राइजिंग इहदे च कोई एलिमेंट नहीं है कि he had little compassion in his heart or something जिन्हां दे अपने ब्रदर दी तरफ अपने फादर दी तरफ कोई compassion नहीं है जिदा ते अगे मैं दसां स्टोरी उदी बेटी वड्डी सब तो वड्डी संतान होती ज़ैबुन्निसा बहुत संत हृदय दी सी अपने ताए नाल बड़ी क्लोज सी बड़ी दारा शिको नाल ਤੇ ਜਦੋਂ ਵੱਡੀ ਹੋਈ ਜਦੋਂ ਵਿਆਹ ਨਹੀਂ ਕਰਾਉਣ ਦਿੱਤਾ ਉਸਨੂੰ ਜੇ ਵਿਆਹ ਕਰਾਇਆ ਤੇ ਪਤਾ ਨਹੀਂ ਦਾ ਹਸਬੈਂਡ ਕਿਧਰੇ ਮੇਰੇ ਖਿਲਾਫ ਨਾ ਹੋ ਜਾਏ ਵਿਆਹ ਨਹੀਂ ਕਰਾਉਣ ਦਿੱਤਾ ਤੇ 20 ਸਾਲਾਂ ਬਾਅਦ ਆਪਣੀ ਬੇਟੀ ਨੂੰ ਉਸਨੇ ਕੈਨ ਯੂ ਬਲੀਵ ਦਾ ਕਿ 20 ਸਾਲ ਉਸਨੇ ਆਪਣੀ ਬੇਟੀ ਨੂੰ ਕੈਦ ਵਿੱਚ ਰੱਖਿਆ ਉਸਨੇ his own daughter ਔਰ ਫਿਰ ਉਸਨੂੰ ਸਲੋ ਪੋਇਜ਼ਨਿੰਗ ਕਰਕੇ at the end last year ਵਿੱਚ ਮਾਰਿਆ ਉਸਨੂੰ it is just amazing what kind of a character he was though ਸੋ ਉਹ ਕੋਈ ਤੁਹਾਨੂੰ ਕੋਈ ਇਹਦੇ ਗੱਲ 'ਚ ਕੋਈ ਇਹ ਨਹੀਂ ਹੋਣਾ ਚਾਹੀਦਾ ਕਿ ਜੇ ਇਹੋ ਜਿਹਾ ਬੰਦਾ ਆਪਣੇ ਬਲੱਡ ਨਾਲ ਕਰ ਸਕਦਾ ਇਸ ਤਰ੍ਹਾਂ ਤੇ ਬਾਕੀਆਂ ਨਾਲ ਕੀ ਕਰੇਗਾ ਉਹਦਾ ਅੰਦਾਜ਼ਾ ਤੁਹਾਨੂੰ ਆਪ ਹੋ ਜਾਣਾ ਚਾਹੀਦਾ ਹੁਣ ਤੱਕ ਕਿ ਹਾਊ ਹੀ ਮਸਟ ਹੈਵ ਟ੍ਰੀਟਡ ਐਵਰੀਬਾਡੀ ਐਲਸ 1671 ਦੇ ਕਰੀਬ ਫੈਮਿਲੀ ਇਕੱਠੀ ਹੁੰਦੀ ਹੈ ਉੱਥੇ ਇਨ ਅਨੰਦਪੁਰ ਸਾਹਿਬ ਤੇ 3-4 ਸਾਲ ਜਿਹੜੇ between 1671 ਔਰ 1675 ਵਿੱਚ ਮਹਾਰਾਜ several tours ਲੈਂਦੇ ਹਨ ਪੰਜਾਬ ਦੇ ਮਾਲਵੇ ਦੇ ਟੂਰ ਲੈਂਦੇ ਹਨ ਹਰ ਜਗ੍ਹਾ ਜਾ ਕੇ ਦੱਸਦੇ ਹਨ ਲੋਕਾਂ ਨੂੰ ਪ੍ਰਮਾਤਮਾ ਬਾਰੇ ਤੋਰਦੇ ਹਨ ਪ੍ਰਮਾਤਮਾ ਅੱਗੇ ਦੱਸਦੇ ਹਨ ਅਣਖ ਵਾਲੀ ਜੀਵਨ ਕੀ ਹੈ ਇਹ ਸਾਰੀ ਗੱਲ ਮੁਗਲ ਗਵਰਨਮੈਂਟ ਤੱਕ ਪਹੁੰਚਦੀ ਹੈ ਨੰਬਰ 1 ਨੰਬਰ 2 औरंगजेब ने एक बड़ा वड्डा एग्जीक्यूटिव डिसीजन लिता मुगल गवर्नमेंट ने कि पूरे हिंदुस्तान नू असी दीन दे थले लेके आना है दीने इस्लाम दे थले पूरा हिंदुस्तान होना चाहिए एक फॉर्मल प्लान बनया ते उस फॉर्मल प्लान विच गैस विच स्टेट गॉट मेंशनड फर्स्ट कि सब तो पहले असी काम इत्थों शुरू करना है वो है कश्मीर नवाब इफ्तिकार खान was the governor of Kashmir ਉਹਨਾਂ ਦਿਨਾਂ ਵਿੱਚ ਇਹ ਮੈਂ ਗੱਲ ਕਹਿ ਰਿਹਾ 16 1670s 71 72 73 ਵਿੱਚ ਨਵਾਬ ਇਫਤਿਕਾਰ ਖਾਨ ਦੇ ਥੱਲੇ ਹੁਕਮਨਾਮੇ ਇਹਨਾਂ ਨੇ ਜਾਰੀ ਕੀਤੇ ਕਸ਼ਮੀਰ ਦੇ ਵਿੱਚ ਤੇ ਕਸ਼ਮੀਰ ਵਿੱਚ ਇਹ ਹੋਇਆ ਕਿ ਤੁਸੀਂ ਸਭ ਤੋਂ ਪਹਿਲੇ
Dine Islam which Kashmir to shuru karni hai gal. And I want to ask this class, to the Sangat who's attending the class today, can you, anybody take a wild guess though, कश्मीर नो क्यों पहले चूज किया? Geographical reason नहीं सी, so ना देना मैंने कि जी वो सब तो north which सी, so they decided to go from the north to the south, and जी that was not the reason. There was a more technical and more एक और उन्हें दा अपना political reason सी. They chose Kashmir first and before anybody. Can anybody take a wild guess to कि Kashmir, why was Kashmir was the first region Mughal government दा पहला क्यों दीन इस्लाम नु पहले कश्मीर ते थोपिया गया सब तो पहले formally? Yeah, why was that? बीजी में तो पंडित है ये सन ज्यादा करके, हिंदू करके पंडित करके ज्यादा. That's right. And because of that, then उन्होंने कनी नु खत्म करो. So पंडित होने कारण, why? So how does that affect anything about converting somebody? Is I want to have that connection done. You are the right. काशी ते कश्मीर सेंटर सी जी हिंदुआं दे उस वेले. हाँ जी, ते लेकिन उस तो अगे चलो, अपनी सूरत नु होर अगे ਵਧਾਓ. एक क्यों कश्मीर नु क्यों चुनिया पहले होर? But you are in the right track, Sare. But I just want to hit the Surinder ji, because Kashmiri Pandit jehde san na, they were taken to be the head of the Hindu religion. अगर head तो शुरू करांगे तो थल्ले वाले तो automatic हो जाएंगे. कश्मीरी पंडित सब तो ज्यादा सियाने सन, अपने धर्म दे जानू सन. Absolutely right what Kamal said. 100%. बहुत जानू सन अपने धर्म बारे, पढ़े लिखे सन, बड़े स्कॉलर सन, सारे शास्त्रां वेदां दे अध्ययन कीता होया सी, पुराने रहन वाले सन. ते डिसीजन ए लिता गया औरंगजेब ने कि जे ए कन्वर्ट हो गए पहले, जे इन्हां दे जिसनु आगू मनदे हन, जिदे who they look up to, you know, जगर ए कन्वर्ट हो गए तो फिर बाकियां दी मुश्किल नहीं आनी. And they were not wrong in their decision. They succeeded to a large extent. Guru Tegh Bahadur Maharaj di shahidi de bawajood vi they succeeded a lot. Tusi agar Kashmir, my grandparents are from Kashmir. I know Narvind Didi is from Kashmir also. मैं कश्मीर हर साल कई बारी साल दो बारी जांदा रहा, you know, बचपन च, you know, my both मेरे नानके साइड जिहड़े कश्मीर तो सन सारे. ते you notice though कश्मीर दे हुण भी पुराने शहरां दे नां जिहड़े सारे हिंदू नां हैं. श्रीनगर, you know, I mean तुसी ला लो सारे, you know, पंचतरनी, you know, तुसी you Sheshnag, you know, every name that is there though, most name 90% of the names are from पुराने हिंदू ग्रंथां तो हैं सारे नाम, you know, अमरनाथ, you know, ये सारे नाम old हिंदू पुराने जिहड़े हिंदू जिहड़े उस वेले दे जिहड़े ग्रंथां तो नाम लिते गए हिंदुआं दे. So the decision was a very technical, tactical decision. It was a good decision from their angle though. ਤੇ ਇਹ ਉੱਥੇ ਜਦੋਂ ਮਟਨ ਜਿਹੜੀ ਜਗ੍ਹਾ ਜਿਹੜੀ ਹੈ ਹੁਣ ਵੀ ਪੰਡਤਾਂ ਦਾ ਗੜ ਹੈ ਬੜਾ ਵੱਡਾ ਉੱਥੇ. ਹੁਣ ਖੈਰ circumstances are different now. ਬੜੇ ਕਸ਼ਮੀਰੀ ਪੰਡਤ ਦਿੱਲੀ migrate ਹੋ ਗਏ ਹਨ ਵਾਪਸ. and Nirvind, you wanted to say something, right? I'm sorry I didn't give you the opportunity. No, I just wanted to say ki, you know, if we look at beyond 1600 and 1500, Kashmir was a lot of majority was Buddhist, and the other reason they wanted, if you see geographically, you know, that's like Utho, China, vagera, you know, Buddhism spread oh yeah. So geographically, it also made sense to be, right. You know. Right. Yeah. But ਉਹਨਾਂ ਦੀ ਜਿਹੜੀ ਨੀਤੀ ਇਹ ਸੀ ਕਿ ਅਗਰ ਜਿਹੜੇ ਜਿਸ ਨੂੰ ਮੰਨਦੇ ਹਨ, ਜਿਹੜੇ ਸਿਆਣੇ ਜਿਹੜੇ ਹਨ, ਜੇ ਸਿਆਣਿਆਂ ਨੂੰ ਕਨਵਰਟ ਕਰ ਲਓ, ਤੇ ਜੇ ਜਿਸ ਤਰ੍ਹਾਂ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਬਾਰੇ ਵੀ ਉਹੀ ਗੱਲ ਕੀਤੀ, ਜੇ ਇਹ ਕਨਵਰਟ ਹੋ ਗਏ ਤੇ ਫਿਰ ਬਾਕੀ ਸਾਰੇ ਸਿੱਖ ਕਹਿਣਗੇ ਤੁਹਾਡੇ ਗੁਰੂ ਕਨਵਰਟ ਹੋ ਗਏ ਹਨ, ਤੁਸੀਂ ਵੀ ਆ ਜਾਓ ਇੱਥੇ ਹੁਣ. ਸੋ ਇਹ ਗੱਲ ਜਿਹੜੀ ਹੈ, ਇਸ ਗੱਲ ਤੇ ਸੋਚ ਕੇ ਮਟਨ ਵਿੱਚ ਜਦੋਂ ਖਬਰ ਇਹ ਕਸ਼ਮੀਰ ਜਦੋਂ ਪਹੁੰਚ ਤੇ ਕਿਰਪਾ ਰਾਮ ਹੈਡ ਸਨ ਉਸ ਵੇਲੇ ਕਸ਼ਮੀਰੀ ਪੰਡਤਾਂ ਦੇ ਮਟਨ ਉਸ ਵੇਲੇ. ਮਟਨ is a place in near Srinagar, ਹੁਣ ਵੀ ਹੈ, ਔਰ ਹੁਣ ਵੀ ਪੰਡਤਾਂ ਦਾ ਗੜ ਹੈ ਉੱਥੇ. ਇਹ ਜਦੋਂ ਖਬਰ ਉੱਥੇ ਪਹੁੰਚੀ ਤੇ ਬੜੇ ਵਿਚਾਰੇ ਬੇਚੈਨ ਹੋਏ, ਬੜੇ ਕੀ ਕਰੀਏ ਹੁਣ, you know, ਇਹ ਬੜਾ ਮੁਸ਼ਕਿਲ ਹੈ. ਸਵਾ ਮਣ ਜੰਜੂ ਲਾਂਦਾ ਸੀ ਇੱਕ ਦਿਨ ਚ. ਬਣੇ ਤੁਸੀਂ ਸੋਚ ਲਓ ਕਿ ਇੱਕ ਜੰਜੂ ਲਾਣਾ ਮਤਲਬ ਇੱਕ ਕਨਵਰਜਨ ਜਿਹੜਾ ਰੇਟ ਜਿਹੜਾ ਸੀ ਬੜਾ ਤਲਵਾਰ ਦੇ ਜ਼ੋਰ ਤੇ ਕੀਤਾ ਸਾਰਾ. ਉਹਨਾਂ ਨੇ ਘਬਰਾਏ ਬੜੇ ਵਿਚਾਰੇ, ਕੀ ਕੀਤਾ ਜਾਏ. ਬੜੇ ਲਗਾ ਗਏ ਤੇ ਕਿਸੇ ਨੇ ਸੁਜੈਸਟ ਕੀਤਾ ਕਿ ਤੁਹਾਡੀ ਕਿਸੇ ਨੇ ਗੱਲ ਸੁਣਨੀ ਨਹੀਂ, ਤੇ ਗੁਰੂ ਨਾਨਕ ਦੀ 9ਵੀਂ ਜੋਤ
ਗੁਰੂ ਤੇਗ ਬਹਾਦਰ ਮਹਾਰਾਜ ਅਨੰਦਪੁਰ ਸਾਹਿਬ ਜੋਤ ਜਲਾਉਂਦੇ ਹਨ, ਉੱਥੇ ਜਾਓ, ਉੱਥੇ ਜਾਓ ਤੇ ਤੁਹਾਡੀ ਫਰਿਆਦ ਸੁਣੀ ਜਾਏਗੀ। ਉਹ ਹੀ ਕਰ ਸਕਦੇ ਨੇ ਤੁਹਾਡੇ ਵਾਸਤੇ, ਕੁਝ ਹੋਰ ਕੋਈ ਨਹੀਂ ਕਰੇਗਾ ਕੁਝ। ਮਨੀ ਕਈਆਂ ਨੇ 15 ਦਾ ਗਰੁੱਪ ਲਿਖਿਆ, ਕਈਆਂ ਨੇ 25 ਦਾ ਲਿਖਿਆ, ਕਈਆਂ ਨੇ 50 ਦਾ ਲਿਖਿਆ। ਕਹਿਣਾ ਬੜਾ ਮੁਸ਼ਕਿਲ ਹੈ ਵੀ ਕਿਤਨੇ ਟੋਟਲ ਟਰੈਵਲਡ ਦੋ। Probably somewhere between 15 to 50 pandits from Kashmir, including the head ਜਿਹੜੇ ਕਿਰਪਾ ਰਾਮ ਦੱਤ, ਕਈਆਂ ਨੇ ਨਾਮ ਲਿਖਿਆ ਪੂਰਾ, ਕਈਆਂ ਨੇ ਕਿਰਪਾ ਨਾਮ ਲਿਖਿਆ, ਨਾਮ ਕਿਰਪਾ ਰਾਮ ਲਿਖਿਆ ਹੈ। They traveled from Mutton, Kashmir to Anandpur Sahib। ਤੇ ਡੇਟ ਜਿਹੜੀ most ਜਿਹੜੀ historians agree with is 5 ਮਈ 1675, May 25th 1675 ਦੀ ਡੇਟ ਲਿਖੀ ਗਈ ਹੈ ਸਿੱਖ ਕ੍ਰੋਨਿਕਲਸ ਵਿੱਚ ਵੀ, ਕਿ ਇਸ ਡੇਟ ਨੂੰ ਇਹ ਫਰਿਆਦ ਲੈ ਕੇ ਪਹੁੰਚਦੇ ਹਨ ਅਨੰਦਪੁਰ ਸਾਹਿਬ ਤੇ ਕਹਿੰਦੇ ਹਨ ਸਾਡੇ ਧਰਮ ਦੀ ਰੱਖਿਆ ਕਰੋ, ਧਰਮ ਦੀ ਰੱਖਿਆ ਕਰੋ, ਕਿਉਂਕਿ ਜੰਜੂ ਲਾਂਦਾ ਪਿਆ ਹੈ ਹਿੰਦੂ ਧਰਮ ਦੇ। ਤੁਸੀਂ ਹਰ ਧਰਮ ਦੇ ਰੱਖਿਅਕ ਹੋ, ਠੀਕ ਹੋ, ਤੁਸੀਂ ਸਿੱਖ ਹੋ, ਹਿੰਦੂ ਨਹੀਂ ਹੋ, ਪਰ ਹਿੰਦੂ ਧਰਮ ਦੀ ਰੱਖਿਆ ਕੌਣ ਕਰੇਗਾ? ਹੁਣ ਕੋਈ ਬੱਚਿਆ ਨਹੀਂ ਹੈ, ਤੁਸੀਂ ਸਾਡੀ ਰੱਖਿਆ ਕਰੋ ਤੁਸੀਂ। ਤੇ ਉੱਥੇ ਸੂਰਜ ਪ੍ਰਕਾਸ਼ ਵਿੱਚ ਹੀ ਆਏ ਗੱਲਾਂ, ਗੁਰਬਿਲਾਸ ਪਾਤਸ਼ਾਹੀ 10ਵੀਂ ਵਿੱਚ ਹੀ ਬੜੀ ਡਿਟੇਲ ਆਈ ਹੈ। ਤਾਰੀਖ ਗੁਰੂ ਖਾਲਸਾ ਵਿੱਚ ਗਿਆਨੀ ਗਿਆਨ ਸਿੰਘ ਇਹਨਾਂ ਨੇ ਬੜਾ ਵਿਸਥਾਰ ਨਾਲ ਲਿਖਿਆ ਇਸ ਬਾਰੇ। ਕਈ ਡਿਫਰੈਂਟ ਵਰਜ਼ਨਸ ਵੀ ਮਿਲਦੇ ਹਨ ਤੇ ਮਹਾਰਾਜ ਨੇ ਧਿਆਨ ਨਾਲ ਇਹ ਗੱਲ ਸੁਣੀ। ਕਈਆਂ ਨੇ ਵਰਜ਼ਨ ਇਹ ਵੀ ਲਿਖੇ ਹਨ ਕਿ ਉੱਥੇ ਦਸਮ ਗੁਰੂ ਛੋਟੀ ਉਮਰ ਦੇ ਸਨ ਉਸ ਵੇਲੇ। ਦੇਖੋ 10 ਸਾਲ ਦੀ ਉਮਰ ਹੋਣੀ ਹੈ, 1675 ਦੀ ਗੱਲ ਹੈ। ਸੋ ਭਾਵੇਂ 10 or 11 years old, ਇਸ ਤੋਂ ਉੱਤੇ ਦੀ ਉਮਰ ਨਹੀਂ ਹੋਣੀ ਉਹਨਾਂ ਦੀ। ਤੇ ਉਹਨਾਂ ਨੇ ਤੇ ਗੁਰੂ ਮਹਾਰਾਜ ਨੇ ਦਿੱਤਾ ਕਿ ਕੋਈ ਇਹੋ ਜਿਹਾ ਬੰਦਾ ਹੋਵੇ ਕੋਈ ਜਿਹੜਾ ਆਗੂ ਬਣ ਜਾਏ ਹਿੰਦੁਸਤਾਨ ਦਾ, ਹਿੰਦ ਦੀ ਚਾਦਰ ਬਣ ਜਾਏ ਕੋਈ, ਤੇ ਔਰੰਗੇ ਨੂੰ ਕਵੇ, ਔਰੰਗਜ਼ੇਬ ਨੂੰ ਕਵੇ ਕਿ ਜੇ ਉਹ ਬਣ ਜਾਵੇ ਮੁਸਲਮਾਨ ਤੇ ਫਿਰ ਸਾਰੇ ਮੁਸਲਮਾਨ ਪਿੱਛੇ ਬਣ ਜਾਣਗੇ। ਤੇ ਉੱਥੇ ਬਚਨ ਇਹ ਆਏ ਹਨ ਕਿ ਦਸਮ ਪਿਤਾ ਨੇ ਉਸ ਵੇਲੇ ਇਹ ਬਚਨ ਕਿ ਮਹਾਰਾਜ ਤੁਹਾਡੇ ਤੋਂ ਵੱਡਾ ਹੋਰ ਕੌਣ ਹੈ, ਤੁਸੀਂ ਕਰੋ ਇਹ ਕੰਮ। ਤੇ ਮੈਂ ਉਸ ਦਿਨ ਮੈਂ ਇਹ ਗੱਲ ਮੈਂ ਉੱਥੇ ਕਲਗੀਧਰ ਚਮਤਕਾਰ ਦੀ ਕਲਾਸ ਵਿੱਚ ਥਰਸਡੇ ਨੂੰ ਮੈਂ ਦੁਹਰਾਈ ਸੀ, ਮੈਂ ਹੁਣ ਦੁਬਾਰਾ ਦੁਹਰਾ ਦਿਆਂ ਇੱਥੇ ਕਿ ਦੁਨੀਆ ਦੇ ਇਤਿਹਾਸ ਵਿੱਚ ਅੱਜ ਤੱਕ ਨਾ ਪਹਿਲੇ ਕਦੀ ਹੋਇਆ, ਉਸ ਤੋਂ ਪਹਿਲੇ ਤੇ ਨਾ ਹੁਣ ਹੋਣਾ ਹੈ। ਬੜੀਆਂ ਸ਼ਹੀਦੀਆਂ ਹੋਈਆਂ ਹਰ ਇੱਕ ਧਰਮ ਦੀਆਂ, ਲੇਕਿਨ ਸਾਰੀਆਂ ਸ਼ਹੀਦੀਆਂ ਉਹਨਾਂ ਨੇ ਆਪਣੇ ਧਰਮ ਵਾਸਤੇ ਕੀਤੀਆਂ ਹਨ ਸ਼ਹੀਦੀਆਂ। ਦੂਸਰੇ ਦੇ ਕੋਈ ਐਗਜ਼ਾਮਪਲ ਨਹੀਂ ਹੈ ਦੁਨੀਆ 'ਚ ਕੋਈ ਹੋਰ। ਜਦੋਂ ਕਿਸੇ ਹੋਰ ਬੰਦੇ ਨੇ ਜਿਹੜਾ ਉਸ ਫੇਥ ਨੂੰ ਬਿਲੋਂਗ ਹੀ ਨਾ ਕਰਦਾ ਹੋਵੇ, ਉਸ ਫੇਥ ਦੇ ਬੰਦੇ ਨੂੰ ਦੂਸਰੇ ਦੇ ਧਰਮ ਨੂੰ ਬਚਾਉਣ ਵਾਸਤੇ ਅਗਲਾ ਆਪਣਾ ਸਿਰ ਦੇ ਦੇਵੇ, ਕੋਈ ਐਗਜ਼ਾਮਪਲ ਨਹੀਂ ਦੁਨੀਆ 'ਚ ਕਿਤੇ ਹੋਰ। ਢੂੰਡ ਕੇ ਦੇਖ ਲਓ, ਮੈਂ ਵੀ ਢੂੰਡ ਕੇ ਦੇਖ ਲਿੱਤਾ, ਦੁਨੀਆ ਦੇ ਇਤਿਹਾਸ ਪੜ੍ਹ ਕੇ ਦੇਖ ਲਓ। ਹਾਂਜੀ, ਤੁਸੀਂ ਖੜ ਲਓ ਕ੍ਰਿਸਚਨ ਦਾ ਇਤਿਹਾਸ, ਜੂਇਸ਼ ਹਿਸਟਰੀ ਪੜ੍ਹ ਲਓ, ਹਿੰਦੂਆਂ 'ਚ ਪੜ੍ਹ ਲਓ, ਕੋਈ ਐਗਜ਼ਾਮਪਲ ਮੈਨੂੰ ਦੇ ਦਿਓ ਕੋਈ ਹਿੰਦੂ ਵੀਰ ਨੇ ਮੁਸਲਮਾਨ ਨੂੰ ਬਚਾਉਣ ਵਾਸਤੇ ਮੁਸਲਮਾਨਾਂ ਦੇ ਖਾਤਰ ਆਪਣੀ ਜਾਨ ਦੇ ਦਿੱਤੀ ਹੋਵੇ, ਜਾਂ ਕਿਸੇ ਮੁਸਲਮਾਨ ਨੇ ਕੋਈ ਜੂਇਸ਼ ਬੰਦੇ ਨੂੰ ਬਚਾਉਣ ਵਾਸਤੇ ਜਾਂ ਉਹਨਾਂ ਦੇ ਅੱਗੇ ਹਥਿਆਰ ਕਰਨ ਵਾਸਤੇ, ਉਹਨਾਂ ਦੇ ਧਰਮ ਦੀ ਰੱਖਿਆ ਕਰਨ ਵਾਸਤੇ ਉਹ ਰਾਈਟੀਅਸਨੈਸ ਤੇ ਆਪਣੀ ਜਾਨ ਦਿੱਤੀ ਹੋਵੇ। ਦੁਨੀਆ 'ਚ ਕੋਈ ਇਤਿਹਾਸ ਨਹੀਂ ਇਹੋ ਜਿਹਾ, ਇਹ ਕੋਈ ਹੈ ਹੀ ਨਹੀਂ, ਕੋਈ there is no such thing। ਔਰ ਇਹ ਗੱਲ ਦਸਮ ਬਾਣੀ ਵਿੱਚ ਵਿਚਿਤ੍ਰ ਨਾਟਕ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਲਿਖਦੇ ਹਨ। ਮੈਂ ਉਹ ਪੜ੍ਹ ਕੇ ਸੁਣਾਵਾਂਗਾ ਤੁਹਾਨੂੰ। let me read those lines because relevant ਹਨ ਇੱਥੇ lines, ਕਿਉਂਕਿ ਸ਼ਹੀਦੀ ਤੋਂ ਪਹਿਲੇ ਉਹਨਾਂ ਨੂੰ ਇਹ ਗੱਲ ਦਾ ਪਤਾ ਸੀ। ਔਰ ਮੈਂ let me read those lines from ਮੈਂ ਇੱਥੇ ਮੈਂ ਲੈ ਕੇ ਆਇਆ ਨਾਲ ਆਪਣੇ, ਮੈਂ ਇਹ ਵਿਚਿਤ੍ਰ ਨਾਟਕ ਤੋਂ ਲਾਈਨਾਂ ਪੜ੍ਹਦਾ ਪਿਆ, ਤੁਹਾਨੂੰ ਸਾਂਝੀਆਂ ਕਰਾਂਗਾ ਤੁਹਾਡੇ ਨਾਲ। ਮੈਂ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਆਪਣੀ ਲਿਖਤ ਹੈ ਤੇ ਲਿਖਿਆ ਕਿ ਤਿਲਕ ਜੰਜੂ ਰਾਖਾ ਪ੍ਰਭ ਤਾਕਾ ਕੀਨੋ ਵੱਡੋ ਕਲੂ ਮੈਂ ਸਾਕਾ। ਤੇ ਤਿਲਕ ਜੰਜੂ ਦੀ ਰੱਖਿਆ ਵਾਸਤੇ, ਤਿਲਕ ਤੇ ਅਸੀਂ ਤੇ ਲਗਾਉਂਦੇ ਨਹੀਂ ਤਿਲਕ, ਤੇ ਜੰਜੂ ਵੀ ਅਸੀਂ ਨਹੀਂ ਲਗਾਉਂਦੇ, ਜੰਜੂ ਵੀ ਅਸੀਂ ਨਹੀਂ ਪਹਿਨਦੇ ਅਸੀਂ। ਤੇ ਇਹਦੀ ਰੱਖਿਆ ਕਰਨ ਵਾਸਤੇ, ਤਿਲਕ ਤੇ ਜੰਜੂ ਦੀ ਰੱਖਿਆ ਕਰਨ ਵਾਸਤੇ ਕੀਨੋ ਵੱਡੋ ਕਲੂ ਮੈਂ ਸਾਕਾ, ਬੜਾ ਵੱਡਾ ਸਾਕਾ ਵਰਤ ਗਿਆ ਕਲਯੁਗ ਵਿੱਚ, ਬੜਾ ਵੱਡਾ ਸਾਕਾ ਵਰਤਾਇਆ ਉਹਨਾਂ ਨੇ ਕਿਸੇ ਹੋਰ ਦੀ ਧਰਮ ਦੀ ਰੱਖਿਆ ਕਰਨ ਵਾਸਤੇ। ਉਹਦੇ ਵਾਸਤੇ ਚੱਲ ਪਏ ਹਨ ਦਿੱਲੀ, ਆਪਣੇ ਧਰਮ ਦੀ ਰੱਖਿਆ ਨਹੀਂ ਹੈ। ਇੱਥੇ ਕੋਈ ਸਿੱਖਾਂ ਨੂੰ ਆ ਕੇ ਬਾਦਰ ਨਹੀਂ ਕੀਤਾ ਜਾ ਰਿਹਾ ਅਨੰਦਪੁਰ ਸਾਹਿਬ। ਇੱਥੇ ਕਸ਼ਮੀਰੀ ਪੰਡਤਾਂ ਦਾ ਆਣਾ ਤੇ ਫਰਿਆਦ ਕਰਨਾ ਹੈ ਤੁਹਾਡੇ ਅੱਗੇ ਕਿ ਨਾਨਕ ਦਾ ਦਰ ਹੈ,
ਨਾਨਕ ਦੇ ਦਰ ਤੋਂ ਕੋਈ ਖਾਲੀ ਨਹੀਂ ਜਾਂਦਾ, ਫਰਿਆਦ ਕਰਕੇ ਆਏ ਹਾਂ ਅਸੀਂ, ਸਾਡੀ ਧਰਮ ਦੀ ਰੱਖਿਆ ਕਰੋ। ਤਿਲਕ ਜੰਜੂ ਰਾਖਾ ਪ੍ਰਭ ਤਾਕਾ, ਕੀਨੋ ਵੱਡੋ ਕਲੂ ਮੈਂ ਸਾਕਾ, ਸਾਧਨ ਹੇਤ ਇਤ ਜਿਨ ਕਰੀ, ਸੀਸ ਦਿਆ ਪਰ ਸੀ ਨਾ ਉਚਰੀ। ਸਾਧਨ ਹੇਤ ਇਤ ਜਿਨ ਕਰੀ, ਸਾਧੂ, ਸਾਧਨ ਇੱਥੇ ਸਾਧੂ ਵਾਸਤੇ ਆਇਆ ਹੈ, ਪੰਡਤਾਂ ਵਾਸਤੇ ਆਇਆ ਹੈ। ਸਾਧੂ ਜਨਾਂ ਦੀ ਗੱਲ ਮੰਨ ਗਈ ਉਹਨਾਂ ਨੇ ਤੇ ਦਿੱਲੀ ਜਾ ਕੇ ਸੀਸ ਦੇ ਦਿੱਤਾ, ਪਰ ਸੀ ਤੱਕ ਨਹੀਂ ਉਚਰੀ ਕਿਸੇ ਨੇ, ਸੀ ਤੱਕ ਦੀ ਆਵਾਜ਼ ਨਹੀਂ ਆਈ ਕਿਸੇ ਦੀ। ਤੇ ਅਗਲੀ ਲਾਈਨ ਹੈ, ਧਰਮ ਹੇਤ ਸਾਕਾ ਜਿਨ ਕੀਆ, ਸੀਸ ਦਿਆ ਪਰ ਸਿਰ ਨ ਦਿਆ। ਇਥੇ ਸਿਰ ਦੇ ਸਪੈਲਿੰਗ ਸੱਸੇ ਨੂੰ ਸਿਹਾਰੀ ਰਾਰਾ ਤੇ ਰਾਰਾ ਇੱਕ ਦੋ ਰਾਰੇ ਲੱਗੇ, ਇੱਕ ਰਾਰਾ ਨਹੀਂ ਹੈ ਇੱਥੇ। ਸਿਰ ਦੇ ਮਤਲਬ ਖਾਲੀ ਹੈਡ ਨਹੀਂ ਹੈ, ਸਿਰ ਦਾ ਮਤਲਬ ਪ੍ਰਿੰਸੀਪਲਸ ਹਨ, ਸਿਰ ਦਾ ਮਤਲਬ ਧਰਮ ਹੈ ਇੱਥੇ। ਸੀਸ ਦਾ ਮਤਲਬ ਸਿਰ ਹੈ, ਫਿਜ਼ੀਕਲ। ਸਾਧਨ ਹੇਤ ਇਨ, ਸਾਧਨ ਹੇਰ ਇਤ ਜਿਨ ਕਰੀ, ਸੀਸ ਦਿਆ ਪਰ ਸੀ ਨਾ ਉਚਰੀ। ਤੇ ਧਰਮ ਹੇਤ ਸਾਕਾ ਜਿਨ ਕੀਆ, ਆਪਣੇ ਧਰਮ ਵਾਸਤੇ ਨਹੀਂ, ਇਹ ਹੋਰਾਂ ਦੇ ਧਰਮ ਵਾਸਤੇ ਸਾਕਾ ਵਰਤਾਇਆ ਉਹਨਾਂ ਨੇ। ਆਪਣੇ ਧਰਮ ਦੀ ਰੱਖਿਆ ਨਹੀਂ, ਆਪਣੇ ਧਰਮ ਦੀ ਰੱਖਿਆ ਬਾਅਦ ਵਿੱਚ ਹੈ, ਇਹ ਕਿਸੇ ਦੂਸਰੇ ਦੀ ਧਰਮ ਦੀ ਰੱਖਿਆ ਵਾਸਤੇ ਚੱਲ ਪਏ ਹਨ। ਕਰਕੇ ਦਿਖਾਏ ਕੋਈ, ਹੁਣ ਕੋਈ ਮਾਈਕਾ ਲਾਲ ਉੱਠੇ, ਕੋਈ ਵੱਡਾ, ਕੋਈ ਹੁਣ ਸੰਤ, ਕੋਈ ਵੱਡਾ ਕਵੇ ਜੀ ਤੁਸੀਂ ਦੁਖੀ ਹੋ ਜੀ, ਮੈਂ ਤੁਹਾਡੇ ਧਰਮ ਨੂੰ ਬਿਲੋਂਗ ਨਹੀਂ ਕਰਦਾ, ਮੈਂ ਨਹੀਂ ਮੰਨਦਾ ਇਹਨਾਂ ਚੀਜ਼ਾਂ ਨੂੰ, ਮੈਂ ਨਹੀਂ ਮੰਨਦਾ ਕੁਰਾਨ ਨੂੰ, ਲੇਕਿਨ ਮੈਂ ਤੁਹਾਡੇ ਧਰਮ ਵਾਸਤੇ ਮਰਨ ਨੂੰ ਤਿਆਰ ਹਾਂ ਜੀ, ਹਾਲਾਂਕਿ ਮੈਂ ਤੁਹਾਡੇ ਧਰਮ ਦਾ ਹੈ ਨਹੀਂ ਹੈ ਕੋਈ। ਹੁਣ ਨਹੀਂ ਹੋ ਸਕਦਾ ਕਦੀ, ਹੁਣ ਬਹੁਤ ਮੁਸ਼ਕਿਲ ਹੈ, ਨਾ ਹੋਇਆ ਪਹਿਲੇ ਤੇ ਨਾ ਕਦੀ ਹੋਏਗਾ। ਤੇ ਕਹਿੰਦੇ ਹਨ, ਇਸੇ ਵਾਸਤੇ ਅਗਲੀ ਲਾਈਨ ਦੇਖੋਗੇ ਵਿਚਿਤਰ ਨਾਟਕ ਦੀ, ਨਾਟਕ ਚੇਟਕ ਕੀਏ ਕੋ ਕਾਜਾ, ਪ੍ਰਭ ਲੋਗਨ ਕੇ ਆਵਤ ਲਾਜਾ। ਕਿਉਂਕਿ ਬਹੁਤ ਲੋग ਸਿਰਫ ਨਾਟਕ ਚੇਟਕ ਵਿੱਚ ਹੈ, ਦਿਖਾਵੇ ਵਾਲਾ ਜੀਵਨ ਹੈ ਸਾਰਾ, ਸਰਫੇਸ ਵਾਲਾ ਜੀਵਨ ਹੈ, सेवा वाला जीवन नहीं है, कुर्बानी वाला जीवन नहीं है, दूसरे वास्ते जीण दा जीवन नहीं है। हुण भी फार्मर्स प्रोटेस्ट हो रही हैं, कितने बंदे हैं जेड़े बाहरों आके कह रहे हैं कि साडा कोई मत, असी फार्मर नहीं है जी, पर तुहाडे नाल खड़े होए हैं। बड़े बंदे डर जांदे, कोई नहीं आंदा नाल। उस वेले भी डर गए, कौन आया नाल उस वेले, कौन गया दिल्ली उस वेले, कौन किसने औरंगजेब नूं फेस कीता उस वेले। नाटक चेटक कीए को काजा मतलब जेड़े ਚੰਗੇ ਕਰਮ ਨਾ ਹੋਣ ਜਿਹੜੇ। ਤੇ ਨਾਟਕ ਚੇਟਕ ਕੀ ਹੈ? ਦਿਖਾਵਾ, ਪਖੰਡ। ਪਖੰਡੀ ਹੁਣ ਵੀ ਬੜੇ, ਬੜੀਆਂ ਦੁਕਾਨਾਂ ਹਨ ਖੋਲੀਆਂ ਹੋਈਆਂ। ਨਾਟਕ ਚੇਟਕ ਕੀਏ ਕੋ ਕਾਜਾ, ਪ੍ਰਭ ਲੋਗਨ ਕੇ ਆਵਤ ਲਾਜਾ। ਜਿਹੜੇ ਪ੍ਰਮਾਤਮਾ ਦੇ ਜੁੜੇ ਹੁੰਦੇ ਹਨ ਜਿਹੜੇ, ਉਹਨਾਂ ਨੂੰ ਲਾਜ ਆਂਦੀ ਹੈ। ਔਰ ਇੱਕ ਗੱਲ ਮੈਂ ਹੋਰ ਦੱਸ ਦਿਆਂ ਤੁਹਾਨੂੰ, ਕਿਧਰੇ ਤੁਹਾਨੂੰ ਲੱਗੇ ਕਿ ਸ਼ਾਇਦ ਇਹ ਪੰਡਤਾਂ ਵਾਲੀ ਗੱਲ ਝੂਠੀ ਨਾ ਕਿਧਰੇ ਹੋਵੇ, ਕਿਧਰੇ ਕਿ ਸਿੱਖਾਂ ਨੇ ਮਨਗੜੰਤ ਨਾ ਕੋਈ ਬਣਾ ਲਿੱਤਾ ਹੋਵੇ ਕਹਾਣੀਆਂ ਆਪਣੀਆਂ, ਆਪਣੇ ਆਪ ਨੂੰ ਵੱਡਾ ਕਰਨ ਵਾਸਤੇ। ਕਈ ਲੋਕ ਸੋਚ ਲੈਂਦੇ ਹਨ, ਤੇ ਮਟਨ ਜਾ ਕੇ ਹੁਣ ਵੀ ਦੇਖ ਲਓ ਤੇ ਉੱਥੇ ਡੇਟ ਵੀ ਲਿਖੀਆਂ ਹੋਈਆਂ ਹਨ, ਕਿਹੜੇ ਦਿਨ ਗਏ ਹਨ ਪੰਡਿਤ ਕਿਰਪਾ ਰਾਮ ਅਨੰਦਪੁਰ ਸਾਹਿਬ। ਉੱਥੇ ਡੇਟਾਂ, ਉੱਥੇ ਉਹ ਰਿਕਾਰਡ ਕੀਪਿੰਗ, ਉਹਨਾਂ ਦੀ ਰਿਕਾਰਡ ਕੀਪਿੰਗ ਜਿਹੜੀ ਹੈ ਉਹ ਅੱਜ ਨਾਲੋਂ ਬੈਟਰ ਰਿਕਾਰਡ ਕੀਪਿੰਗ ਉਹਨਾਂ ਦੀ। ਉੱਥੇ ਨਾਮ ਵੀ ਪੰਡਤਾਂ ਤੇ ਆਏ ਹਨ ਜਿਹੜੇ ਗਏ ਅਨੰਦਪੁਰ ਸਾਹਿਬ, ਇਹਨਾਂ ਦੇ ਆਪਣੇ ਕ੍ਰੋਨਿਕਲ ਵਿੱਚ ਰਿਕਾਰਡਡ ਹੈ। ਕੋਈ ਇਹ ਨਾ ਝੂਠੀ ਗੱਲ ਕਹਿ ਦੇਵੇ ਕਿ ਐਵੇਂ ਗਏ ਜੀ, ਕੋਈ ਗਏ ਹੀ ਨਹੀਂ ਸਨ ਜੀ, ਉਹ ਸ਼ਾਇਦ ਗਏ ਕਿ ਨਹੀਂ ਗਏ ਕਿਹਨੂੰ ਪਤਾ ਹੈ ਜੀ, ਐਵੇਂ ਕਿਧਰੇ ਝੂਠੀਆਂ ਗੱਲਾਂ ਲਿਖੀਆਂ ਹੋਣ ਕਿਧਰੇ। ਤੇ ਅਗਲੀ ਲਾਈਨ ਦੇਖੋ, ਮੈਂ ਕਈ ਵਾਰੀ ਮਹਾਰਾਜ ਦੀ ਬਾਣੀ, ਜਦੋਂ ਦਸਮ ਬਾਣੀ ਨੂੰ ਪੜ੍ਹ ਕੇ ਕਈ ਵਾਰੀ ਬੰਦਾ ਕਿਤਨੇ ਉਤਸ਼ਾਹ ਵਿੱਚ ਆ ਜਾਂਦਾ ਹੈ। ਦੇਖੋ ਉਹਨਾਂ ਦੀ ਸ਼ਹੀਦੀ ਦੇ ਉੱਤੇ ਇਹ ਲਾਈਨ ਤੁਸੀਂ ਪੜ੍ਹ ਕੇ ਦੇਖੋ, ਠੀਕਰ ਫੋਰ ਦਿਲਸ ਸਿਰ ਪ੍ਰਭਪੁਰ ਕੀ ਯਾਦ ਪਿਆਨ। ਤੇ ਕਹਿੰਦੇ ਹਨ ਕਿ ਠੀਕਰੀ ਨਾਲ ਆਪਣੇ ਜ਼ਿੰਦਗੀ, ਆਪਣੇ ਸਰੀਰ ਨੂੰ ਠੀਕਰੀ ਨਾਲ ਕੰਪੇਅਰ, ਪੱਥਰ, ਕਿ ਕਿਸੇ ਨੇ ਵੱਡਾ ਪੱਥਰ ਮਾਰਿਆ ਉਹਨਾਂ ਦੇ ਸਰੀਰ ਦੇ ਉੱਤੇ, ਔਰੰਗਜ਼ੇਬ ਦੇ। ਆਪਣੇ ਜਦੋਂ ਸਰੀਰ ਉਹਨਾਂ ਦਾ ਗਿਰਿਆ ਥੱਲੇ, ਜਦੋਂ, ਤੇ ਇਸ ਤਰ੍ਹਾਂ ਲੱਗਿਆ ਔਰੰਗਜ਼ੇਬ ਨੂੰ ਕਿ ਮੇਰੇ ਮਨੇ ਕਿ ਜਾਨ ਦੇ ਦਿੱਤੀ ਤਾਂ ਉਹਨੇ ਗੱਲ ਚੁੱਕਿਆ ਨਹੀਂ ਨਾ ਉਹਨਾਂ ਦੀ। ਭਰਾਵਾਂ ਨੂੰ ਮਾਰ ਦਿੱਤਾ ਉਸਨੇ, ਪਿਓ ਨੂੰ ਕਤਲ ਕੀਤਾ, ਪਿਓ ਦੀਆਂ ਅੱਖਾਂ ਕੱਢੀਆਂ, ਧੀ ਨੂੰ ਮਾਰਿਆ, ਪੁੱਤਰ ਨੂੰ ਮਾਰਿਆ। ਇਹੋ ਜਿਹੇ ਜ਼ਾਲਮ ਦੇ ਉੱਤੇ ਉਹਨਾਂ ਨੇ ਆਪਣਾ ਸਰੀਰ ਨਿਵਾਇਆ ਨਹੀਂ ਥੱਲੇ ਆਪਣਾ। ਇਸੀ ਵਾਸਤੇ ਵਰਡ ਆਇਆ ਠੀਕਸ ਫੇਰ ਦਿਲੀਸ ਮਨੇ ਉਹਦੇ ਦਰਵਾਜ਼ੇ ਤੇ ਸਿਰ ਦਿੱਤਾ ਉਹਨਾਂ ਨੇ ਆਪਣਾ ਪ੍ਰਭਪੁਰ। ਤੇ ਇਹ ਦੇ ਕੇ ਚਲੇ ਗਏ ਪ੍ਰਮਾਤਮਾ ਦੇ ਘਰ ਵਾਪਸ, ਇਹ ਦੇ ਕੇ ਚਲੇ। ਉਹ ਤੇ ਵੈਸੇ ਹੀ ਉਹਨਾਂ ਦੇ ਘਰ ਵਿੱਚ ਸਨ, ਸੰਤਾਂ ਦਾ ਆਣਾ ਜਾਣਾ
ਸੁਖਮਨੀ ਸਾਹਿਬ 'ਚ ਬਚਨ ਆਏ ਹਨ, ਨਾ ਕਿਛ ਜਨਮੇ ਨਾ ਕਿਛ ਮਰੈ, ਕੋਈ ਮਰਦਾ ਜੰਮਦਾ ਨਹੀਂ ਹੈ। ਔਰ ਇਹੋ ਜੀ ਆਤਮਾ ਜਿਹੜੀ ਪ੍ਰਮਾਤਮਾ ਵਰਗੀ ਆਤਮਾ ਹੋਵੇ, ਇਹਨਾਂ ਦੇ ਮਰਨਾ ਚਰਨਾ 'ਚ ਕੀ ਹੈ? ਇਹ ਮਨ 'ਚ ਵਹਿਮ ਸਨ ਉਹਨਾਂ ਦੇ। ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਿਉ ਆਨ। ਤੇਗ ਬਹਾਦਰ ਵਰਗੀ ਹੋਰ ਸਾਕਾ ਦੁਨੀਆ 'ਚ ਨਾ ਕਿਧਰੇ ਹੋਇਆ ਹੈ ਪਹਿਲੇ, ਨਾ ਹੁਣ ਕੋਈ ਹੋ ਸਕੇਗਾ। ਕਿਉਂ? ਕਿਉਂਕਿ ਤਿਲਕ ਜੰਜੂ ਦੀ ਰੱਖਿਆ ਕਰਨ ਵਾਸਤੇ ਗਏ। ਔਰ ਮੈਂ ਉਸ ਦਿਨ ਉੱਥੇ ਕਲਾਸ ਵਿੱਚ ਇਹ ਗੱਲ ਕਹੀ ਸੀ, ਮੈਂ ਉੱਥੇ ਬੜੇ ਆਥਰ ਨੇ ਇਸ ਬਾਰੇ, ਮਾਨ ਸਿੰਘ ਝੋਰ ਹੋਰੀ ਵੀ ਗੱਲ ਕਹਿੰਦੇ ਹੁੰਦੇ ਸਨ, ਸੰਤ ਸਿੰਘ ਮਸਕੀਨ ਹੋਰੀ ਵੀ, ਕਿ 10-11 ਸਾਲ ਦੀ ਉਮਰ ਗੁਰੂ ਨਾਨਕ ਦੇਵ ਜੀ ਦੀ ਹੋਣੀ ਹੈ ਜਦੋਂ ਜੰਜੂ ਪਹਿਣਿਆ ਨਹੀਂ ਉਹਨਾਂ ਨੇ। ਸਾਰਾ ਪਰਿਵਾਰ ਇਕੱਠਾ ਹੋਇਆ, ਹਾਂਜੀ, ਕਿਤਨੇ ਲੋਕ ਬਾਹਰੋਂ ਆਏ, ਕਿਤਨੇ ਲੋਕ ਬਾਹਰੋਂ ਆਏ ਉੱਥੇ। ਤੇ ਨਹੀਂ ਇਮੈਜਿਨ ਘਰ ਇੰਨੇ ਵੱਡਾ ਇਕੱਠ ਹੋਵੇ ਤੁਹਾਡੇ ਤੇ ਕੋਈ ਚੀਜ਼ ਕਰਨੀ ਹੋਵੇ ਤੇ ਮਹਾਰਾਜ ਨੇ ਕਿਹਾ ਜੰਜੂ ਨਹੀਂ ਮੈਂ ਪਹਿਨਦਾ, ਤੁਸੀਂ ਜੋ ਮਰਜ਼ੀ ਕਰਨਾ ਕਰ ਲਓ। ਜੰਜੂ ਵਿਤਕਰੇ ਦਾ ਹੈ ਜੀ ਸਾਡਾ ਜੀ, ਉਹ ਬ੍ਰਾਹਮਣਾਂ ਨੂੰ ਅਲਾਉਡ ਹੈ ਤੇ ਤੁਸੀਂ ਸ਼ੂਦਰਾਂ ਨੂੰ ਅਲਾਉ ਨਹੀਂ ਕਰਦੇ। ਵਿਮਨ ਕੈਨ ਨਾਟ ਵੇਅਰ ਇਟ, ਅਸੀਂ ਨਹੀਂ ਜੰਜੂ ਪਹਿਨਣਾ, ਤੁਸੀਂ ਜੋ ਮਰਜ਼ੀ ਕਰਨਾ ਕਰ ਲਓ। ਘਰ ਵਾਲੇ ਨੇ ਬੜੀਆਂ ਮਿੰਨਤਾਂ ਕੀਤੀਆਂ ਤਾਂ ਵੀ ਗੱਲ ਮੰਨੀ ਨਾ। ਉਸ ਵੇਲੇ ਵੀ ਉਮਰ ਮਹਾਰਾਜ ਦੀ, ਗੁਰੂ ਨਾਨਕ ਸਾਹਿਬ ਮਹਾਰਾਜ ਦੀ ਉਮਰ ਇਤਨੀ ਟਾਈਮ ਦੀ ਹੋਣੀ ਹੈ, 10-11 ਸਾਲ ਦੀ। ਤੇ ਅੱਜ 11 ਸਾਲ ਦੇ ਗੋਬਿੰਦ ਰਾਏ ਖੜੇ ਹਨ ਤੇ ਕਹਿੰਦੇ ਨੇ ਅਸੀਂ ਜੰਜੂ ਨਹੀਂ ਪਾਉਂਦੇ, ਪਰ ਤੁਹਾਡੇ ਉਤਾਰਨ ਨਹੀਂ ਦੇਣੇ ਅਸੀਂ। ਜੇ ਉਤਾਰੋਗੇ ਤੇ ਸਾਨੂੰ ਪ੍ਰੋਬਲਮ ਹੈ ਉਹਦੇ ਨਾਲ। ਤੁਸੀਂ ਉਤਾਰ ਕੇ ਦੇਖੋ, ਤੁਸੀਂ ਉਤਾਰੋਗੇ ਅਸੀਂ ਤਲਵਾਰਾਂ ਕੱਢ ਲਾਂਗੇ, ਅਸੀਂ ਰਹਿਣਾ ਨਹੀਂ ਪਿੱਛੇ। ਹਾਲੇ ਅਸੀਂ ਨਹੀਂ ਪਹਿਨਣੀ ਜੰਜੂ, ਸਾਨੂੰ ਪਹਿਨਣਾ ਅਲਾਉਡ ਨਹੀਂ। ਸਾਡੇ ਗੁਰੂ ਨੇ ਨਹੀਂ ਪਹਿਨਿਆ, ਸਾਡੇ ਗੁਰੂ ਨੇ ਨਿਖੱਧ ਕਰ ਦਿੱਤਾ ਜੰਜੂ ਨੂੰ, ਅਸੀਂ ਜੰਜੂ ਨਹੀਂ ਪਹਿਨਣਾ। ਜੰਜੂ ਨਾਲ ਸਾਡਾ ਕੋਈ ਮਤਲਬ ਨਹੀਂ, ਤਿਲਕ ਲਗਾਉਣ ਨਾਲ ਸਾਡਾ ਕੋਈ ਮਤਲਬ ਨਹੀਂ। ਪਰ ਤੁਸੀਂ ਇਹਨਾਂ ਦੇ ਉਤਾਰ ਕੇ ਦੇਖੋ ਜ਼ਬਰਦਸਤੀ, ਤੇ ਉਤਾਰੋਗੇ ਸਾਨੂੰ ਪ੍ਰੋਬਲਮ। ਜੇ ਉਤਾਰੋਗੇ ਅਸੀਂ ਮਰ ਜਾਾਂਗੇ ਇਹਨਾਂ ਵਾਸਤੇ, ਪਰ ਤੂੰ ਇਹ ਉਤਾਰਨ ਨਹੀਂ ਦੇਣੇ ਤੁਸੀਂ। ਹੈ ਕੋਈ ਦੁਨੀਆ 'ਚ ਹੋਰ ਐਗਜ਼ਾਮਪਲ ਇਹੋ ਜੀ? ਕੋਈ ਹੋਰ ਦੁਨੀਆ ਕਿਧਰੇ ਹੋਰ ਕੋਈ ਤੁਸੀਂ ਮੈਨੂੰ ਦੱਸ ਦਿਓ ਕਿਧਰੇ ਕੋਈ ਕਿਸੇ ਧਰਮ ਦੀ ਕੋਈ ਐਗਜ਼ਾਮਪਲ ਇਹੋ ਜੀ ਬਣੀ ਹੋਵੇ ਕਿ ਕਿਸੇ ਨੇ ਕਿਹਾ ਹੋਵੇ ਕਿ ਤੁਸੀਂ ਜੀ ਇਹਨਾਂ ਨਾਲ ਇਹ ਖਰਾਬ ਨਾ ਕਰੋ ਕੰਮ, ਜੇ ਕਰੋਗੇ ਤੇ ਅਸੀਂ ਖੜੇ ਹਾਂ ਤੁਹਾਡੇ ਪਿੱਛੇ, ਅਸੀਂ ਨਹੀਂ ਕਰਨ ਦੇਣਾ ਤੁਹਾਨੂੰ ਇਹ ਕੰਮ। ਔਰ ਥੈਂਕ ਗॉड ਆਪਣੇ ਹੱਥਾਂ ਨਾਲ ਲਿਖ ਕੇ ਗਏ ਸਾਰਾ। ਵਿਚਿਤਰ ਨਾਟਕ ਉਹਨਾਂ ਦੀ ਰਚਨਾ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਆਪ ਲਿਖਤ ਹੈ। ਤਿਲਕ ਜੰਜੂ ਰਾਖਾ ਪ੍ਰਭ ਤਾਕਾ, ਤਿਲਕ ਨਾ ਅਸੀਂ ਤਿਲਕ ਪਾਣਾ ਤੇ ਨਾ ਤਿਲਕ ਦੇ ਜੰਜੂ ਦੀ ਰੱਖਿਆ ਕਰਨ ਵਾਸਤੇ ਗਏ, ਧਰਮ ਦੀ ਰੱਖਿਆ ਕਰਨ ਵਾਸਤੇ ਗਏ। ਇਹ ਚਾਹੇ ਹੁਣ ਜਿੰਨੇ ਮਰਜ਼ੀ ਅਕ੍ਰਿਤ ਕਣ ਬਣ ਜਾਣ, ਨਾ ਮੰਨਣ ਗੱਲ, ਨਾ ਦੇਣ ਕ੍ਰੈਡਿਟ, ਇਹ ਇਹਨਾਂ ਦੀ ਮਰਜ਼ੀ ਹੈ। ਨਾ ਕਰਨ ਗਣ, ਹਿੰਦ ਦੀ ਚਾਦਰ ਕਿਹਾ ਨੇ ਉਹਨਾਂ ਨੂੰ, ਚਾਦਰ ਨਹੀਂ ਹਿੰਦ ਦੀ ਸਾਰੀ ਦੀ ਪਰਵਾਹ ਤੇ ਨਹੀਂ ਕੀਤੀ ਉਸਨੇ। ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੂ ਆਨ, ਨਾ ਕਿਸੇ ਨੇ ਕੀਤੀ ਹੈ ਤੇ ਨਾ ਅੱਗੇ ਕਦੀ ਹੋਣੀ ਹੈ, ਕਦੀ ਦੁਬਾਰਾ ਇਹ ਗੱਲ। ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸ਼ੋਕ, ਜਦੋਂ ਗਏ ਤੇ ਸ਼ੋਕ ਤੇ ਬੜਾ ਹੋਇਆ। ਇੱਕ ਧਰਮੀ, ਇੱਕ ਸੰਤ ਦੀ ਨਿਹੱਤੇ ਸੰਤ ਤੇ ਤਲਵਾਰ ਚਲਾਣੀ, ਇੱਕ ਨਿਹੱਤੇ ਸੰਤ ਦੇ ਉੱਤੇ ਜ਼ੁਲਮ ਕਰਨਾ, ਇਹ ਕਿਹੜੀ ਬਹਾਦਰੀ ਹੈ? ਇਹ ਕਿਹੜੀ ਔਰੰਗਜ਼ੇਬ ਦੀ ਬਹਾਦਰੀ ਹੈ? ਇਹ ਕਿਹੜੀ ਮੁਗਲ ਸਲਤਨਤ ਦੀ ਬਹਾਦਰੀ ਹੈ ਵਲੀਦ ਵਿੱਚ? ਤੇ ਲਾਸਟ ਲਾਈਨ ਹੈ ਸਭ ਜਗ ਭਇਓ ਜੈ 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 ਸੁਰਲੋਕ। ਇੱਥੇ ਹਾਕਾਰ ਮੱਚੀ ਥੱਲੇ, ਤੇ ਉੱਥੇ ਸੁਰਲੋਕ ਵਿੱਚ ਜਦੋਂ ਪ੍ਰਮਾਤਮਾ ਦੇ ਘਰ ਗਏ ਉੱਥੇ ਜੈ ਜੈਕਾਰ ਹੋਈ। ਜੈ ਜੈਕਾਰ ਤੇ ਹੋਣੀ ਸੀ ਉਹਨਾਂ ਦੀ, ਜੈ ਜੈਕਾਰ ਕਿਉਂ ਨਾ ਹੁੰਦੀ? ਉਹਨਾਂ ਨੇ ਆਪਣੇ ਧਰਮ ਨੂੰ, ਇਨਸਾਨੀਅਤ ਨੂੰ ਇੱਕ ਰੂਪ ਵਿੱਚ ਦੇਖਿਆ। ਉਹਨਾਂ ਨੇ ਹਿੰਦੂ ਮੁਸਲਮਾਨ ਤੇ ਕਿਸੇ 'ਚ ਫਰਕ ਨਹੀਂ ਭੇਜਿਆ। ਔਰ ਦੇਖੋ, ਮੈਂ ਕਈ ਵਾਰੀ ਹੈਰਾਨ ਰਹਿ ਜਾਂਦਾ, ਇਹ ਹਿਸਟਰੀ ਦਾ ਜਿਹੜੇ ਚੈਪਟਰ ਜਦੋਂ ਸਾਹਮਣੇ ਆਉਂਦੇ ਨੇ ਜਦੋਂ, ਤੇ ਮੈਂ ਉਹ ਵੀ ਗੱਲ ਸੁਣਾਣੀ ਹੈ। ਤੇ ਜਦੋਂ ਭਾਈ ਜੈਤਾ ਸੀਸ ਲੈ ਕੇ ਜਾਂਦੇ ਹਨ, ਜਦੋਂ ਉਹਨਾਂ ਦਾ ਦਿੱਲੀ ਤੋਂ ਚੱਲ ਕੇ ਅਨੰਦਪੁਰ ਸਾਹਿਬ, ਤੇ 5 ਦਿਨ ਲੱਗਦੇ ਹਨ, ਤੇ ਚੌਥੀ ਰਾਤ ਜਿੱਥੇ ਰਹੇ ਹਨ ਨਾਭਾ, ਮੈਂ ਉਹਦੀ ਗੱਲ ਵੀ ਕਰਨੀ ਹੈ। ਮੈਂ ਅੱਜ I will explain all 5 nights that he stayed, ਔਰ ਕਿਸ ਹਾਲਾਤਾਂ ਵਿੱਚ ਉਹ ਸੀਸ ਲੈ ਕੇ ਗਏ ਹਨ। ਉਹ ਮੁਸਲਮਾਨ ਪੀਰ ਦੇ ਘਰ ਗਏ ਰਹਿੰਦੇ ਹਨ, ਦਰਗਾਹ ਸ਼ਾਹ ਨਾਂ ਸੀ ਪੀਰ ਦਾ, ਜਿਸ ਮੁਸਲਮਾਨ ਪੀਰ ਦੇ ਘਰ ਰਹਿੰਦੇ ਹਨ। ਉੱਥੇ ਵੀ ਡੁਅਲਿਟੀ ਦਿਖਾ ਦਿੱਤੀ, ਕਦੀ ਹਿੰਦੂ ਦੇ ਘਰ ਰਹੇ, ਕਦੀ ਸਿੱਖਾਂ ਦੇ ਘਰ ਰਹੇ, ਤੇ ਇੱਕ ਮੁਸਲਮਾਨਾਂ ਦੇ ਘਰ ਰਹੇ, ਕਿਉਂਕਿ ਜਗਤ ਗੁਰੂ ਹੈ ਗੁਰੂ ਤੇਗ ਬਹਾਦਰ ਮਹਾਰਾਜ। ਉਹਨਾਂ ਵਰਗੀ ਕਿਰਿਆ ਹੋਰ ਕੋਈ ਨਹੀਂ ਕਰ ਸਕਦਾ। ਇਹ ਸਾਕਾ ਜਿਹੜਾ ਵਰਤਿਆ ਹੈ,
ਇਹ ਸਾਕਾ ਹੁਣ ਦੁਬਾਰਾ ਰਿਪੀਟ ਵਰਡ ਕਰਨਾ ਬਹੁਤ ਮੁਸ਼ਕਿਲ ਹੈ, ਸਿੱਖਾਂ ਵਾਸਤੇ ਵੀ ਮੁਸ਼ਕਿਲ ਹੈ ਕਿਉਂਕਿ ਸਾਡੇ ਦਿਲ ਹੁਣ ਉਹਨੇ ਵੱਡੇ ਰਹੇ ਹੀ ਨਹੀਂ। ਇਹ ਉਹ ਚੀਜ਼ ਹੁਣ ਦੁਬਾਰਾ ਹੋਣੀ ਬਹੁਤ ਔਖੀ। I will give my voice a rest for a few seconds so and let me see if anybody has any questions I can answer. If not, then I will continue with my chronological fact ਜਿਹੜੇ ਹਨ ਅਗਲੇ ਜਿਹੜੇ। If anybody has any comment or questions, please pucho ji. Virji, these Pandits, they went there in the month of May. The Guru Sahib then went to Delhi in October. ਨਹੀਂ ਵੀਰ ਜੀ, ਜੁਲਾਈ ਵਿੱਚ ਨਿਕਲ ਕੇ 3 ਮਹੀਨੇ ਬਸੀ ਪਠਾਣਾ ਜੇਲ੍ਹ ਵਿੱਚ ਵੀ ਰਹੇ ਹਨ। 3 ਮਹੀਨੇ ਸਰਹੰਦ। The reason for that, ਵੀਰ ਜੀ, I was going to mention that because there was a rebellion ਜਦੋਂ 1658 ਵਿੱਚ ਦੇ ਕਰੀਬ ਜਦੋਂ ਔਰੰਗਜ਼ੇਬ ਜਦੋਂ ਆਇਆ to the throne ਤੇ there was a rebellion that broke out in Afghanistan and northwestern frontier. ਯੂਸਫਾਈ ਜਿਹੜੇ ਸਨ, ਜਿਹੜੇ ਕਬੀਲੇ ਸਨ, ਜਿਹੜੇ ਇਹ rebellion ਤੇ ਆ ਗਏ ਤੇ Aurangzeb had to go to Kabul, you know. Actually, he stayed in Hassan Abdal for 2 years almost to quell the rebellion. So he didn't want this to be carried out while he was not in Delhi. So there was a tactical move on part of the Mughal government. You know, so ਇਹ ਗੱਲਾਂ ਹੈ ਕਿ Mughals were very good record keepers ਵੀਰ ਜੀ। they kept, ਉਹਨਾਂ ਦੀ record keeping was very ਜ਼ਬਰਦਸਤ ਉਹਨਾਂ ਦੀ। so ਹਰ ਡੇਟ ਸਾਨੂੰ ਪਤਾ ਹੈ ਕਿਹੜੇ ਦਿਨ ਹਸਨ ਅਬਦਾਲ ਤੋਂ ਚੱਲਿਆ, ਕਿਹੜੇ ਦਿਨ ਲਾਹੌਰ ਪਹੁੰਚਿਆ, ਕਿਹੜੇ ਦਿਨ ਦਿੱਲੀ ਆਇਆ, ਕਿਹੜੇ ਕਿੱਸਾ ਸੀ। ਇੱਥੇ ਤੱਕ ਕਿ ਜਿਹੜਾ ਫੌਜਦਾਰ ਸੀ ਜਾਂ ਜਿਹੜਾ ਕੋਤਵਾਲ ਸੀ, ਜਿਹੜਾ ਬਾੜੀ ਬ੍ਰਾਹਮਣਾ ਵਿੱਚ ਜਿਹੜੇ ਜਿੱਥੇ ਰਹੇ ਹਨ ਸਰਹੰਦ ਦੇ ਕੋਲ ਜੇਲ੍ਹ ਵਿੱਚ, ਉਸ ਕੋਤਵਾਲ ਦਾ ਨਾਮ ਹੀ ਸਾਨੂੰ ਪਤਾ ਹੈ, ਇਹਨਾਂ ਦੇ ਮੁਗਲ ਰਿਕਾਰਡ ਵਿੱਚ ਮਿਲ ਜਾਂਦਾ ਸਾਨੂੰ ਨਾਮ। So that is the reason. Anybody else see any questions or any comments or questions or so far what we have talked about? So ਇੱਥੇ ਹੁਣ ਇੱਕ ਗੱਲ ਮੈਂ ਕਹਾਂਗਾ ਕਿ ਜਦੋਂ ਇਹ ਗੱਲ ਜਦੋਂ ਹੋ ਗਈ, ਫੈਸਲਾ ਕੀ ਕਰ ਲਿੱਤਾ ਉਹਨਾਂ ਨੇ ਕਿ ਅਸੀਂ ਜਾਣਾ ਹੈ, ਅਸੀਂ ਤੇ ਫਿਰ ਪੰਡਿਤ ਕਿਰਪਾ ਰਾਮ ਨੇ ਉਹਨਾਂ ਨੂੰ ਆਦੇਸ਼ ਦੇ ਦਿੱਤਾ ਕਿ ਜਾ ਕੇ ਕਹਿ ਦਿਓ ਔਰੰਗਜ਼ੇਬ ਨੂੰ ਕਿ ਸਾਡਾ ਗੁਰੂ ਤੇਗ ਬਹਾਦਰ ਹੈ, ਜਾ ਕੇ ਉਹਨੂੰ ਦੀਨੇ ਇਸਲਾਮ ਚ ਕਬੂਲ ਕਰਾ ਲਏ। ਜੇ ਉਹ ਦੀਨ ਵਿੱਚ ਆ ਜਾਏਗਾ ਤੇ ਅਸੀਂ ਸਾਰੇ ਦੀਨ ਵਿੱਚ ਆ ਜਾਵਾਂਗੇ। ਮਹਾਰਾਜ ਨੇ ਹੁਕਮ ਦਿੱਤਾ ਉਹਨਾਂ ਨੂੰ ਕਿਉਂਕਿ ਜਾਓ ਵਾਪਸ ਤੁਸੀਂ ਕਸ਼ਮੀਰ ਤੇ ਜਾ ਕੇ ਰਸਤੇ ਵਿੱਚ ਕਹਿੰਦੇ ਜਾਓ ਸਾਰਿਆਂ ਨੂੰ, ਜੇ ਗੁਰੂ ਤੇਗ ਬਹਾਦਰ ਜੀ ਨੂੰ ਤੁਸੀਂ ਜੇ ਦੀਨੇ ਇਸਲਾਮ ਚ ਉਹਨਾਂ ਨੂੰ ਲੈ ਆਓਗੇ ਤੇ ਅਸੀਂ ਸਾਰੇ ਦੀਨ ਕਬੂਲ ਕਰਾਂਗੇ ਉਹਨਾਂ ਦਾ। ਇਹ ਗੱਲ ਫਿਰ ਤੇ ਹੁਣ ਵੀ ਮੈਂ ਹਮੇਸ਼ਾ ਕਹਿੰਦਾ ਹੁੰਦਾ, ਸਾਡੇ ਗੁਰਦੁਆਰਿਆਂ ਵਿੱਚ ਵੀ, ਇੱਥੇ ਵੀ LA ਵਿੱਚ ਵੀ, ਵਾਸ਼ਿੰਗਟਨ ਵਿੱਚ ਵੀ, ਜਿੱਥੇ ਗੁਰਦੁਆਰੇ ਹਨ ਸਾਰਿਆਂ ਵਿੱਚ ਜਾਸੂਸ ਹੁੰਦੇ ਨੇ। ਹਰ ਇੱਕ ਨੇ ਆਪਣੇ ਜਾਸੂਸ ਹਰ ਜਗ੍ਹਾ ਬਿਠਾਏ ਹੁੰਦੇ। ਇਹ ਅੱਜ ਤੋਂ 2 ਸਾਲ ਪੁਰਾਣੀ ਗੱਲ ਹੈ। If you don't believe me or not, there was an elderly couple in Frankfurt, Germany, who were caught spying, you know, in the Gurdwara for the government. So ਹਰ ਜਗ੍ਹਾ ਹੁੰਦੇ ਨੇ ਜਾਸੂਸ। ਤੇ ਅਨੰਦਪੁਰ ਸਾਹਿਬ ਵੀ ਜਾਸੂਸ ਹੋਣੇ ਨੇ ਇਹਨਾਂ ਦੇ। ਔਰੰਗਜ਼ੇਬ ਨੂੰ ਤਾਂ 2 ਦਿਨਾਂ 'ਚ ਖਬਰ ਪਹੁੰਚ ਗਈ ਹੋਣੀ ਹੈ ਵਾਲੀ ਇਹ ਸਾਕਾ ਹੋਇਆ, ਉੱਥੇ ਪੰਡਿਤ ਆਏ ਹਨ, ਇਹ ਗੱਲਬਾਤ ਹੋਈ ਹੈ। ਇੱਕ ਚੀਜ਼ ਦੀ ਖਬਰ ਮਿਲਦੀ ਸੀ ਉਹਨਾਂ ਨੂੰ ਉੱਥੇ ਵੀ ਕਿਹੜੀ ਗੱਲ ਕਿੱਥੇ ਕੌਣ ਕੀ ਕਰ ਰਿਹਾ। ਇਹ ਨਾ ਸਮਝਣਾ ਕਿ ਉਸ ਵੇਲੇ ਸਪਾਈਂਗ ਵਾਸ ਕੋਈ ਘੱਟ ਇੰਪੋਰਟੈਂਸ ਹੁਣ ਘੱਟ ਹੈ ਤੇ ਉਸ ਵੇਲੇ ਘੱਟ ਸੀ ਤੇ ਹੁਣ ਜ਼ਿਆਦਾ, ਇਹੋ ਜਿਹੀ ਗੱਲ ਨਹੀਂ ਸੀ ਕੋਈ। ਇੱਥੇ ਮੈਂ ਇੱਕ ਗੱਲ ਕਹਿ ਦਿਆਂ, ਕੋਈ ਮੇਰੇ ਵਾਸਤੇ ਬਹੁਤ ਇੰਪੋਰਟੈਂਟ ਨਹੀਂ ਹੈ, ਬਟ ਤੁਸੀਂ ਜੇ ਪੜ੍ਹੋ ਤੇ ਤੁਹਾਨੂੰ ਕੋਈ ਕਨਫਿਊਜ਼ਨ ਨਾ ਹੋਵੇ ਕਿਧਰੇ। ਇੱਕ ਚੇਨ ਆਫ ਥਾਟਸ ਹਨ ਆਥਰਸ ਦੇ। ਇੱਕ ਚੇਨ ਆਫ ਥਾਟ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਉਹਨਾਂ ਨੇ ਅਨੰਦਪੁਰ ਸਾਹਿਬ ਛੋੜਨ ਤੋਂ ਪਹਿਲੇ ਆਪਣੀ ਹੱਥੀ ਗੁਰਿਆਈ ਦੇ ਕੇ ਗਏ ਹਨ। ਇੱਕ ਇਹ ਹੈ ਇੱਕ ਚੇਨ ਆਫ ਥਾਟ। ਤੇ ਦੂਸਰੀ ਚੇਨ ਆਫ ਥਾਟ ਜਿਹੜੀ ਸੂਰਜ ਪ੍ਰਕਾਸ਼ ਲਿਖੀ ਹੈ ਉਹ ਇਹ ਹੈ ਕਿ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਗੁਰਿਆਈ ਜਿਹੜੀ ਹੈ ਮਿਲੀ ਉਹਨਾਂ ਨੂੰ। It doesn't matter to me. I just don't want ਕਿ when you start reading you see 2 different versions and you get all confused and everything. It's fine. Sometimes people use different sources to get different, thing, So ਹੁਣ ਕਈ sources ਵਿੱਚ ਇੱਕ school of thought ਵਿੱਚ ਜੁਲਾਈ 8 ਨੂੰ ਹਰੀਰਾਮ ਗੁਪਤਾ ਲਿਖਦਾ ਹੈ, ਉਹਨੇ ਆਪਣੇ ਪ੍ਰੂਫ ਦਿੱਤੇ ਹਨ। ਸੂਰਜ ਪ੍ਰਕਾਸ਼ ਦੇ ਤੇ ਗੁਰਬਿਲਾਸ ਵਿੱਚ ਤੇ ਤਾਰੀਖ ਗੁਰੂ ਖਾਲਸਾ ਵਿੱਚ ਜਿਹੜੇ ਹਨ ਉੱਥੇ ਜੋ ਲਿਖਿਆ ਹੋਇਆ, ਇਵਨ ਕਲਗੀਧਰ ਚਮਤਕਾਰ ਵਿੱਚ ਜਿਹੜਾ ਚੈਪਟਰ ਜਿਹੜਾ ਹੈ ਉਹ ਵੀ ਗੁਰਿਆਈ ਵਾਲਾ ਚੈਪਟਰ ਜਿਹੜਾ ਹੈ
ਉਹਨਾਂ ਦੀ ਸ਼ਹੀਦੀ ਤੋਂ ਬਾਅਦ ਉਹਨਾਂ ਨੂੰ ਗੁਰਿਆਈ ਮਿਲਦੀ ਹੈ. Doesn't matter whichever one it is. But I just want to mention that because I don't want anybody to like all get worked up when they see the two different versions. So it doesn't matter ਜਿਹੜਾ ਵੀ version right ਹੈ. It doesn't matter when and reason it doesn't matter to me is, let me repeat this again, though ਕਿ ਦਸਮ ਪਿਤਾ ਬਾਰੇ, ਕਲਗੀਧਰ ਪਿਤਾ ਬਾਰੇ ਉਹਨਾਂ ਨੂੰ ਗੁਰਿਆਈ ਅਸੀਂ ਇਹ ਫਾਰਮੈਲਿਟੀ ਸੀ ਖਾਲੀ ਗੁਰਿਆਈ, ਉਹ ਜਨਮ ਤੋਂ ਗੁਰੂ ਮੰਨਦੇ ਹਾਂ ਅਸੀਂ ਉਹਨਾਂ ਨੂੰ, the day he was born. ਇਹ ਭੀਖਣ ਸ਼ਾਹ ਕੋਲ ਪੁੱਛ ਕੇ ਦੇਖੋ ਤੇ ਮਹਾਰਾਜ ਦੇ ਆਪਣੇ ਹੁਕਮਨਾਮਿਆਂ ਵਿੱਚ ਮਾਤਾ ਗੁਜਰੀ ਜੀ ਨੂੰ ਉਹਨਾਂ ਨੇ ਬੜੀ ਵਾਰੀ ਕਿਹਾ ਸੀ, ਮੈਂ ਪਹਿਲੇ ਵੀ ਕਹਿ ਆਇਆ ਗੱਲ, ਕਿ ਇਹਨਾਂ ਨੂੰ ਤੁਸੀਂ ਕੁਝ ਨਹੀਂ ਕਹਿਣਾ, ਇਹ ਜੋ ਮਰਜ਼ੀ ਪਏ ਕਰਨ। ਗਾਗਰਾਂ ਵੀ ਤੋੜੀਆਂ ਤੇ ਨਵੀਆਂ ਗਾਗਰਾਂ ਲੈ ਕੇ ਦੇ ਦਿੱਤੀਆਂ, ਕੰਗਨ ਸੁੱਟ ਕੇ ਆ ਗਏ ਤਾਂ ਵੀ ਕੁਝ ਨਹੀਂ ਕਿਹਾ, ਜੇ ਹੋਰ ਵੀ ਕੁਝ ਕਰ ਦੂਸਰੀ ਮਾਂ ਬਣਾ ਲਿੱਤੀ ਜਾ ਕੇ, ਉਹਨਾਂ ਨੇ ਮੈਣੀ ਸੰਗਤ ਸ਼ੁਰੂ ਕਰ ਦਿੱਤੀ ਤਾਂ ਵੀ ਕੋਈ ਗੱਲ ਬਚਨ ਨਹੀਂ ਕਹੇ। ਇੱਥੇ ਤੱਕ ਮੈਂ ਗੱਲ ਕਰਾਂ ਤੁਹਾਨੂੰ, ਮਹਾਰਾਜ ਉਥੋਂ ਖੇਡ, ਮੈਂ ਲਾਸਟ ਟਾਈਮ ਉੱਥੇ ਕਲਗੀਧਰ ਚਮਤਕਾਰ ਚ ਇਹ ਗੱਲ ਕਹੀ ਸੀ, ਮਹਾਰਾਜ ਮੈਣੀ ਸੰਗਤ ਜਾਂਦੇ ਸਨ ਰਾਤੀ ਉੱਥੇ ਪ੍ਰਸ਼ਾਦ ਛਕਣ ਵਾਸਤੇ, ਤੇ ਉਹਨਾਂ ਨਾਲ ਬੈਠਦੇ ਸਨ, ਆਪਣੀ ਮਾਂ ਨਾਲ, ਆਪਣੇ ਜਿਹੜੇ ਫਾਦਰ ਜਿਹੜੇ ਅਡਾਪਟ ਕੀਤਾ ਹੋਇਆ ਸੀ ਉਹਨਾਂ ਨੂੰ, ਤੇ ਖੇਡ ਕੇ ਆਪਣੇ ਫਰੈਂਡ ਨਾਲ ਲੇਟ ਵਾਪਸ ਆਉਂਦੇ ਸਨ ਹਰਿਮੰਦਰ ਸਾਹਿਬ, ਤੇ ਉੱਥੇ ਸੰਗਤ ਵੇਟ ਕਰਦੀ ਸੀ ਰਹਿਰਾਸ ਦੀ, ਤੇ ਰਹਿਰਾਸ ਲੇਟ ਸ਼ੁਰੂ ਹੁੰਦੀ ਸੀ। ਹੁਣ ਤੱਕ ਉਹ ਜਾਇਜ਼ ਹੈ ਹੁਣ ਗੱਲ, ਇਹ ਕਿਸੇ ਦੂਸਰੇ ਗੁਰੂ ਨਾਲ ਨਹੀਂ ਵਾਪਰਿਆ ਇੰਜ। ਤੁਸੀਂ ਦੂਸਰੇ ਗੁਰੂਆਂ ਦੀ ਹਿਸਟਰੀ ਪੜ੍ਹ ਲਓ, ਗੁਰੂ ਨਾਨਕ ਦੇਵ ਜੀ ਤੋਂ ਲੈ ਕੇ, ਗੁਰੂ ਨਾਨਕ ਦੇਵ ਜੀ ਨੂੰ ਛੋੜ ਕੇ ਕਿਸੇ ਦੇ ਬਚਪਨ ਦੇ ਉੱਤੇ ਤੁਸੀਂ ਇਹ ਨੋਟਿਸ ਨਹੀਂ, ਉਹਨਾਂ ਦੇ ਬਚਪਨ ਦੇ ਨਾਲ ਸਾਖੀਆਂ ਕਿਸੇ ਹੋਰ ਗੁਰੂ ਨਾਲ ਜੁੜੀਆਂ ਨਹੀਂ ਹੋਈਆਂ ਇੰਨੀਆਂ ਇੰਪੋਰਟੈਂਟ। ਗੁਰੂ ਅਮਰਦਾਸ ਪਾਤਸ਼ਾਹ ਨਾਲ, ਗੁਰੂ ਅੰਗਦ ਦੇਵ ਜੀ ਮਹਾਰਾਜ ਨਾਲ, ਹਾਂਜੀ, ਗੁਰੂ ਰਾਮਦਾਸ ਪਾਤਸ਼ਾਹ ਨਾਲ ਬਚਪਨ ਦੀਆਂ ਕੋਈ ਉਹ ਜੀਆਂ ਸਾਖੀਆਂ, ਇਹ ਸਾਖੀਆਂ ਸਿਰਫ ਬਾਲਾ ਪ੍ਰੀਤਮ ਕਲਗੀਧਰ ਪਿਤਾ ਨਾਲ ਜੁੜੀਆਂ ਹੋਈਆਂ ਨੇ ਖਾਲੀ। ਕਿਉਂ? ਕਿਉਂਕਿ ਅਸੀਂ ਜਨਮ ਤੋਂ ਗੁਰੂ ਮੰਨਦੇ, ਇਹ ਆਏ ਉਹਨਾਂ ਦਾ ਰੀਜ਼ਨ ਆਉਣ ਦਾ ਅਲੱਗ ਸੀ। ਸੋ ਉਹ ਗੁਰਿਆਈ ਚਾਹੇ ਜੁਲਾਈ ਚ ਮਿਲੀ ਉਹਨਾਂ ਨੂੰ, ਚਾਹੇ ਉਹਨਾਂ ਨੂੰ ਬਾਅਦ ਵਿੱਚ ਨਵੰਬਰ ਚ ਮਿਲੀ, 16 ਨਵੰਬਰ ਨੂੰ ਮਿਲੀ, it makes me no difference at all, ਕਿਉਂਕਿ ਉਹ ਫਾਰਮੈਲਿਟੀ ਸੀ ਖਾਲੀ ਇਹ ਕਿ ਉਹ ਬਚਪਨ ਤੋਂ ਜਿਸ ਦਿਨ ਆਏ ਹਨ ਇਸ ਸੰਸਾਰ ਵਿੱਚ ਤਦ ਤੱਕ ਗੁਰੂ ਹਨ, ਉਹ ਸ਼ੁਰੂ ਤੋਂ ਗੁਰੂ ਮੰਨੇ ਗਏ। ਔਰ ਸੰਗਤ ਇੱਕ ਗੱਲ ਯਾਦ ਰੱਖਿਓ, ਪਟਨਾ ਛੋਟੀ ਉਮਰ ਵਿੱਚ, ਹਾਲੇ ਉਹਨਾਂ ਦੀ ਉਮਰ ਕਿੰਨੀ, 6 ਸਾਲ ਦੀ ਉਮਰ ਹੋਣੀ ਹੈ, ਉਸ ਵੇਲੇ ਵੀ ਸੰਗਤ ਉਹਨਾਂ ਨੂੰ ਮੱਥਾ ਟੇਕਦੀ ਸੀ ਉੱਥੇ, ਉਸ ਵੇਲੇ ਵੀ ਉਹਨਾਂ ਦਾ ਉਹੀ ਸ਼ਸਤਰਾਂ ਨਾਲ ਲੈਸ ਰਹਿੰਦੇ ਸਨ ਤੇ ਗੱਲ ਮੂੰਹ ਉਹੀ ਕਰਦੇ ਸਨ ਖਾਲੀ। ਹੋਰ ਕਿਸੇ ਗੁਰੂ ਬਾਰੇ ਇਸ ਤਰ੍ਹਾਂ ਦੇ ਬਚਪਨ ਵਿੱਚ ਤੁਸੀਂ ਕੋਈ ਤੁਹਾਨੂੰ ਇਤਿਹਾਸ ਦੀਆਂ ਗੱਲਾਂ ਨਹੀਂ ਮਿਲਣਗੀਆਂ। ਸੋ ਟੂ ਮੀ ਇਟ ਡਜ਼ਨਟ ਮੈਟਰ, but I don't want anybody listening today to get all worked up and confused, ਯਾ ਕੀ ਲਿਖਿਆ ਹੋਇਆ ਦੋ ਜਗ੍ਹਾ ਅਲੱਗ। ਤੇ 11 ਜੁਲਾਈ ਦੇ ਕਰੀਬ we feel ਕਿ he left ਅਨੰਦਪੁਰ, 11 ਜੁਲਾਈ। ਤੇ 3 ਜਿਹੜੇ ਵੱਡੇ ਸਿੱਖ ਜਿਹੜੇ ਨਾਲ ਗਏ, ਭਾਈ ਦਿਆਲਾ ਨਾਲ ਗਏ, ਭਾਈ ਸਤੀਦਾਸ ਨਾਲ ਗਏ, ਭਾਈ ਮਤੀਦਾਸ ਨਾਲ ਗਏ। ਤੇ ਭਾਈ ਦਿਆਲਾ, I hope I'm not wrong, somebody can check it on the Google, ਭਾਈ ਦਿਆਲਾ ਭਾਈ ਮਣੀ ਸਿੰਘ ਹਰਾਂ ਦੇ ਐਲਡਰ ਬ੍ਰਦਰ ਸਨ, ਉਹਨੇ ਵੱਡੇ ਭਰਾ ਸਨ ਨਾਲ, ਔਰ ਇਹ ਪੂਰੀ ਫੈਮਿਲੀ ਇਨਵੋਲਵਡ ਸੀ ਸਿੱਖੀ ਨਾਲ ਬੜੀ। ਤੇ ਨਿਕਲਦੇ ਹਨ 11 ਨੂੰ ਨਿਕਲਦੇ ਹਨ, ਤੇ ਦੇਖੋ ਕਿ ਤੁਸੀਂ ਇਸ ਗੱਲ ਨੂੰ ਨੋਟਿਸ ਕਰੋ, 11 ਨੂੰ ਨਿਕਲਦੇ ਹਨ ਅਨੰਦਪੁਰ ਸਾਹਿਬ ਤੋਂ। ਜੁਲਾਈ 11 ਦੀ ਡੇਟ ਇਜ਼ ਦੀ ਮੋਸਟ ਕਾਮਨ ਡੇਟ that I find everywhere। ਤੇ 11 ਜੁਲਾਈ ਨੂੰ ਨਿਕਲਦੇ ਹਨ ਤੇ 12 ਨੂੰ ਅਰੈਸਟ ਹੋ ਜਾਂਦੇ ਹਨ। ਤੇ ਮਤਲਬ the Mughal government knew exactly what was going on in Anandpur। ਇੱਕ ਛੋਟੀ ਗੱਲ ਦੀ ਖਬਰ ਉਹਨਾਂ ਨੂੰ ਸੀ ਵੀ ਕਿੱਥੇ ਹਨ। 12 ਨੂੰ ਅਰੈਸਟ ਹੁੰਦੇ ਹਨ ਰੋਪੜ, ਹਾਂਜੀ, ਤੇ 12 ਨੂੰ ਅਰੈਸਟ ਹੁੰਦੇ ਹਨ ਰੋਪੜ। ਤੇ ਨੂਰ ਮੁਹੰਮਦ ਖਾਨ was the ਰੋਪੜ ਦਾ ਜਿਹੜਾ ਫੌਜਦਾਰ ਸੀ, ਜਿਹੜਾ ਰੋਪੜ ਦਾ, ਉਹਦੇ ਹੁਕਮ ਦੇ ਥੱਲੇ ਅਰੈਸਟ ਹੁੰਦੇ ਹਨ। ਪਰ ਉਸ ਤੋਂ ਪਹਿਲੇ ਮੈਂ ਇੱਕ ਗੱਲ ਦੱਸ ਦਿਆਂ ਕਿ ਸ਼ਾਹੀ ਫਰਮਾਨ ਜਿਹੜਾ ਜਾਰੀ ਹੁੰਦਾ ਹੈ, ਜਿਹੜਾ ਉਹਨੇ ਇਸਲਾਮ ਚ, ਮੁਗਲ ਗਵਰਨਮੈਂਟ ਚ ਇਹ ਬੜਾ ਸੀ ਕਿ ਸ਼ਾਹੀ ਫਰਮਾਨ ਦੀਆਂ ਕਾਪੀਆਂ ਮਿਲ ਜਾਂਦੀਆਂ ਹੁਣ ਵੀ, ਔਰੰਗਜ਼ੇਬ ਦੇ ਸਿਗਨੇਚਰ ਹੋਏ। ਉਹ ਹਸਨ ਅਬਦਾਲ ਤੋਂ ਜਾਰੀ ਹੋਇਆ ਹੈ ਸ਼ਾਹੀ ਫਰਮਾਨ ਕਿ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਜਿਤਨੀ ਜਲਦੀ ਹੋ ਸਕੇ ਤੁਸੀਂ ਅਰੈਸਟ ਕਰੋ। ਤੇ ਇਹ ਸ਼ਾਹੀ ਫਰਮਾਨ ਲਾਹੌਰ ਦੇ ਗਵਰਨਮੈਂਟ ਨੂੰ ਪਹਿਲੇ ਜਾਂਦਾ ਹੈ, ਲਾਹੌਰ ਦੇ ਗਵਰਨਰ ਨੂੰ, ਕਿਉਂਕਿ ਰਿਮੈਂਬਰ ਪੰਜਾਬ ਉਸ ਵੇਲੇ, ਜਸਟ ਟੂ ਵਾਟ ਯੂ ਲੈਟ ਯੂ ਨੋ, ਕਿ ਪੰਜਾਬ ਵੱਡਾ ਸਟੇਟ ਹੋਣ ਕਾਰਨ 3 ਹਿੱਸਿਆਂ ਚ ਵੰਡਿਆ ਹੋਇਆ ਸੀ ਪੰਜਾਬ, ਇੱਕ ਲਾਹੌਰ ਦੀ ਥੱਲੇ ਦੀ, ਤੇ ਇੱਕ ਮੁਲਤਾਨ ਤੇ ਇੱਕ ਸਰਹੰਦ ਦੇ। ਤੇ ਸਰਹੰਦ ਵਾਲਾ ਜਿਹੜਾ ਪੋਰਸ਼ਨ ਜਿਹੜਾ ਵਾ ਅਨੰਦਪੁਰ ਸਾਹਿਬ ਦੇ ਥੱਲੇ ਆਉਂਦਾ ਹੈ। ਪਹਿਲੇ ਲਾਹੌਰ ਦੇ ਗਵਰਨਰ ਨੂੰ ਗਿਆ, ਉੱਥੋਂ ਸੰਦੇਸ਼ਾ ਜਿਹੜਾ ਹੈ ਇਹ ਸਰਹੰਦ ਪਹੁੰਚਿਆ। ਸਰਹੰਦ ਤੋਂ ਬਾਅਦ ਜਿਹੜਾ ਹੈ ਨੂਰ ਮੁਹੰਮਦ ਖਾਨ ਤੇ ਬਸੀ ਪਠਾਣਾ, you can look it up on Google, I always like to do that, ਕਿ ਹਾਲੇ ਜਗ੍ਹਾ ਐਗਜ਼ਿਸਟ ਕਰਦੀਆਂ ਕਿ ਨਹੀਂ ਕਰਦੀਆਂ, and you'll be surprised to see that
that village is still there, you know. In fact, last time when we drove from Amritsar to Anandpur, the raste jagah aayi, te main yaad hai my father was saying, कि बसी पठाना, this is where Guru Tegh Bahadur Maharaj di jail hui hai, jithe Kotwali si ithe. And it's a small town there, and this town still exists. Unfortunately, manu कहनिया शर्म आंदी है हुन कि ਅਸੀਂ ਉਹ Kotwali बचा के नहीं रखी. I saw some pictures the other day. उस picture ਦੀਆਂ ਟੁੱਟੀਆਂ ਦੀਵਾਰਾਂ available ruins which and ਪਰ ਅਸੀਂ ਉਸ ਨੂੰ ਸੰਭਾਲਿਆ ਨਹੀਂ, ਉਹਨਾਂ ਨੂੰ ਜਿੱਥੇ ਰਹੇ ਹਨ ਬਸੀ ਪਠਾਣਾ ਉੱਥੇ ਜੇਲ੍ਹ ਚ ਪਾਏ ਗਏ ਤੇ ਇਹ ਗੱਲ ਕਹੀ ਗਈ ਕਿ ਇਹਨਾਂ ਨੂੰ ਹਾਲੇ ਉੱਥੇ ਰੱਖੋ ਜਦ ਤੱਕ ਮੈਂ ਆਂਦਾ ਨਹੀਂ ਦਿੱਲੀ ਵਾਪਸ, you know. He wanted to be in Delhi when this thing happens, ਕਿਉਂਕਿ ਜੋ ਮਰਜ਼ੀ ਤੁਸੀਂ ਕਹੋ ਬੜੀ ਪਪੂਲੈਰਿਟੀ ਸੀ ਗੁਰੂ ਸਾਹਿਬ ਦੀ, ਬੰਦੇ ਸਨ ਲੋਕ, ਬੜੇ ਹਿੰਦੂ ਵੀ ਮੰਨਦੇ ਸਨ, ਮੁਸਲਮਾਨ ਪੀਰ ਵੀ ਮੰਨਦੇ ਸਨ ਬੜੇ, ਤੇ ਉਹ ਚਾਹੁੰਦਾ ਨਹੀਂ ਸੀ ਕਿ ਮੇਰੇ ਬਗੈਰ ਆਏ ਹੋਏ ਇਹ ਗੱਲ ਉੱਥੇ ਹੋਏ ਉੱਥੇ. ਸੋ 12 ਨੂੰ ਅਰੈਸਟ ਹੁੰਦੇ ਹਨ ਤੇ ਕਰੀਬਨ 2-3 ਮਹੀਨੇ 12 ਜੁਲਾਈ ਨੂੰ ਅਬਦੁਲ ਅਜ਼ੀਜ਼ ਦਿਲਾਵਰ ਖਾਨ ਫੌਜਦਾਰ ਸੀ ਸਰਹੰਦ, ਮੈਂ ਸਾਰੇ ਨਾਂ ਲਿਖੇ just in case somebody wants to check it out. ਤੇ ਜਿਹੜਾ ਪੁਲਿਸ ਆਫਿਸਰ ਸੀ, ਦਰੋਗਾ ਸੀ ਜਿਹੜਾ, ਉਹਦਾ ਵੀ ਨਾਂ ਆਇਆ ਹੈ ਨੂਰ ਮੁਹੰਮਦ ਖਾਨ ਮਿਰਜ਼ਾ, ਜਿਹੜਾ ਕੋਤਵਾਲ ਸੀ ਰੋਪੜ ਦਾ, who personally came to arrest him, you know. ਅਰੈਸਟ ਹੋ ਕੇ he stays in jail. ਜੇਲ੍ਹ ਚ ਤਸੀਹੇ ਦਿੱਤੇ ਜਾਂਦੇ ਹਨ ਬੜੇ, ਤੇ ਡਰਾਵਾ ਵੀ ਬੜੇ ਦਿੱਤੇ ਜਾਂਦੇ ਹਨ, ਡਰਾਇਆ ਬੜਾ ਜਾਂਦਾ ਹੈ, ਤਸੀਹੇ ਦਿੱਤੇ ਜਾਂਦੇ ਹਨ, ਭੁੱਖੇ ਰੱਖਿਆ ਜਾਂਦਾ ਹੈ, ਨਹੀਂ ਮੰਨਦੇ ਗੱਲ, ਤੇ ਫਿਰ ਹੁਕਮ ਆਂਦਾ ਹੈ ਕਿ ਇਹਨਾਂ ਨੂੰ ਦਿੱਲੀ ਲੈ ਜਾਓ. ਤੇ ਦਿੱਲੀ ਲਿਜਾਣ ਦੀ ਡੇਟ ਬੜੇ ਹਿਸਟੋਰੀਅਨਸ ਨੇ ਕਾਮਨ ਡੇਟ ਜਿਹੜੀ ਹੈ 5 ਦਸੰਬਰ ਦੀ ਲਿਖੀ ਹੈ. ਦਸੰਬਰ 5 ਨੂੰ ਦੇ ਲੈਫਟ ਫਰੋਮ ਜੇਲ੍ਹ ਤੋਂ, ਜੋ ਰੋਪੜ ਦੀ ਜੇਲ੍ਹ ਬਸੀ ਪਠਾਣਾ ਤੋਂ ਉਸ ਪਾਸੇ ਦੇ ਜਿਹੜੇ ਸਰਹੰਦ ਦੇ ਕੋਲ, ਉੱਥੋਂ ਇਹ 5 ਦਸੰਬਰ ਨੂੰ ਦਿੱਲੀ ਵਾਸਤੇ ਰਵਾਨਾ ਹੁੰਦੇ ਹਨ. ਬੜੀ ਬੇਇੱਜ਼ਤੀ ਕਰਦੇ ਹਨ ਜਾਣਬੁੱਝ ਕੇ. ਇਹ ਉਹਨਾਂ ਨੇ ਅੱਗੇ ਜਾ ਕੇ ਬੰਦਾ ਸਿੰਘ ਬਹਾਦਰ ਨਾਲ ਵੀ ਇਹ ਗੱਲ ਕੀਤੀ ਕਿ ਛੋਟਾ ਪਿੰਜਰਾ ਤਿਆਰ ਕਰਦੇ ਹਨ ਤੇ ਪਿੰਜਰੇ ਦੇ ਵਿੱਚ ਮਹਾਰਾਜ ਨੂੰ ਪਾਇਆ ਜਾਂਦਾ ਹੈ, ਤੇ ਪਿੰਜਰਾ ਜਿਹੜਾ ਵਾ ਉਹ ਐਲੀਫੈਂਟ ਦੇ ਉੱਤੇ ਲਗਾ ਕੇ, ਤੇ ਇਹ ਫਿਰ ਇੱਕ ਪ੍ਰਦਰਸ਼ਨ ਜਿਹਾ ਹੁੰਦਾ, ਇੱਕ ਜਲੂਸ ਜਿਹਾ ਕੱਢਦੇ ਹਨ ਦਿਖਾਉਣ ਵਾਸਤੇ ਕਿ ਕੌਣ ਰਾਜਾ ਹੈ ਤੇ ਕੌਣ ਪ੍ਰਜਾ, ਅਸੀਂ ਕਿੰਨੇ ਪਾਵਰਫੁਲ ਹਾਂ. Most historians believe it took about 6 days journey from Basi Pathana to Delhi. ਰਸਤੇ ਵਿੱਚ ਲੋਕਾਂ ਨੂੰ ਦਿਖਾਉਂਦੇ, ਲੋਕਾਂ ਨੂੰ ਡਰਾਉਂਦੇ ਨੇ. ਡਰਾਉਣ ਦਾ ਤਰੀਕਾ ਹੁੰਦਾ ਹੈ ਕਿ ਅਸੀਂ ਦੇਖੋ ਕੀ ਕਰਾਂਗੇ, ਜੇ ਤੁਸੀਂ ਕੀਤਾ, ਜੇ ਤੁਸੀਂ ਸਾਡੇ ਨਾਲ ਕੀਤਾ, ਅਸੀਂ ਤੁਹਾਡੇ ਨਾਲ ਕੀ ਕਰਾਂਗੇ. ਅਸੀਂ 11 ਦੇ ਕਰੀਬ we believe ਕਿ approximately 11 ਦੇ ਕਰੀਬ I mean ਕਈਆਂ ਨੇ ਪਹਿਲੀ ਵੀ ਡੇਟ ਲਿਖੀ ਹੈ, I'm sorry, 4 ਨੂੰ ਮੇਰੀ ਗਲਤੀ ਹੋ ਗਈ ਮੈਨੂੰ ਡੇਟ ਦੀ, 5 ਨਵੰਬਰ ਨੂੰ ਦਿੱਲੀ ਪਹੁੰਚਦੇ ਹਨ. ਉਸ ਤੋਂ 5 ਦਿਨ ਪਹਿਲੇ ਚੱਲਦੇ ਹਨ, 4 ਜਾਂ 5 ਨੂੰ ਦਿੱਲੀ ਪਹੁੰਚਦੇ ਹਨ. ਤੇ ਜਦੋਂ 4 ਜਾਂ 5 ਨੂੰ ਦਿੱਲੀ ਪਹੁੰਚਦੇ ਹਨ ਪਹਿਲੇ, ਤੇ ਸੀਸਗੰਜ ਗੁਰਦੁਆਰੇ ਸਾਹਿਬ ਦੇ ਦਰਸ਼ਨ ਸਾਰਿਆਂ ਨੇ ਕੀਤੇ ਹਨ ਦਿੱਲੀ, ਮੈਨੂੰ ਕੋਈ ਕਹਿਣ ਦੀ ਲੋੜ ਨਹੀਂ ਹੈ. ਸਭ ਨੂੰ ਪਤਾ ਹੈ ਇਸ ਗੱਲ ਦਾ ਕਿ ਹੁਣ ਜਿਹੜੀ ਗੁਰਦੁਆਰੇ ਦੀ ਜਿਹੜੀ ਐਡਜੈਸੈਂਟ ਜ਼ਮੀਨ ਜਿਹੜੀ ਹੈ ਕੋਤਵਾਲੀ ਦੀ ਹੈ. Let me know if anybody wants to know, please interrupt me, you know. Do you know that ਕਿ ਜਿਹੜੀ ਜ਼ਮੀਨ ਜਿਹੜੀ ਜੁੜੀ ਹੋਈ ਹੈ ਗੁਰਦੁਆਰੇ ਦੇ ਨਾਲ, ਉਹ ਕੋਤਵਾਲੀ ਹੈ, ਪੁਰਾਣੀ ਮੁਗਲਾਂ ਦੇ ਟਾਈਮ ਦੀ ਕੋਤਵਾਲੀ ਹੈ. I hope everybody knows that. ਮੈਨੂੰ ਐਗਜ਼ੈਕਟਲੀ ਨਹੀਂ ਪਤਾ ਕਦੋਂ ਗਵਰਨਮੈਂਟ handed over the Kotwali to, if anybody knows that, they can raise their hand and tell me, but there was a big fight that went on, and ultimately I don't know under which year or which regime ਦੇ ਵਿੱਚ the Kotwali was handed over to the Gurdwara committee ਨੂੰ. ਪਹਿਲੇ ਕੋਤਵਾਲੀ ਜਿਹੜੀ ਅਲੱਗ ਰਹੀ, ਖਾਲੀ ਗੁਰਦੁਆਰਾ ਹੀ ਸੀ, ਤੇ ਹੁਣ ਕੋਤਵਾਲੀ ਹੈਂਡ ਕਰ ਦਿੱਤੀ. ਤੇ ਹੁਣ ਅਗਲੀ ਵਾਰੀ ਦਿੱਲੀ ਜਾਇਓ ਜਦੋਂ, ਤੇ ਕੋਤਵਾਲੀ ਦੇ ਅੰਦਰ ਜਦੋਂ ਐਂਟਰ ਕਰੋ, ਤੇ ਕੋਤਵਾਲੀ ਦੀਆਂ ਕਈ ਹਾਲੇ ਵੀ ਦੀਵਾਰਾਂ ਪੁਰਾਣੀਆਂ ਹਨ ਅੰਦਰ ਦੀਆਂ, ਜਿੱਥੇ ਮਹਾਰਾਜ ਰਹੇ ਹਨ. ਤੇ ਹੁਣ ਇੱਕ ਹੋਰ ਮੈਨੂੰ ਫੇਵਰ ਕਰੋ, ਜਦੋਂ ਅਗਲੀ ਵਾਰੀ ਦਿੱਲੀ ਜਾਇਓ, ਤੇ ਕੋਤਵਾਲੀ ਦੇ ਜਿਹੜੀ ਅਗਲਾ ਹਿੱਸਾ ਜਿਹੜਾ ਹੈ, ਕੋਤਵਾਲੀ ਤੋਂ ਬਾਅਦ ਇੱਕ ਮਸਜਿਦ ਹੈ ਹੋਰ, ਸੁਨਹਿਰੀ ਮਸਜਿਦ. ਵੀਰ ਜੀ, ਮੇਰੇ ਹਸਬੰਡ ਕਹਿ ਰਹੇ ਨੇ ਕਿ ਇੰਦਰਾ ਗਾਂਧੀ ਦੇ ਟਾਈਮ ਜਦੋਂ ਜਥੇਦਾਰ ਸੰਤੋਖ ਸਿੰਘ ਸੀਗੇ, ਉਦੋਂ ਇਹ ਕੋਤਵਾਲੀ ਹੈਂਡਓਵਰ ਕੀਤੀ ਗੁਰਦੁਆਰੇ ਨੂੰ. Okay. Is that right? ਮੈਨੂੰ ਨਹੀਂ ਪਤਾ. So Yeah, no, that is correct. That is correct. ਹਾਂਜੀ. Yeah. So ਉਸ ਵੇਲੇ ਕੋਤਵਾਲੀ ਜਿਹੜੀ ਪਹਿਲੇ ਕੋਤਵਾਲੀ ਦੀ ਜਗ੍ਹਾ ਬੜੀ ਚਲਦੀ ਰਹੀ ਸਾਡੀ ਜਦੋਜਹਦ ਗਵਰਨਮੈਂਟ ਨਾਲ, ਬ੍ਰਿਟਿਸ਼ ਗਵਰਨਮੈਂਟ ਨਾਲ ਵੀ ਚਲਦੀ ਰਹੀ, ਨਹੀਂ ਦਿੱਤੀ ਉਹਨਾਂ ਨੇ. ਬਾਅਦ ਵਿੱਚ the government gave in and gave that ਕੋਤਵਾਲੀ. So ਕੋਤਵਾਲੀ ਗੁਰਦੁਆਰੇ ਦੇ ਦਰਸ਼ਨ ਕਰਨੇ ਹੀ ਕਰਨੇ, ਮਹਾਰਾਜ ਦੀ
ਜਿੱਥੇ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੱਥਾ ਟੇਕਦੇ ਹੋ, ਉੱਥੇ ਕੋਤਵਾਲੀ ਵਿੱਚ ਜਾ ਕੇ I think 5-10 ਮਿੰਟ ਇੱਕ ਵਾਰੀ just close your eyes and imagine ਕੀ ਸੀਨ ਹੋਣਾ ਉਸ ਦਿਨ ਦਾ, ਉੱਥੇ ਰਹੇ ਹਨ, ਹਫਤਾ ਇੱਕ ਰਹੇ ਹਨ ਕੋਤਵਾਲੀ ਚ, ਉਸੇ ਕੋਤਵਾਲੀ ਚ ਰਹੇ ਹਨ। ਤੇ ਕੋਤਵਾਲੀ ਦੇ ਨਾਲ ਨੈਕਸਟ ਟਾਈਮ ਜਦੋਂ ਦਿੱਲੀ ਜਾਇਓ ਤੇ just stop at that ਕੋਤਵਾਲੀ ਦੀ adjacent ਮਸਜਿਦ ਹੈ, I don't know ਕਿਸਨੇ ਦੇਖੀ, ਹੁਣ ਵੀ ਹੈ ਉਹ ਮਸਜਿਦ, still there. Stand in front of the masjid, andar shayad jaan den na den pata nahi mainu, I don't know, I have never been inside that masjid, but every time I go to the gurdwara I do stand in front of the masjid and think about Guru Sahib. fatwa uthe lagya hai us masjid de andar. Next time jayo jadon, next time jadon Delhi jayo, jadon vi gaye ho Delhi, to stand in front of that masjid and just close your eyes and just imagine ki ithe aaye Guru Sahib, ithe qazi ne fatwa uthe lagaya hai, uthe ਉਹ ਮਸਜਿਦ ਹੁਣ ਤੱਕ ਹੈ, ਪੁਰਾਣੇ ਮੁਗਲਾਂ ਦੇ ਟਾਈਮ ਦੀ ਮਸਜਿਦ ਹੈ ਔਰ ਹੁਣ ਤੱਕ ਹੈ ਮਸਜਿਦ। ਔਰ ਇਹ ਬੜਾ ਕਾਮਨ ਸੀ ਉਹਨਾਂ ਦਿਨਾਂ ਵਿੱਚ ਕਿ ਮਸਜਿਦ ਜਿੱਥੇ ਕੋਤਵਾਲੀ ਹੁੰਦੀ ਸੀ ਮਸਜਿਦ ਦੇ ਨਾਲ ਹੁੰਦੀ ਸੀ, ਬਿਕਾਜ਼ religious leaders used to be the judges. ਫਤਵਾ ਲਗਾਉਣ ਵਾਲੇ ਕਾਜ਼ੀ ਤੇ ਮੌਲਵੀ ਹੁੰਦੇ ਸਨ ਤੇ ਫੈਸਲਾ ਵੀ ਉਹੀ ਸੁਣਾਉਂਦੇ ਸਨ। ਹੁਣ ਤੱਕ ਇਸਲਾਮ ਵਿੱਚ ਇੰਜ ਹੀ ਹੈ, ਜਿਹੜੇ ਸਟ੍ਰਿਕਟ ਇਸਲਾਮ ਦੇ ਫਾਲੋਅਰ ਐਂਡ ਸੁੰਨੀ ਇਸਲਾਮ ਦੇ ਹੁਣ ਤੱਕ ਸੇਮ ਰੂਲਸ ਜਿਹੜੇ ਫਾਲੋ ਹੁੰਦੇ ਨੇ ਸਾਰੇ। ਫਤਵਾ ਉੱਥੇ ਲੱਗਿਆ ਹੈ, ਕੋਤਵਾਲੀ ਚ ਰਹੇ ਹਨ ਤੇ ਸ਼ਹੀਦੀ ਜਿਹੜੀ ਹੈ, ਕਿਉਂਕਿ ਪਹਿਲੇ ਇਸ਼ਨਾਨ ਕੀਤਾ ਨੇ ਖੂਹ ਦੇ, ਤੇ ਖੂਹ ਜਿਹੜਾ ਵਾ ਉਹ ਕੋਤਵਾਲੀ ਦੇ ਨਾਲ, ਹੁਣ ਉਹ ਜਗ੍ਹਾ ਜਿਹੜੀ ਹੈ ਖੂਹ ਵਾਲੀ ਜਗ੍ਹਾ ਹੁਣ ਗੁਰਦੁਆਰੇ ਦੇ ਅੰਦਰ ਆ ਗਈ ਹੈ ਥੱਲੇ, ਤੇ ਜਿਨ੍ਹਾਂ ਨੇ ਉਸ ਪੁਰਾਤਨ ਖੂਹ ਦੇ ਦਰਸ਼ਨ ਨਹੀਂ ਕੀਤੇ ਉਹ ਹੁਣ ਅਗਲੀ ਵਾਰੀ ਦਿੱਲੀ ਜਾਇਓ ਤੇ ਉੱਥੇ ਉਸ ਪੁਰਾਤਨ ਖੂਹ ਦੇ ਤੁਸੀਂ ਜ਼ਰੂਰ ਦਰਸ਼ਨ ਕਰਨੇ ਹਨ। ਮੈਂ ਬਚਪਨ ਵਿੱਚ ਦੇਖਿਆ ਹੋਇਆ ਹੈ, ਹੁਣ ਤੇ ਨਹੀਂ, ਆਈ ਕੈਨ ਨਾਟ ਸਟੈਂਡ ਦਿਸ ਇਨ ਸਾਡੀ ਕਮਿਊਨਿਟੀ ਵਿੱਚ ਰੈਸਟੋਰੇਸ਼ਨ ਦਾ ਕੋਈ ਕਨਸੈਪਟ ਨਹੀਂ ਹੈ, ਬਟ ਦਿੱਲੀ ਜਦੋਂ ਜਾਇਓ ਨੈਕਸਟ ਟਾਈਮ ਤੇ ਪਹਿਲੇ ਉੱਥੇ ਥੱਲੇ ਸੀੜੀਆਂ ਜਾਂਦੀਆਂ ਨੇ, ਗੋਜ਼ ਡਾਊਨਵਰਡ ਥੱਲੇ ਜਾਂਦੇ ਨੇ, ਤੇ ਉਸ ਪੁਰਾਤਨ ਉਹ ਖੂਹ ਹਾਲੇ ਤੱਕ ਹੈ ਥੱਲੇ। ਤੇ ਮੈਂ ਬਚਪਨ ਵਿੱਚ ਉਹ ਪੁਰਾਣੀਆਂ ਇੱਟਾਂ ਵਾਲੀਆਂ ਦੇਖੀਆਂ ਹੋਈਆਂ, ਪੁਰਾਣੀਆਂ ਇੱਟਾਂ ਲੱਗੀਆਂ ਹੋਈਆਂ ਜਿਹੜੀਆਂ ਉਹ ਪਤਲੀਆਂ ਇੱਟਾਂ ਜਿਹੜੀਆਂ ਹੁੰਦੀਆਂ ਸਨ, ਜਿਹੜੀਆਂ ਉਹ ਇੱਟਾਂ ਮੈਂ ਦੇਖੀਆਂ ਹੋਈਆਂ। ਉੱਤੇ ਖੂਹ ਦੇ ਨਾਲ ਉਹਦੇ ਥੱਲੇ ਉਹ ਡੋਲ ਵੀ ਹੁੰਦਾ ਸੀ, ਜਿਹੜਾ ਉਹ ਰੱਸੀ ਹੁੰਦੀ ਸੀ ਜਿਹੜੀ ਥੱਲੇ ਤੁਸੀਂ ਪਾਓ ਤੇ ਪਾਣੀ ਜਿਹੜੇ ਉੱਤੇ ਕਰ ਲਓ। ਇਹ 1960s ਤੱਕ ਮੈਂ ਦੇਖਿਆ ਹੋਇਆ ਆਪਣੀਆਂ ਅੱਖਾਂ ਨਾਲ। ਹਾਲਾਂਕਿ ਆਈ ਐਮ ਨਾਟ ਫਰਮ ਦਿੱਲੀ, ਆਈ ਯੂਜ਼ਡ ਟੂ ਲਿਵ ਇਨ ਕੈਲਕਟਾ, ਬਟ ਦਿੱਲੀ ਜਾਂਦੇ ਸੀ ਸਾਲ ਚ ਇੱਕ ਵਾਰੀ ਤੇ ਦਰਸ਼ਨ ਜ਼ਰੂਰ ਕਰਨ ਜਾਂਦੇ ਸੀ। ਤੇ I know my dad took me downstairs first time around and told me the whole thing. ਹਾਂਜੀ ਕਮਲ, ਕੁਝ ਕਹਿਣਾ ਚਾਹੁੰਦੇ ਹੋ? ਸੁਰਿੰਦਰ ਜੀ, ਹੁਣ ਸਭ ਕੁਝ ਚੇਂਜ ਹੋ ਗਿਆ ਹੈ, ਹੁਣ ਬਦਲ ਗਿਆ। ਹੁਣ ਤੇ ਸਿਸਟਮ ਵਿੱਚ ਯੂ ਗੋ ਟੂ ਦ ਜਿੱਥੇ ਖੂਹ ਹੈਗਾ ਉੱਥੇ ਬੜੇ ਫਸਟ ਕਲਾਸ ਸੰਗਮਰਮਰ ਲੱਗਾ ਹੋਇਆ ਜੀ। ਉਹਨੇ ਨਾ ਇਹ ਹੁਣ ਸਾਡੇ ਚ ਨਹੀਂ ਹੈ ਨਾ, we don't understand that ਕਮਲ, that ਕਿ ਅਸੀਂ ਪੁਰਾਣੀਆਂ ਚੀਜ਼ਾਂ ਸੰਭਾਲ ਕੇ ਰੱਖਣੀਆਂ ਹਨ ਸਾਰੀਆਂ, ਉਹ ਓਰੀਜਨੈਲਿਟੀ ਜਿਹੜੀ ਹੈ ਅਸੀਂ ਨਹੀਂ ਖੋਣੀ, ਉਸ ਓਰੀਜਨੈਲਿਟੀ ਨੂੰ ਸਾਡੇ ਧਰਮ ਵਿੱਚ ਨਹੀਂ। ਪੁਰਾਣੀ ਚੀਜ਼ ਤੇ ਸੁੱਟੋ ਜੀਓ। ਕੁਝ ਕਹਿਣਾ ਚਾਹੁੰਦੇ ਹੋ ਜੀ? ਉਹਨਾਂ ਉੱਥੇ ਨਾ ਜਲ ਦੀ ਸੇਵਾ ਹੁੰਦੀ ਹੈ, ਅੰਮ੍ਰਿਤ ਦਿੰਦੇ ਨੇ ਉੱਥੇ, ਬਿਲਕੁਲ ਉਹਨਾਂ ਨੇ ਪੂਰਾ ਸੰਗਮਰਮਰ ਲਗਾ ਕੇ ਇੱਕ ਆਰਟੀਫੀਸ਼ੀਅਲ ਜਿਹਾ ਖੂਹ ਦਾ ਇੱਕ ਕੁਝ ਬਣਾਇਆ, ਉੱਥੇ ਲੋਕ ਦਰਸ਼ਨ ਕਰਕੇ ਬਸ ਉਧਰੋਂ ਜਲ ਪੀ ਕੇ ਨਿਕਲ ਜਾਂਦੇ ਨੇ। They have made that near the Joda Ghar. Yeah, ਥੱਲੇ ਹੈ। You have to go downstairs, but point I'm trying to make Didi is ਕਿ ਅਸੀਂ ਚੀਜ਼ਾਂ, ਪੁਰਾਤਨ ਚੀਜ਼ਾਂ ਦੀ ਸੰਭਾਲ ਨਹੀਂ ਕੀਤੀ, ਸੰਭਾਲ ਦੀ ਬਹੁਤ ਕਮੀ ਹੈ। ਉਸ ਖੂਹ ਨੂੰ ਉਸੇ ਦੇ ਵੀਰ ਜੀ, ਇਹ ਕਮੀ ਦੀ ਗੱਲ ਨਹੀਂ ਹੈਗੀ। This is a deliberate effort of destroying Sikh history, has nothing to do with kami. It is a deliberate effort by RSS to destroy all the history. I have traveled through Srinagar, all the 6ਵੀਂ ਪਾਤਸ਼ਾਹੀ ਦੇ ਗੁਰਦੁਆਰੇ, ਸਾਰੀ ਹਿਸਟਰੀ ਡਿਲੀਬਰੇਟਲੀ ਡਿਸਟਰੋਏ ਕੀਤੀ ਗਈ ਹੈ। ਕੁਛ ਇਹਦੇ ਵਿੱਚ ਨਹੀਂ ਹੈਗਾ, ਸਾਰੇ ਅਨੰਦਪੁਰ ਸਾਹਿਬ ਦੀ ਸਾਰੀ ਸਭ ਜਗ੍ਹਾ ਇਹਨਾਂ ਨੇ ਕੀਤਾ ਬਿਲਕੁਲ। ਜਿਹੜੇ ਟੋਕਰੀ ਵਾਲੇ ਹੈਗੇ ਨਾ, ਸਾਰਾ ਜਿਹੜਾ ਕਰਕੇ ਉਹਨਾਂ ਨੇ ਸਾਰਾ ਕੁਛ ਹੀ ਤੋੜ ਕੇ ਸਭ ਕੁਛ, ਤਾਂ ਕਿ ਸਿੱਖਾਂ ਦੇ ਅੰਦਰ ਕੋਈ ਇਮੋਸ਼ਨ ਇਵੋਕ ਨਾ ਹੋਏ, ਸਾਰੀ ਹਿਸਟਰੀ ਨੂੰ ਡਿਲੀਬਰੇਟਲੀ ਡਿਸਟਰੋਏ ਕੀਤਾ ਗਿਆ ਜੀ। ਦਿਸ ਇਜ਼ ਅ ਮਾਸਟਰ ਪਲਾਨ, ਇਟਸ ਨਥਿੰਗ ਟੂ ਡੂ ਵਿਦ ਅਨਗੈਲੀ ਔਨ ਐਨੀਬਾਡੀਜ਼ ਪਾਰਟ। But we could have stopped it, Didi. We could have as a panth had that. ਹਾਂਜੀ, ਜਾਨਣਾ ਚਾਹੀਦੀਆਂ ਸੀਗੀਆਂ, ਮਤਲਬ ਉਸ ਵਕਤ ਚਾਹੀਦਾ ਸੀਗਾ, ਸ਼ਹੀਦੀਆਂ ਚਾਹੀਦੀਆਂ ਸੀ ਵੀਰ ਜੀ ਉਸ ਵਕਤ। ਏਦਾਂ ਦੇ ਕੰਮ ਏਦਾਂ ਨਹੀਂ ਹੁੰਦੇ, ਇਹੋ ਜਿਹੀ ਮੂਵਮੈਂਟਸ ਨੂੰ ਰੋਕਣਾ ਕੋਈ ਗੱਲਾਂ ਨਾਲ ਨਹੀਂ ਹੁੰਦਾ ਕੰਮ ਅੱਜ ਕੱਲ੍ਹ। I know, but I still blame ourselves more than now. I don't want to
point fingers. I point finger at myself first, you know, that we should have been more knowledgeable about ourselves. ਹਰਿੰਦਰ ਜੀ ਤੁਸੀਂ ਕੁਝ ਕਹਿਣਾ ਚਾਹੁੰਦੇ ਸੀ? ਜੀ ਵੀਰ ਜੀ, ਉਹ ਕਾਰ ਸੇਵਾ ਦੇ ਨਾਂ ਤੇ ਵੀ ਬੜਿਆ ਬਾਬਿਆਂ ਨੇ ਉਹਨੂੰ ਪੁਰਾਣੀਆਂ ਚੀਜ਼ਾਂ ਹਟਾ ਕੇ ਕਾਰ ਸੇਵਾ ਦੇ ਨਾਂ ਤੇ ਨਵੀਂ ਸੰਗਮਰਮਰ ਲਵਾ ਦਿੱਤੇ ਪੈਸੇ ਇਕੱਠੇ ਕਰਨ ਵਾਸਤੇ। ਇਹ ਵੀ ਗੱਲ ਕਾਫੀ ਹੋਈ ਸੀ। ਉਹ ਵੀਰ ਜੀ ਠੇਕਾ ਲੈਂਦੇ ਨੇ ਬਾਬੇ, ਪੈਸੇ ਜਿਹੜਾ ਜ਼ਿਆਦਾ ਦਵੇ ਪੋਲੀਟੀਸ਼ੀਅਨਾਂ ਨੂੰ ਉਹਨੂੰ ਸੇਵਾ ਦਿੰਦੇ ਨੇ, ਪਰ ਪਾਕਿਸਤਾਨ ਵਾਲੇ ਦੇ ਬਚੇ ਨੇ ਇਹਨਾਂ ਤੋਂ, RSS ਤੋਂ। ਹਰਿੰਦਰ ਜੀ ਤੁਸੀਂ ਕੁਝ ਕਹਿਣਾ ਚਾਹੁੰਦੇ ਸੀ ਬਿਫੋਰ ਆਈ ਮੂਵ ਫਾਰਵਰਡ? ਹਾਂਜੀ ਵੀਰ ਜੀ, this is actually the fault of the SGPC, 100% SGPC ਦਾ ਫਾਲਟ ਹੈਗਾ ਕਿ ਸਾਰੇ ਗੁਰਦੁਆਰੇ ਉਹਨਾਂ ਨੇ ਸੰਗਮਰਮਰ ਦੇ ਕਰ ਦਿੱਤੇ ਨੇ। ਮੈਂ ਪਟਿਆਲੇ ਤੋਂ ਹੈਗਾ, ਦੁੱਖ ਨਿਵਾਰਨ ਸਾਹਿਬ, ਉੱਥੇ ਹਿਸਟੋਰਿਕ ਬੋਰਡ ਹੈਗਾ ਸੀਗਾ ਜਿੱਥੇ ਕਿ ਜਾ ਕੇ ਅਸੀਂ ਮੱਥਾ ਟੇਕਦੇ ਹੁੰਦੇ ਸੀ। ਉਹ ਸਾਰਾ ਪ੍ਰਕਰਮਾ ਵਗੈਰਾ ਉਹਨਾਂ ਨੇ ਵਧਾਉਣ ਲਈ ਉਹ ਬੋਰਡ ਹੀ ਕੱਟ ਛੱਡਿਆ ਪੂਰਾ ਹੀ। So there is no historic tree there now. So it's such a shame. ਹੁਣ ਤਾਂ ਮੈਂ ਦੁੱਖ ਨਿਵਾਰਨ ਸਾਹਿਬ ਜਾਂਦਾ ਹੀ ਨਹੀਂ ਹੈਗਾ ਇਸੇ ਕਰਕੇ, ਕਿਉਂਕਿ ਸਾਰਾ ਐਡਾ ਵੱਡਾ ਕਰ ਦਿੱਤਾ ਸੰਗਮਰਮਰ ਲਗਾ ਕੇ, and it is everywhere. ਉੱਥੇ ਜਿਹੜੇ ਗੁਰੂ ਸਾਹਿਬ ਦੇ ਸ਼ਹੀਦ ਹੋਏ ਨੇ ਸਾਡੇ ਛੋਟੇ ਛੋਟੇ ਬੱਚੇ, ਉੱਥੇ ਹੈਗੀ ਸੀਗੀ ਇੱਕ ਛੋਟੀ ਜਿਹੀ ਇੱਟ ਦੇ ਬਣਿਆ ਹੋਇਆ ਸੀ ਸਾਰਾ, ਉਹਨਾਂ ਨੇ ਉਹ ਉੱਥੋਂ ਚੁੱਕ ਕੇ ਦਿੱਤੇ ਉਸ ਜਗ੍ਹਾ ਤੋਂ ਤੇ ਸੰਗਮਰਮਰ ਲਗਾਤਾ ਉਸ ਦੇ ਅੱਗੇ ਪਿੱਛੇ ਛੋਟਾ ਜਿਹਾ ਪੋਰਸ਼ਨ ਰੱਖਿਆ ਹੈਗਾ ਸਿਰਫ। ਤੇ ਮੇਰੇ ਮਦਰ ਉੱਥੇ ਗਏ ਐਂਡ ਸ਼ੀ ਸੌ ਦੈਟ, ਇੰਨਾ ਫੁੱਟ ਕੇ ਵਿਚਾਰੇ ਰੋਏ ਨੇ ਕਿ ਕੀ ਕਰਦੇ ਹੈਗੇ ਨੇ ਸਾਡੇ, ਉਸ ਜ਼ਮਾਨੇ ਤੋਂ ਹੀ ਚੱਲਦਾ ਆ ਰਿਹਾ ਹੁਣ ਤੱਕ। And maybe Dolly G is right. This is absolutely a preconceived. ਵੀਰ ਜੀ ਮੈਂ ਤੁਹਾਨੂੰ ਇੱਕ ਇਨਸੀਡੈਂਟ ਦੱਸਦੀ ਹਾਂ। ਅਸੀਂ 6ਵੀਂ ਪਾਤਸ਼ਾਹੀ ਦੇ ਗਏ ਗੁਰਦੁਆਰਾ ਸਾਹਿਬ ਉੱਥੇ ਸ੍ਰੀਨਗਰ ਉੱਤੇ ਬਿਲਕੁਲ ਬਾਰਡਰ ਦੇ ਕੋਲ, ਤੇ ਉੱਥੇ ਜਾ ਕੇ ਨਾ ਅਸੀਂ ਕਿਹਾ ਜੀ ਸਾਨੂੰ ਦਰਸ਼ਨ ਕਰਾਓ ਕਿ ਉੱਥੇ ਚਰਨ ਸੀਗੇ ਉਹਨਾਂ ਦੇ ਨਾ ਪੈਰਾਂ ਦੇ ਨਿਸ਼ਾਨ, ਤੇ ਉਹ ਕਹਿੰਦੇ ਜੀ ਸਾਡੇ ਕੋਲ ਨਾ ਲਾਈਟ ਨਹੀਂ ਹੈਗੀ। ਤੇ ਅਸੀਂ ਬਾਹਰ ਆ ਗਏ, ਮੈਂ ਪਹਿਲਾਂ ਤੇ ਸੁਣ ਕੇ ਆ ਗਈ ਉਹਨਾਂ ਕੋਲੋਂ ਬਾਹਰ ਕੀ ਨਹੀਂ ਹੈਗੀ ਲਾਈਟ। ਮੈਂ ਕਿਹਾ ਭੈਣ ਜੀ ਬਲਬ ਤੇ ਜਾਗੋ, ਸਿਸਟਰ ਨੂੰ ਬੋਲਿਆ ਭੈਣ ਜੀ ਬਲਬ ਤੇ ਜਗ ਰਹੇ, ਇਹਨਾਂ ਨੇ ਝੂਠ ਕਿਉਂ ਬੋਲ ਰਹੇ ਨੇ ਸਾਨੂੰ ਕਿ ਲਾਈਟ ਨਹੀਂ ਹੈਗੀ, ਸਾਡੇ ਕੋਲ ਇਲੈਕਟ੍ਰਿਸਿਟੀ ਨਹੀਂ ਹੈਗੀ। ਮੈਂ ਵਾਪਸ ਗਈ ਉਹਨਾਂ ਦੇ ਕੋਲ, ਮੈਂ ਕਿਹਾ ਤੁਹਾਡੇ ਕੋਲ ਇਲੈਕਟ੍ਰਿਸਿਟੀ ਤੇ ਹੈਗੀ ਹੈ ਤੇ ਤੁਸੀਂ, ਤੇ ਅੰਦਰੋਂ ਜਾ ਕੇ ਉਹਨਾਂ ਨੇ ਸਾਰਾ ਨਵਾਂ ਗੁਰਦੁਆਰਾ ਬਣਾਤਾ। ਜਿਹੜਾ ਪੁਰਾਣਾ ਗੁਰਦੁਆਰਾ ਸੀ ਜਿੱਥੇ ਉਹਨਾਂ ਦੇ ਚਰਨ ਦੇ ਨਿਸ਼ਾਨ ਸੀਗੇ, ਉਹਨੂੰ ਜਾ ਕੇ ਇੱਕ ਕੋਨੇ ਦੇ ਵਿੱਚ ਜਾ ਕੇ ਜਿਸ ਤਰ੍ਹਾਂ ਬਿਲਕੁਲ, ਤੇ ਉਹਨੇ ਟਾਰਚ ਨਾਲ ਦਿਖਾਤਾ ਔਰ ਉਹਨੂੰ ਪੈਰਾਂ ਨੂੰ ਹਟਾ ਕੇ ਉਹਦੇ ਤੇ ਮਰਮਰ, ਉਹਦੇ ਸੰਗਮਰਮਰ ਦੇ ਨਿਸ਼ਾਨ ਬਣਾ ਕੇ ਪੈਰਾਂ ਦੇ ਉਹਨੂੰ ਲਗਾਤਾ ਉਸ ਪੱਥਰ ਨੂੰ। ਸੋ ਤੁਸੀਂ ਇਹ ਦੇਖੋ ਕਿ ਇਹ ਚੀਜ਼ਾਂ ਨੂੰ, ਔਰ ਪਹਿਲਾਂ ਉਹਨਾਂ ਨੇ ਨਾ ਕੀਤੀ ਕਿ ਨਹੀਂ ਦਰਸ਼ਨ ਕਰਾਣੇ ਤੁਹਾਨੂੰ ਉਸ ਚੀਜ਼ ਦੇ, ਸਾਡੇ ਕੋਲ ਇਲੈਕਟ੍ਰਿਸਿਟੀ ਨਹੀਂ ਹੈਗੀ। ਸੋ ਇਟ ਇਜ਼ ਜਿੰਨੇ ਵੀ ਗੁਰਦੁਆਰਿਆਂ ਦੇ ਹੁਣ ਸੇਮ ਨਾਡਾ ਸਾਹਿਬ ਹੋਇਆ ਹੈ, ਸੇਮ ਪੌਂਟਾ ਸਾਹਿਬ ਹੋਇਆ ਹੈ, ਸੇਮ ਤੁਸੀਂ ਕਿਸੇ ਵੀ ਗੁਰਦੁਆਰੇ ਚਲੇ ਜਾਓ, ਤੁਸੀਂ ਅਨੰਦਪੁਰ ਸਾਹਿਬ ਦੇ ਕਿਸੇ ਵੀ ਗੁਰਦੁਆਰੇ ਚਲੇ ਜਾਓ, ਸਭ ਜਗ੍ਹਾ ਇਹੋ ਕੁਛ ਹਾਲ ਹੋਇਆ। ਬੀਬੀ ਭਾਣੀ ਜੀ ਦਾ ਮੈਂ ਦੇਖਿਆ ਹੋਇਆ ਬਚਪਨ ਚ, ਮੈਂ ਖਾਲਸਾ ਸਕੂਲ ਚ ਪੜ੍ਹੀ ਹਾਂ ਅਸੀਂ। ਵੀ ਹੈਵ ਟਰੈਵਲਡ ਐਂਡ ਸੀਨ ਆਲ ਦ ਹਿਸਟਰੀ ਵਾਟ ਯੂ ਆਰ ਸਪੀਕਿੰਗ। ਦਿੱਲੀ ਤੱਕ ਦੇ ਗੁਰਦੁਆਰੇ, ਅੰਮ੍ਰਿਤਸਰ ਦੇ ਕੋਈ ਹਿਸਟਰੀ ਨਹੀਂ ਹੈਗੀ ਹੁਣ ਵੀਰ ਜੀ, ਤੁਸੀਂ ਕਿਤੇ ਵੀ ਚਲੇ ਜਾਓ। ਉਹਨਾਂ ਨੇ ਚੁੱਲ੍ਹਾ ਢਾ ਕੇ ਉੱਥੇ ਮਰਬਰ ਦਾ ਚੁੱਲ੍ਹਾ ਬਣਾ ਕੇ ਲਗਾਤਾ, ਜਿੱਥੇ ਦਰਖਤ ਸੀਗੇ ਪੁਰਾਣੇ, ਜਿੱਥੇ ਗੁਰੂ ਜੀ ਨੇ ਘੋੜਾ ਬਣਿਆ ਸੀ ਉਹ ਦਰਖਤ ਕੱਟ ਦਿੱਤੇ, ਸਾਰਾ ਕੁਛ। ਤੁਸੀਂ ਅਸੀਂ ਉੱਥੇ ਗਏ ਮਨੀਕਰਨ ਵਾਲੇ ਪਾਸੇ, ਜਿੱਥੇ ਵੀ ਤੁਸੀਂ ਜਾਓ ਸਭ ਜਗ੍ਹਾ ਉਹਨਾਂ ਨੇ ਸਾਰੀ ਹਿਸਟਰੀ ਡਿਸਟਰੋਏ ਕੀਤੀ ਹੋਈ ਹੈ। Sorry to hear that. ਵੀਰ ਜੀ ਮੈਂ ਇੱਕ ਹੋਰ ਗੱਲ ਐਡ ਕਰ ਦਿਆ। ਹਾਂਜੀ, ਪਿਪਲੀ ਸਾਹਿਬ ਗੁਰਦੁਆਰਾ ਜਿੱਥੇ ਗੁਰੂ ਹਰਗੋਬਿੰਦ ਜੀ ਨੇ ਪਹਿਲੀ ਜੰਗ ਲੜੀ, ਉੱਥੇ ਪਿਪਲੀ ਸੀ ਤੇ ਉਹ ਪਿਪਲੀ ਉੱਥੋਂ ਚੁਕਾਤੀ, ਸਾਰਾ ਸੰਗਮਰਮਰ ਲਾ ਦਿੱਤਾ। ਤੇ ਬੜੀ ਮੈਨੂੰ ਨਿਰਾਸ਼ਾ ਹੋਈ, ਮੈਂ ਮੈਨੇਜਰ ਦੇ ਗਲ ਪਿਆ ਜਾ ਕੇ, ਉਹ ਕਹਿੰਦਾ ਜੀ ਸਾਨੂੰ ਉੱਪਰੋਂ ਹੁਕਮ ਹੈ। ਉਹ ਠੇਕੇ ਵਿੱਚੋਂ ਪੈਸੇ ਖਾਈ ਜਾਂਦੇ ਨੇ ਸੰਗਮਰਮਰ ਤੇ, ਸਾਰੇ ਗੁਰਦੁਆਰਿਆਂ ਦੀ ਪੁਰਾਣੀ ਨਿਸ਼ਾਨੀ ਖਤਮ ਕਰੀ ਜਾ ਰਹੇ। ਪਿਪਲੀ ਸਾਹਿਬ ਗੁਰਦੁਆਰਾ ਬੜਾ ਇਤਿਹਾਸਕ ਗੁਰਦੁਆਰਾ ਸੀ, ਜਦੋਂ ਪਹਿਲੇ ਜਾਈਦਾ ਸੀ ਮਨ ਨੂੰ ਸ਼ਾਂਤੀ ਮਿਲਦੀ, ਹੁਣ ਨਹੀਂ। I'm very sorry to hear all this stuff, and I think I don't know. Anyway, I'm going to continue with my talk. Just one एक चीज मैं और पूछना चाहता सी जी। I know there is an organization in the UK ਜਿਹੜੀ ਕਿ restoration ਦੇ ਵਿੱਚ ਲੱਗੀ ਹੋਈ ਹੈ, and especially with frescoes and paintings ਜਿਹੜੀਆਂ ਨੇ ਖਾਸ ਕਰ। I'm not sure ਕਿ US ਜਾਂ ਕੈਨੇਡਾ ਦੇ ਵਿੱਚ ਕੋਈ ਵੀ organization ਇਸ ਵੇਲੇ ਇਸ ਚੀਜ਼ ਉੱਤੇ ਤਵੱਜੋ ਦੇ ਰਹੀ ਹੈ। So protecting books and manuscripts ਜਿੰਨੇ ਕਿ important ਹੈਗੇ ਨੇ, ਉਨਾ ਹੀ and maybe even similarly
I think there needs to be a cooperation between that organization in the UK and maybe ਇੱਥੇ ਕੁਝ ਜਿਹੜਾ ਕਿ we could at least ਜੋ ਹੁਣ ਹੈਗਾ whatever is there at least ਉੱਥੋਂ ਅੱਗੇ ਨਾ ਕੀਤਾ ਜਾਏ, but the problem is the control of these places is not within our bounds. So the only thing we have is money, whatever little money, right? Until unless somebody has political pressure. ਵੀਰ ਜੀ ਸਾਡੀਆਂ ਅੱਖਾਂ ਦੇ ਸਾਹਮਣੇ ਹਰਮੰਦਰ ਸਾਹਿਬ ਦੇ ਮਾਰਬਲ ਦੇ ਵਿੱਚ they have put on new artifacts and new things, new paintings. I mean this is happening right at the heart of our art. ਤੁਸੀਂ ਕਹਿ ਰਹੇ ਹੋ ਕਿ ਕਿਤੇ ਹੋਰ ਨਹੀਂ ਹੋ ਰਿਹਾ, ਸਾਡੀਆਂ ਅੱਖਾਂ ਦੇ ਸਾਹਮਣੇ ਹਰਮੰਦਰ ਸਾਹਿਬ ਵਿੱਚ ਹੋ ਰਿਹਾ। I mean ਹੋਰ ਦੂਰ ਕੀ ਜਾਣਾ, let's just not go any further than that. You know ਉੱਥੇ ਸਾਡਾ ਸਾਰਾ ਆਰਟ ਵਰਕ ਚੇਂਜ ਹੋ ਰਿਹਾ। ਸੋ ਉਸ ਤੋਂ ਜ਼ਿਆਦਾ ਤੁਸੀਂ ਕੀ ਸੋਚੋਗੇ conspiracy theory, you know? Yeah, no, you're right. In fact, Simrit Didi put up pictures also on the WhatsApp group. I took thodi der pehle to prove her point, you know. Okay, I'm going to continue talking about it because I want to reach a conclusion today. So anyway, ਉਹ ਖੂਹ ਜਿਹੜੇ ਜਿਨ੍ਹਾਂ ਨੇ ਖੂਹ ਦੇ ਦਰਸ਼ਨ ਨਹੀਂ ਕੀਤੇ, ਹੁਣ ਉਹ ਖੂਹ ਬਦਲ ਗਿਆ ਹੈ। ਬਚਪਨ ਚ ਦੂਸਰਾ ਸੀ, ਹੁਣ ਡਿਫਰੈਂਟ ਹੈ, ਪਰ ਜਿਸ ਤਰ੍ਹਾਂ ਵੀ ਹੈ ਤਾਂ ਵੀ ਖੂਹ ਹੀ ਹੈ ਹਾਲੇ ਵੀ, you know, the well is still there. The water is hopefully they haven't changed all that stuff, you know. ਇੱਕ ਵਾਰੀ ਖੂਹ ਦੇ ਦਰਸ਼ਨ ਕਰਿਓ। ਤੇ ਇੱਕ ਹੋਰ ਚੀਜ਼ ਬਦਲ ਗਈ ਹੈ। ਬਚਪਨ ਚ ਮੈਂ ਦੇਖਿਆ ਹੁਣ ਉਹ ਪੇੜ ਵੀ ਕੱਟ ਦਿੱਤਾ ਹੈ, ਜਿੱਥੇ ਜਿਸ ਪੇੜ ਦੇ ਥੱਲੇ ਬੈਠੇ ਹਨ ਜੱਦੀ ਸਾਹਿਬ ਦਾ ਪਾਠ ਤੇ ਕੀਤਾ ਨੇ, ਉਹਨੂੰ ਉਸ ਪੇੜ ਦੀ ਛੋਟੀ ਜੀ ਇੱਕ ਸ਼ੀਸ਼ੇ ਦੇ ਥੱਲੇ ਉਹ ਪੇੜ ਦੇ ਥੋੜਾ ਜਿਹਾ ਹਿੱਸਾ ਤੁਹਾਨੂੰ ਮੈਂ ਬਚਪਨ ਚ ਦੇਖਿਆ ਹੋਇਆ ਟਰੀ ਉਹ ਵਾਲਾ, you know, ਮੈਂ ਬਚਪਨ ਚ ਉਹ ਟਰੀ ਦੇਖਿਆ ਹੋਇਆ। The tree used to be there when they rebuilt when they did the extension of the Gurdwara, they cut down the tree, or they cut it down most of the tree. The tree is also gone now. But series of events 4 ਨਵੰਬਰ 5 ਨਵੰਬਰ ਨੂੰ ਦਿੱਲੀ ਪਹੁੰਚਦੇ ਹਨ। ਬੜੇ ਡਰਾਵੇ ਦਿੱਤੇ ਜਾਂਦੇ ਹਨ ਕੋਤਵਾਲੀ ਵਿੱਚ ਉਹਨਾਂ ਨੂੰ ਕਿ ਤੁਸੀਂ ਕੀ ਮਿਲੇਗਾ ਤੁਹਾਨੂੰ, ਦੀਨ ਕਬੂਲ ਕਰ ਲਵੋ। ਕਈਆਂ ਨੇ ਇਹ ਵੀ ਲਿਖਿਆ ਹਿਸਟੋਰੀਅਨ ਨੇ, ਕਈ ਸਿੱਖ ਕ੍ਰੋਨਿਕਲ ਜਿਹੀ ਆਏ ਜਾਂ ਕਰਮਾਤ ਦਿਖਾ ਦਿਓ ਤੇ ਜਾਂ ਫਿਰ ਮਰਨ ਨੂੰ ਤਿਆਰ ਹੋ ਜਾਓ। ਤੇ ਡਰਾਇਆ ਗਿਆ ਇਸ ਵਾਸਤੇ ਕਿਉਂਕਿ ਪਹਿਲੇ ਜਿਹੜੇ ਭਾਈ ਮਤੀ ਦਾਸ, ਭਾਈ ਦਿਆਲਾ ਤੇ ਸਤੀ ਦਾਸ ਉਹਨਾਂ ਦੇ ਸਾਹਮਣੇ ਉਹਨਾਂ ਦਾ ਕਤਲ ਕੀਤਾ ਗਿਆ, ਉਹਨਾਂ ਦਾ, you know, ਉਹਨਾਂ ਨੂੰ ਆਰੇ ਨਾਲ ਚਰਾਇਆ ਗਿਆ। ਭਾਈ ਦਿਆਲਾ ਜੀ ਨੂੰ, you know, they boiled him ਦੇਗ ਵਿੱਚ, you know, ਭਾਈ ਸਤੀ ਦਾਸ ਨੂੰ ਉਹਨਾਂ ਨੇ, you know, burn ਕੀਤਾ ਉਹਨਾਂ ਨੇ। ਤਸੀਹੇ ਦਿੱਤੇ। I don't want to go into the details, ਮਨ ਹੋਰ ਵਿਫਲ ਹੋ ਜਾਂਦਾ ਹੈ ਪੜ੍ਹ ਕੇ ਹੋਰ, you know। ਤੇ ਇਹ ਡਰਾਵੇ ਦਿੱਤੇ, ਬੜੇ ਡਰਾਵੇ ਦਿੱਤੇ, ਪਰ ਮਹਾਰਾਜ ਡਰਨ ਵਾਲੇ ਜਿਹੜੇ ਆਪਣੇ ਨਵੇਂ ਮਹੱਲੇ ਦੇ ਸ਼ਲੋਕਾਂ ਵਿੱਚ ਲਿਖਦੇ ਹਨ, ਡਰ ਨਾਂ ਦੀ ਕੋਈ ਚੀਜ਼ ਨਹੀਂ ਉਹਨਾਂ ਦੇ ਅੰਦਰ, you know, ਨਾ ਕਿਸੇ ਨੂੰ ਡਰ ਦੇਣਾ ਤੇ ਨਾ ਕਿਸੇ ਕੋ ਡਰ ਲੈਣਾ ਕਿਸੇ ਕੋਲੋਂ, you know। ਉਹ ਜੇ ਪ੍ਰਮਾਤਮਾ ਰੂਪ ਵਰਗੇ ਬੰਦਿਆਂ ਨੂੰ ਡਰ ਕਿਸ ਵਾਸਤੇ ਸੀ? ਨਾਲੇ ਆਪ ਚੱਲ ਕੇ ਆਏ ਸਨ ਦਿੱਲੀ ਤੋਂ, I mean ਅਨੰਦਪੁਰ ਸਾਹਿਬ ਤੋਂ। ਕੌਣ ਸੀ? ਜੇ ਡਰ ਜਾਂਦੇ ਤੇ ਪਹਿਲੇ ਤੇ ਮਦਦ ਹੀ ਨਾ ਕਰਦੇ ਉਹਨਾਂ ਦੀ। ਜੇ ਮਦਦ ਕੀਤੀ ਹੈ ਤੇ ਫਿਰ ਡਰਨ ਦੀ ਗੱਲ ਕਿਹੜੀ ਸੀ ਉਹਨਾਂ ਨੇ? ਤੇ ਇੱਥੇ ਫਿਰ ਗੱਲ ਨੂੰ ਮੈਂ ਬਹੁਤ ਜ਼ਿਆਦਾ ਲਟਕਾਉਣਾ ਨਹੀਂ ਚਾਹੁੰਦਾ। 11 ਤੱਕ 3 ਚੁਆਇਸਾਂ ਦਿੱਤੀਆਂ ਗਈਆਂ, ਨਹੀਂ ਮੰਨੀ ਉਹਨਾਂ ਨੇ। ਦਿੱਲੀ ਵਿੱਚ ਉਸ ਵੇਲੇ ਸਿੱਖਾਂ ਦੀ ਪਾਪੂਲੇਸ਼ਨ ਬੜੀ ਘੱਟ ਸੀ ਤੇ ਦਿੱਲੀ ਵਿੱਚ ਜਿਹੜੇ ਘਰ ਸਿੱਖਾਂ ਦੇ ਸਨ, ਇਹਦੇ ਉੱਤੇ ਵੀ ਮੈਨੂੰ ਬੜਾ ਵੱਡਾ ਅਫਸੋਸ ਹੈ। ਐਕਚੁਅਲੀ ਫਾਊਂਡ ਵੈਰੀ ਲੋਟ ਆਫ ਪੀਪਲ ਹੈਵ ਸੈਡ, ਪਰ ਇਹ ਅੱਜ ਕੱਲ ਦੇ ਨਹੀਂ, ਅੱਜ ਤੋਂ ਗੁਰਦੁਆਰੇ ਬੜੇ ਨਹੀਂ। Ajmeri Gate ਦੇ ਕੋਲ, I'm not from Delhi, but people who are listening here, must be a lot of people know the Delhi geography much better than I do. Ajmeri Gate ਦੇ ਕੋਲ ਇੱਕ ਕਾਲੋਨੀ ਸੀ, ਹੁਣ ਵੀ ਹੈ ਪਤਾ ਨਹੀਂ, ਦਿਲਵਾਲੀ ਕਾਲੋਨੀ, ਉਹਦਾ ਨਾਂ ਚੇਂਜ ਹੋ ਗਿਆ, ਹੁਣ ਨਵੀਆਂ ਨਾਂ ਆ ਜਾਂਦੇ ਨੇ। ਉੱਥੇ ਸਿੱਖਾਂ ਦੀ ਥੋੜੀ ਬਹੁਤ ਆਬਾਦੀ ਸੀ ਤੇ ਉੱਥੇ ਭਾਈ ਜੈਤਾ ਅਨੰਦਪੁਰ ਸਾਹਿਬ ਤੋਂ ਮਹਾਰਾਜ ਜਦੋਂ ਦਿੱਲੀ ਪਹੁੰਚੇ ਹਨ ਤੇ ਭਾਈ ਜੈਤਾ ਵੀ ਦਿੱਲੀ ਪਹੁੰਚਿਆ ਹੈ ਤੇ ਉੱਥੇ ਰਿਹਾ ਹੈ ਉਸ ਕਾਲੋਨੀ ਵਿੱਚ 3-4 ਦਿਨ ਵਾਸਤੇ, ਜਿਹੜੇ ਭਾਈ ਸਾਹਿਬ ਜਿਹੜੇ ਸੀਸ ਲੈ ਕੇ ਜਾਂਦੇ ਹਨ ਜਿਹੜਾ। ਤੇ 11 ਦਸੰਬਰ ਨੂੰ ਹੋਇਆ ਤੇ ਤੁਸੀਂ ਸੋਚ ਲਓ ਕਿ 11th ਨੂੰ ਸਵੇਰੇ ਜਿਹੜਾ ਵਾ ਇਹ ਸ਼ਹੀਦੀ ਦਾ ਦਿਵਸ ਜਿਹੜਾ 11th ਨੂੰ ਸਵੇਰੇ, ਉਸ ਵੇਲੇ ਥਰਸਡੇ ਸੀ ਤੇ ਸੂਰਜ ਪ੍ਰਕਾਸ਼ ਦੀ ਬੜੀ ਲੰਬੀ ਆਈ ਹੈ ਕਥਾ ਬੜੀ। ਲੇਕਿਨ ਮੈਂ ਤੁਹਾਨੂੰ ਸਿਰਫ I just want to read you from ਸੂਰਜ ਪ੍ਰਕਾਸ਼ ਤੋਂ ਉਸ ਦਿਨ ਦੀ ਸਿਰਫ
थोड़ी जिया मैं लाइना पढ़ के तुहानू सुनावांगा, पढ़िया नहीं जांदियां, बहुत इमोशनली लिखियां हुई हैं, बट उस दिन जदों सवेरे उठे हैं ते अपनी नितनेम कीता उन्होंने, ते नितनेम करके ते उतो बाद भी शहीदी का जड़ा आया है, किस तरह प्रसंग जड़ा आया है। I'm going to read those 7 or 8 lines from Surya Prakash to let me start reading. पुन कारागृह को बड़ तोर, सो निकसे सोढ़ी सिरमोर। पुन कारागृह को बड़ को तोर, कारागृह जेल नू कहंदे हन, कोतवाली नू कहंदे हन, ते वड्डे बड़ तोर वड्डे दरवाजे विचों महाराज नू कढ़िया गया बाहर, जिहदे अंदर बंद सन कोतवाली दा वड्डा दरवाजा खोलिया गया। पुन मने फिर, पहले बड़ी लंबी कथा है उस तो, maybe one day we can read the whole thing, फिर कोतवाली दे वड्डे दरवाजे तो आके ते सो निकसे सोढ़ी सिर मोर, निकसे मने निकल जाना, सिर मोर मने वड्डे, सोढ़ी सिर मोर वड्डे सोढ़ी, भाव गुरु तेग बहादुर महाराज उस वड्डे कोतवाली दे दरवाजे चों बाहर निकले हैं। लोग हजारे सुन आए, ते ढिंडोरा पिटिया गया एक दिन पहले कि सिखां दे वड्डे गुरु तेग बहादुर महाराज नूं कल इत्थे चांदनी चौक विच कतल किया जाएगा। तमाशा बनाते ना सारे, हुण भी तमाशा, हुण भी सऊदी अरेबिया विच जिथे जदों किसी नूं मारना हुंदा या कोई इहो जी जे उन्हां दे अजीजां ते थल्ले से करना हुंदा ते दे मेक इट अ पब्लिक अनाउंसमेंट, सो पीपल कम एंड विटनेस द स्टोनिंग, पीपल कम एंड विटनेस दोज मर्डर्स। इस्लाम विच अलाउड है, इस्लाम विच इनकरेजमेंट है इस गल दी। ते पिछोकड़ ये सीधा कि लोग देखणगे भी चोर या कोई मार रहा किसी ते कि डर बह जाता कि असीं ना करिए काम बुरे, पर इत्थे देखो उस लॉ का किस तरह गलत फायदा मुगल गवर्नमेंट ने उठाया। पुन कारागृह के बड़ तोर, सो निकसे सोढ़ी सिरमोर, वड्डे सोढ़ी भाव गुरु महाराज उथों निकले। लोग हजारों सुन आए, हजारां दी तादाद विच भीड़ कट्टी सी उस दिन, हजारां दी तादाद विच लोग कट्टे सन। दूर दूर सब बरज हटाए, ते इतनी भीड़ इकट्ठी हो गई कि जेड़े क्राउड कंट्रोल वाले सिपाही सन, दूर दूर सब बरज हटाए, जबरदस्ती हटाना पिया भीड़ नूं दूर करने वास्ते, भीड़ इतनी इकट्ठी हो गई उस दिन। हिंदू बृंद तुर्क समुदाय, ते हिंदू ते तुर्क दोनों इकट्ठे आए देखने वास्ते, बड़े हिंदू भी सी, सिखां दी पॉपुलेशन बहुत घट सी। हिंदू बृंद तुर्क समुदाय, खरे बाजार बिखे बिस्माए, ते वड्डे बाजार चांदनी चौक दा हुण भी बाजार है वड्डा, हुण भी बड़ी वड्डी तजारत दी जगह है, ट्रेडिंग बड़ी हुंदी है उत्थे। खरे बाजार बिखे बिस्माए, बिस्मा मने कि हैरान वर्गी जगह ते उत्थे आके भी केड़ा कोतक वरतेगा अज केड़े संत दी तलवार चलनी है। ते अगे लिखण आए हैं, निकट कूप लग तिस थल गए। निकट कूप मने खूह, वेल नेड़े खूह सी, जेड़ा खूह जिस खूह दे बारे हुणे गल कीती है सी। निकट कूप लग तिस थल गए, उस निकट जेड़े खूह सी नेड़े उस खूह दे कोल गए। जल निकासियों मज्जन किए, मज्जन स्नान नूं कहंदे हन, ते उत्थों उस खूह दे जल विचों स्नान कीता उन्होंने उत्थे खूह दे थले उत्थे। सो जगह बड़ी पवित्र है, जो जाओ नेक्स्ट टाइम खड़े हो जो खूह दे कोल ते उस गल नूं महसूस करियो। महाराज ने उत्थे सवेरे स्नान कीता है, शहीदी तो पहले उन्होंने उत्थे उस खूह दे पानी नाल स्नान कीता है, तो उत्थे खड़े होए स्नान करने वास्ते। निकट कूप लग तिस बल गए, जल निकसायो मज्जन किए, ते स्नान करन तो बाद फिर जपजी पाठ करन पुन लागे। जपजी साहब दा पाठ उन्होंने शुरू कर दिता, जपजी साहब के उच्चारण। हुण भी ये मर्यादा हुण तक है कि प्राणी दे जाण तो बाद जो असी फ्यूनरल होम या किधरे मिलते हैं, जपजी साहब के पाठ की हुण तक मर्यादा चली आई है कि जाण तो पहले जपजी साहब के पाठ किया जाता है, सोहले का पाठ किया जाता है। उस लिए महाराज ने जपजी साहब का पाठ अपने वास्ते किया। जपजी पाठ करन पुन लागे, पुन मने दोबारा जपजी का पाठ करन शुरू हो गए। बैठे होते वृक्ष तिस आगे, ते एक पुराना वृक्ष सी, उस वृक्ष के थले बैठ के जपजी साहब का पाठ आरंभ कर दिता। कहो जबे हम शीस निवाए, तब देखो तुम तेग चलाए। ते जलाद नूं कह भी दिता नाल कि जब तक मैं जपजी साहब का पाठ खत्म ना कर लवां तब तक मैनू ना मारियो।
ਨਾ ਮੇਰੇ ਤੇ ਤਲਵਾਰ ਦਾ ਵਾਰ ਕੀਤਾ। ਜਦੋਂ ਮੇਰਾ ਜਪਜੀ ਸਾਹਿਬ ਦਾ ਪਾਠ ਖਤਮ ਹੋ ਜਾਏ, ਜਦੋਂ ਮੈਂ ਆਪਣਾ ਸੀਸ ਥੱਲੇ ਨਿਵਾ ਦਿਆਂ, ਜਦੋਂ ਮੱਥਾ ਟੇਕ ਦਿਆਂ, ਤਾਂ ਤੁਸੀਂ ਆਪਣੀ ਤਲਵਾਰ ਚਲਾਣਾ ਅੱਗੇ, ਉਸ ਤੋਂ ਪਹਿਲੇ ਤਲਵਾਰ ਨਾ ਚਲਾਣਾ। ਕਹੋ ਜਬੇ ਹਮ ਸੀਸ ਨਿਵਾਏ ਤਬ ਦੇਖੋ ਤੁਮ तेग चलाए, इम कह सतगुर तरवर तरे। तरवर माने तरवर ब्रज ਦਾ वर्ड है, means a tree, you know। इम कह सतगुर तरवर तरे, सूर्य प्रकाश लिखा होया है। इस तरह कह के सतगुरु ने दरख्त के कोल बैठ अडोल पाप जप करे। अडोल बैठ के उस अडोल अवस्था विच जाके, उस अडोल अवस्था विच जाके उन्होंने जपजी साहब दा पाठ शुरू कर दिता। मघ पंचमी सुध पछानो, सुर गुरुवार तबह पहचानो। डेट लिखी है उन्होंने सूर्य प्रकाश विच कि मघ पंचमी दे सुध पहचानो, सुर गुरुवार थर्सडे दा दिन सी, थर्सडे दे दिन होया, तबह पहचानो। ये डेट लिखी है किहड़े पंचमी दे, मगर दे पंचमी दे सुधी दी डेट नूं वीरवार दे दिन ये साका वरत्या है। संबत 1732, 1732 संबत दा दिन सी। भाणा वरत्यो जगदीसा, हे मेरे दाता, हे मेरे कृपा, हे मेरे परमात्मा, ये तुहाडे हुक्म दे विच भाणा वरत्या है। तुसी कराया हिंदू धर्म दी रखिया वास्ते भेजिया है, तुसी तुहाडे कहण ते भाणा वरत्या है, तुहाडे हुक्म विच भाणा वरत्या है। कवि संतोख सिंह जी लिखते हैं, संबत 1732 भाणा वरतायो जगदीसा, है जगदीश तुहाडे कहने ते भाणा वरत्या है। सीस दियो पर सिर न दीना। उस जलाद दे झटके दे नाल सीस ते अलग हो गया, पर आपने उन्होंने प्रिंसिपल दे उत्ते कॉम्प्रोमाइज नहीं कीता। उन्होंने अपना सिर नहीं दिता, उन्होंने अपने प्रिंसिपल ना कदी कॉम्प्रोमाइज नहीं कीता। सीस दियो पर सिर न दीना, धर्म सो राखिया सब पर बीना। ते अपने धर्म दी ते दूसरियां दे धर्म दी रखिया करन वास्ते अज अपना सीस गुरु तेग बहादुर महाराज ने दिल्ली चांदनी चौक दे विच सारियां दे सामने ओ ए साका वरतिया उत्थे। ते ए गल जिहड़ी पहले मैं सुनाई है, जिहड़ी गल जिहड़ी विचित्र नाटक तो उसी दे विचित्र नाटक दी लाइनां तो ही कॉपी कीता उन्होंने। सीस दियो पर सिर न दीना, धर्म सो राखियो सब पर बीना। ते डरियो दोपहरे जब एक घड़ी, जब जी पाठ सो पुर करी। थोड़ी देर बाद सूरज चढ़न तो बाद, एक पहर तो बाद, आधी पहर तो बाद जपजी दा पाठ जो खत्म हो गया, डरियो दोपहरो जब एक घड़ी, जब जी पाठ सो पूरी करी। जो जपजी साहब दा पाठ पिया, जो श्लोक पढ़िया, जो उन्होंने पवन गुरु पानी पिता दा भोग पाए जब सीस निभायो। जो जपजी साहब दा भोग पिया, जो जपजी साहब के पाठ का भोग जो पा दिता उन्होंने, पुनः ऊपर को जबे उठायो, फिर उन्होंने सीस अपना थले पर कर दिता। अगली कथा मेरे को आप नहीं पढ़ी जाती, यू नो। सो उथे फिर जलाद ने वार किया है, उथे सीस धारना अलग होया है। कई हिस्टोरियन लिखते हैं, सूर्य प्रकाश लिखा होया कि तलवार दे छूण तो पहले ही धड़ तो शरीर अलग हो गया। होया कि नहीं होया, वी डोंट नो। सूर्य प्रकाश के रचिता यही कहते हैं अगे। ते कहते हैं जदों एक कांड वरतिया, जस्ट इमेजिन what people would have gone through, जेडे विटनेसेस सन जेडे उस वेले। ते उन्हां विचों एक विटनेस ओ भी सी जिस विटनेस दी लड़की ने बाबा भगेल सिंह नूं जगह भी दसी भी इस जगह ते कांड वरतिया है। ये गल 100 साल बाद हुई 1780s विच, 85 विच किधरे जाके, जो बाबा बघेल सिंह होरी 80s की 90s विच जो बाबा बघेल सिंह होरी दिल्ली गए, ते जो उस ते ओ जेड़ी औरत जिसने ये विटनेस कीता है, सारा ये विटनेस जिन्हें कीता है, ओ जेड़े अजकल नहीं होंदे लेकिन पहले होंदे सन। पानी की कहंदे न उर्दू च एक वर्ड है एम तो, आई फॉरगॉट द नेम, माशकी कहंदे सन समथिंग, जेड़े जो पीपल यूज टू गिव वाटर, यू नो, दे उना दे मछाल। हां जी, मछाल, या ओ सी। ते ओ उस दी धी सी जिसने देखिया और उन्हें याद रहा, तो उन्हें कहा कि नहीं, इत्थे सिखां दे वड्डे पीर, हिंदुआं दे वड्डे पीर दा इत्थे कत्ल होया है, जिसने बाबा बघेल सिंह नूं इह जगह दसी जो भी किथे साका वरतिया है सारा। ते कहंदे हन उस तो बाद एक
बहुत वड्डी हनेरी आई उस तो बाद, जो इतिहास लिखा मिलता है जो, और अंधेरी इतनी वड्डी आई कहते हैं कि जिसा दोपहर विच रात हो गई जदों, मैंने कि इतनी हनेरी चली उत्ते। नेचर भी रिएक्ट करती है ना किसी चीज में, नेचर दी भी रिएक्शन है अपनी। सो रिएक्ट किंज करता है कोई, किंज बंदा वो अलग है, पर यह साखा बड़ा डिफरेंट है ना। दूसरे दे धर्म वास्ते अपना सीस दे दिता उन्होंने, सी तक नहीं उचारी, किसी गल ते कंप्राइज नहीं किया। जंजू आप कदी पहनिया नहीं, कदी है जी, तिलक आप कदी लगाया नहीं, जंजू आप कदी पहनिया नहीं, पर दूसरे दे जंजू ना पहनते इतराज ते अपना सिर दे देना, दुनिया दे किस इतिहास लिखा होया? दुनिया दे किहड़े इतिहास दे पन्नियां विच स्टोरी तुहानूं मिलेगी? किधरे नहीं मिलेगी तुहानूं स्टोरी। ते कहंदे हन जदों रात पै गई, रिमेंबर सर्दियां च रात भी जल्दी पै जांदी है, हनेरी चलदी, रात पै गई, ठंड सी बड़ी। उत्थे जदों ये सीन भाई उदा जी ने आप देखिया सीन है, ते भाई उदा जी ने जदों सीन देखिया ते भाई जैतो नूं जाके दसिया, जैतो उसी वाले दिल्ली पहुंचे सन, ते उसी रात 11 नवंबर दी रात नूं भाई आग्या 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 ना आए हैं, भाई आग्या जी ये उन्हां दे घर जिहड़ी अजमेरी गेट दे कोल दिल्ली वाली मुहल्ले विच ये मीटिंग हुई, ते ये फैसला लिता गया शामी कि लखी शाह वणजारे दे एट विच आके असी उन्हां को मदद लैके ते धड़ जिहड़ा पिया होया उन्हां दा, क्योंकि मुगल गवर्नमेंट ने यह भी एक दावा किया कि जिस सिख दा हुक जिदी मर्जी है, जिदे च हिम्मत है ते गुरु दा धड़ ते सिर चुक लवे आके, जिदे च हिम्मत है कर ओ चुके आके सिर। कोई सामने ना आवे, कौन आए डर दे मारे, कोई आए ना। वैसे भी सिखां दी पॉपुलेशन बहुत घट सी। भाई उदा जी ने जाके लखी शाह वणजारे नूं ये किया, उसी वले वो दिल्ली पहुंचे सन ते गल सुनाई, दर्दनाक उन्हां नूं मन च बड़ी लगी ये गल। तो उन्होंने कहा फराह ना करो, असी किसी भी तरीके नाल धड़ ते सीस जिहड़ा वे असी चुक लवांगे, चाड़ी साड़ियां जाना चलियां जान, कोई गल नहीं, असी परवाह नहीं करते। इतिहास लिखा मिलता है, प्राचीन पंथ प्रकाश लिखा मिलता है, बाकी जगह सूर्य प्रकाश लिखा मिलता है कि 100 गड्ढे 100 कार्ट्स, बुलक कार्ट्स दैट इज, लखी शाह वणजारे ने अपने जिहड़े हैं खाली गड्ढे जिहड़े तोड़ दिते चांदनी चौक की तरफ। रात अंधेरी सी, हनेरी भी बाहर चलती पई सी, तूफान सी, ठंड सी, ते उस ठंड दे मारे जिहड़े मुगल जिहड़े कोतवाल सन वो अंदर बैठे हुए सन, बाहर नहीं सी कोई। ते धड़ जिहड़ा है उन्हां दा, जिहड़ी बॉडी जिहड़ी है उन्हां दा वो चुक के उन्होंने गड्ढे विच रखिया। ते जिहड़ा सीस सी वो भाई जैता जी ने रुमाले विच लैके ते उत्थों पैदल टुर के दो अलग ग्रुप बन गए। फैसला होया कि जे एक ग्रुप भी पकड़िया जाएगा, घट्टो घट एक दा संस्कार ठीक तरह हो सकता है। भाई लखी शाह वणजारे वाला ग्रुप जिहड़ा वे वो चांदनी चौक तो आई डोंट नो, जिहड़े दिल्ली रहंदे उन्होंने ज्यादा पता होना है कितना डिस्टेंस है रकाबगंज दा। मैं जो पढ़िया है, जो 4 को दा डिस्टेंस लिखा हुआ है, about 6-7 miles, I don't know whether it's more or less, it could be, मैनू दिल्ली दी geography I have no idea ki how far it is from Chandni Chowk to Rakabganj, you know. But जो इतिहास लिखा मिलता है 3 to 4 को लिखा हुआ है, which about 7-8 किलोमीटर, शायद इतना ही होवे या इस तो घट होवे, मैनू पता नहीं। पुराना नाम रकाबगंज दा रैसना सी, RAISIANA विलेज दा नाम सी। इतिहास विच ओही नाम मिलता है, पुरातन ग्रंथां विच ओही नाम मिलता है। ते ओ धड़ उन्हां दा चुक के लखी शाह वणजारा अपने गड्ढियां समेत घर पहुंचदा है ते अपने घर विच ले जांदा है। मान सम्मान नाल उस धड़ नूं जमीन ते रख के ते पाठ कीर्तन करदे होए उहदे उत्ते रुमाला साहिब पा के चंदन दी लकड़ां उत्ते जला के ते उहदा संस्कार करदे हन ते घर नूं अपने अग लगा दिंदे हन। ते अपना घर ये ना लगे कि मेरा घर जलिया है, जितने जिहड़े आस-पास दे घर सन उन्हां नूं भी अग लगाई जांदी है ताकि किसी नूं शक ना पवे। अगर मुगल गवर्नमेंट was smarter than what they thought it was, you know. Within 2 hours or 2.5 or 3 hours of this burning, जदों उन्होंने घर जदों
या किसी ने मैंने मैं कि ओवर 6 miles, so ठीक निकले 4 को लिखा उन्होंने, so 3 या 4 को, so that's about right then, about ਇੰਨਾ ਹੀ distance ਹੈ। so ਉੱਥੇ ਉਹਨਾਂ ਦਾ ਧੜ ਦਾ ਸੰਸਕਾਰ ਹੁੰਦਾ ਹੈ ਤੇ ਮੁਗਲ forces reach there within 2-3 hours of this incident, start questioning everybody, but they couldn't find anybody। ਸਾਰਾ ਤੱਕ ਸਭ ਕੁਝ ਜਲ ਚੁੱਕਿਆ ਸੀ, ਸਾਰਾ ਕੁਝ, ਸਾਰਾ ਵਿਲੇਜ ਹੀ ਜਲਾ ਦਿੱਤਾ ਉਹਨਾਂ ਨੇ ਆਪਣਾ। ਤੇ ਜਦੋਂ ਸਾਰਾ ਵਿਲੇਜ ਜਦੋਂ ਜਲ ਪਿਆ ਤੇ ਜਦੋਂ ਫਿਰ ਲੱਖੀ ਸ਼ਾਹ ਵਣਜਾਰਾ ਉਹਨਾਂ ਨੇ, ਮੈਂ ਇਹ ਸਟੋਰੀ ਪਹਿਲੇ ਸੁਣਾ ਰਿਹਾ, ਫਿਰ ਮੈਂ ਸੀਜ਼ ਦੀ ਸਟੋਰੀ ਆਈ ਵਿਲ ਪਿਕ ਅਪ ਦ ਪੀਸਸ ਲੇਟਰ। ਉੱਥੋਂ ਫਿਰ ਉਹਨਾਂ ਨੇ ਜਿਹੜੇ ਫੁੱਲ ਇਕੱਠੇ ਕੀਤੇ, ਐਸ਼ਸ ਉਹਨਾਂ ਦੀਆਂ ਇਕੱਠੀਆਂ ਕੀਤੀਆਂ ਤੇ ਅੱਧੀਆਂ ਐਸ਼ਸ ਜਿਹੜੀਆਂ ਹਨ ਉਹ ਰੱਖੀਆਂ ਤੇ ਅੱਧੀਆਂ ਐਸ਼ਸ ਅਨੰਦਪੁਰ ਸਾਹਿਬ ਲੈ ਕੇ ਗਏ। ਉਹ ਮੈਂ ਬਾਅਦ ਵਿੱਚ ਸੁਣਾਵਾਂਗਾ ਤੁਹਾਨੂੰ ਇਹਦੇ ਬਾਰੇ। ਤੇ ਇਹ ਸੀਸ ਵਾਲੀ ਜਿਹੜੀ ਸਾਖੀ ਜਿਹੜੀ ਹੈ, ਜਿਹੜੀ ਕਾਮਨੈਲਿਟੀ ਹੈ, ਬੜੀ ਆਲਮੋਸਟ ਐਵਰੀ ਪੁਰਾਤਨ ਗ੍ਰੰਥਾਂ ਵਿੱਚ ਸੇਮ ਹੈ। ਉਹ ਸੀਸ ਲੈ ਕੇ ਦਿਲਵਾਲੀ ਜਿਹੜੀ ਭਾਈ ਆਗਿਆ ਜੀ ਦੇ ਘਰ ਮੀਟਿੰਗ ਹੁੰਦੀ ਹੈ, ਉੱਥੇ ਭਾਈ ਜੇਤਾ ਜੀ, ਭਾਈ ਤੁਲਸੀ ਜੀ, ਭਾਈ ਗੁਰਬਖਸ਼ ਜੀ, ਭਾਈ ਜੇਤਾ ਜੀ ਬੈਠਦੇ ਹਨ ਤੇ ਇਹ ਫੈਸਲਾ ਕੀਤਾ ਜਾਂਦਾ ਹੈ ਕਿ ਇਹਨਾਂ ਦਾ ਸੀਸ ਜਿਹੜਾ ਵਾ ਭਾਈ ਜੇਤਾ ਜੀ, ਭਾਈ ਨਾਨੋ ਜੀ ਤੇ ਭਾਈ ਉਦਾ ਜੀ ਇਹ ਸੀਸ ਲੈ ਕੇ ਅਨੰਦਪੁਰ ਸਾਹਿਬ ਜਾਣਗੇ। ਪਤਾ ਲੱਗ ਗਿਆ ਵੀ ਮੁਗਲ ਗਵਰਨਮੈਂਟ ਨੂੰ ਪਤਾ ਲੱਗ ਗਿਆ ਅਗਲੇ ਦਿਨ ਸਵੇਰੇ ਕਿ ਇਹ ਚੁੱਕਿਆ ਗਿਆ ਹੈ। ਖਲਬੜੀ ਮਚ ਗਈ, ਔਰੰਗਜ਼ੇਬ ਤੋਂ ਡਰ ਬੜਾ ਸੀ, ਬੜਾ ਹਰ ਇੱਕ ਪੁਲਿਸ ਆਫੀਸਰ ਨੂੰ ਆਪਣੀ ਜਾਨ ਦਾ ਖਤਰਾ ਸੀ। ਤੇ ਜੀਟੀ ਰੋਡ ਦੇ ਉੱਤੇ, ਗ੍ਰੈਂਡ ਟਰੰਕ ਰੋਡ ਤੇ ਜਿਹੜੀ ਮੇਨ ਰੋਡ ਹੈ ਉਹਦੇ ਉੱਤੇ ਇਤਨੀ ਸਖਤ ਨਾਕਾਬੰਦੀ ਕਰ ਦਿੱਤੀ, ਹਰ ਬੰਦੇ ਨੂੰ ਆਉਣ ਜਾਣ ਦੀ ਇਜਾਜ਼ਤ ਬੰਦ ਕਰ ਦਿੱਤੀ ਗਈ ਹੈ, ਹਰ ਜਗ੍ਹਾ ਜਾਣ ਦੀ ਪਤਾ ਲੱਗੇ ਵੀ ਸਿੱਖ ਕਿੱਥੇ ਰਹਿੰਦੇ ਹਨ। ਬੜਾ ਜੋਖਮ ਵਾਲਾ ਕੰਮ ਸੀ, ਬੜਾ। It was not an easy job. मैं उस दिन कलगीधर चमत्कार गल करते हुए I asked Bhavraj this question कि how long is the drive today if somebody wants to drive from Delhi to Anandpur Sahib? The answer is about 6 to 7 hours. It will take you non-stop driving 5 to 7 hours, something in that distance though. Bhai Jeta ji nu 5 दिन लगे, 5.5 दिन लगे to travel on foot from Delhi to Anandpur. ਤੇ ਕਿਹੜਾ ਰਸਤਾ ਲਿੱਤਾ ਉਹਨਾਂ ਨੇ ਭਾਈ ਜੇਤਾ ਜੀ ਨੇ? The class might get 5 minutes delayed, but I want to end it. I want to tell this story, you know. ਉਹਨਾਂ ਨੇ they knew ਕਿ if they took the GT road ਤਾਂ ਉਹਨਾਂ ਨੇ ਕਦੀ ਜ਼ਿੰਦਗੀ ਨਹੀਂ ਪਹੁੰਚ ਸਕਣਾ ਉਹਨਾਂ ਨੇ। So what they did is they took a zigzag route. They followed the GT road from a distance, like 4-5 ਮੀਲ left ਤੇ ਰਹੋ ਜਾਂ right ਤੇ ਰਹੋ, you know. Left ਤੇ ਰਹੇ generally speaking, ਹਾਂਜੀ। ਤੇ ਉਹ ਫਿਰ ਉਹਨਾਂ ਨੇ ਖੇਤਾਂ ਵਿੱਚੋਂ, ਕਦੇ ਗੰਨੇ ਦੇ ਵੱਡੇ ਖੇਤਾਂ ਵਿੱਚੋਂ, ਕਦੀ ਛੋਟੇ ਖੇਤਾਂ ਵਿੱਚੋਂ, ਭਾਈ ਉਹਦਾ ਜੀ ਅੱਗੇ ਚੱਲਦੇ ਹਨ ਤਾਂ ਕਿ ਪਛਾਣੇ ਨਾ ਜਾਣ ਤਿੰਨ ਇਕੱਠੇ। ਬੜਾ ਸੋਹਣਾ ਲਿਖਿਆ ਲਿਖਣ ਵਾਲੇ ਗੁਰਦਾਸ ਪਾਤਸ਼ਾਹ ਦੀ 10ਵੀਂ ਦੇਖੋ ਤੁਸੀਂ ਪੜ੍ਹ ਕੇ। ਭਾਈ ਉਹਦਾ ਜੀ ਅੱਗੇ ਚੱਲਦੇ ਹਨ ਕੀਰਤਨ ਕਰਦੇ ਹੋਏ, ਭਾਈ ਜੈਤਾ ਵਿੱਚ ਕਹਾਰ ਹਨ, ਸੀਸ ਹੱਥ ਵਿੱਚ ਪਕੜਿਆ ਹੈ, ਰੁਮਾਲੇ ਵਿੱਚ ਲਪੇਟਿਆ ਹੈ, ਤੇ ਭਾਈ ਨਾਨੋ ਜੀ ਪਿੱਛੇ ਚੱਲਦੇ ਹਨ, ਇੱਕ ਦੂਸਰੇ ਤੇ ਨਜ਼ਰ ਰੱਖਦੇ ਹਨ, ਕਦੀ ਰਾਤੀ ਟਰੈਵਲ ਕਰਦੇ ਹਨ, ਕਦੀ ਸਵੇਰੇ ਟਰੈਵਲ ਕਰਦੇ ਹਨ। ਤੇ ਇਹ 12 ਤਰੀਕ ਸਵੇਰੇ they left Delhi on the 12th of the morning। ਤੇ 12 ਤਰੀਕ ਸਵੇਰੇ ਜਦੋਂ ਚੱਲਦੇ ਹਨ, ਜਦੋਂ ਤੇ 5 ਰਾਤਾਂ ਦੀ, ਤੇ ਆਗੇ ਭਾਈ ਆਗਿਆ ਜੀ ਦੇ ਘਰੋਂ ਨਿਕਲਦੇ ਹਨ ਅਰਦਾਸ ਕਰਕੇ। Can you believe that within 7 days of this incident, the Mughal government knew कि ਕਿਹੜੇ ਘਰ ਤੇ meeting ਹੋਈ ਹੈ, ਕਿਹੜੇ ਘਰ ਤੋਂ ਕਿੱਥੋਂ ਨਿਕਲੇ ਹਨ। They arrested ਭਾਈ ਆਗਿਆ ਜੀ and tortured him to death. I mean, if we think that today police can find out what goes on and how, even those days they were good in what they did, you know. Within 7-8 days they knew ਕਿੱਥੇ ਸਭ ਕੁਝ ਹੋਇਆ ਹੈ, ਸਾਰਾ ਕੁਝ ਸਭ ਪਤਾ ਕਰਾ ਲਿੱਤਾ ਉਹਨਾਂ ਨੇ ਉਸ ਵੇਲੇ ਵੀ। ਤੇ ਇਹ ਫਿਰ ਇਹ ਜਰਨੀ ਜਿਹੜੀ ਹੈ ਪਹਿਲੇ ਕਰਕੇ, ਤੇ ਪਹਿਲਾ ਜਿਹੜਾ ਪੜਾਵ ਜਿਹੜਾ ਹੈ, ਮੈਂ ਸਾਰੇ ਲਿਖੇ ਹਨ ਪੜਾਵ, ਅੱਜ ਮੈਂ ਸਾਰੇ ਦੱਸਣੇ ਹਨ ਤੁਹਾਨੂੰ। ਪਹਿਲੇ ਦਿਨ ਕਿੱਥੇ ਰੁਕਾਵਟ ਹੋਈ ਹੈ ਔਰ ਜਿੱਥੇ ਜਿੱਥੇ ਰੁਕੇ ਹਨ ਹੁਣ ਤੱਕ ਗੁਰਦੁਆਰੇ ਹਨ ਤੇ ਬਾਏ ਦਾ ਵੇ ਤੁਸੀਂ ਗੂਗਲ ਵੀ ਕਰ ਸਕਦੇ ਹੋ, you will see the ਗੁਰਦੁਆਰਾਸ there। ਪਹਿਲਾ ਰਾਤ ਜ਼ਿਲ੍ਹਾ ਕਰਨਾਲ ਡਿਸਟ੍ਰਿਕਟ ਦੇ ਵਿੱਚ ਤਰੋਰੀ ਜਗ੍ਹਾ ਦਾ ਨਾਮ ਹੈ, TARAORI, ਜਿੱਥੇ ਪਹਿਲਾ ਸਟਾਪ ਜਿਹੜਾ ਕਰਨਾਲ ਹੋਇਆ ਹੈ। ਉੱਥੇ ਇੱਕ ਸਿੱਖ ਸਨ, ਹਿੰਦੂ ਵੀ ਸਨ, ਸਿੱਖ ਵੀ ਸਨ, ਸਹਿਜਧਾਰੀ ਭਾਈ ਸਾਹਿਬ ਭਾਈ ਦੇਵਾ ਰਾਮ ਜੀ, ਉਹਨੂੰ ਪਤਾ ਸੀ ਕਿੱਥੇ ਰਹਿੰਦੇ ਹਨ, ਉਹਨਾਂ ਦੇ ਘਰ ਟਿਕੇ, ਬੜੇ ਸ਼ਰਧਾ ਵਾਲੇ ਸਿੱਖ ਸਨ। ਤੇ ਜਦੋਂ ਦੱਸਿਆ ਉਹਨਾਂ ਨੇ ਕਿ ਗੁਰੂ ਸਾਹਿਬ ਦਾ ਸੀਸ ਸਾਡੇ ਕੋਲ ਹੈ,
ਹੱਥ ਜੋੜ ਕੇ ਬੇਨਤੀ ਕੀਤੀ ਉਹਨਾਂ ਨੇ ਕਿ ਇਹ ਸੀਸ ਦੇ ਦਰਸ਼ਨ ਸਾਨੂੰ ਕਰਾਓ। ਉਹਨਾਂ ਨੇ ਸੀਸ ਦੇ ਦਰਸ਼ਨ ਭਾਈ ਦੇਵਾ ਜੀ ਰਾਮ ਜੀ ਨੂੰ ਕਰਾਏ। ਹੁਣ ਵੀ ਉੱਥੇ ਬਹੁਤ ਵੱਡਾ ਗੁਰਦੁਆਰਾ ਹੈ, ਉਸ ਗੁਰਦੁਆਰੇ ਦਾ ਨਾਮ ਵੀ ਸੀਸਗੰਜ ਹੈ। ਅਗਰ ਤੁਸੀਂ ਗੂਗਲ ਤੇ ਸਰਚ ਕਰੋਗੇ ਗੁਰਦੁਆਰਾ ਸੀਸਗੰਜ ਕਰਨਾਲ ਜਾਂ ਗੁਰਦੁਆਰਾ ਸੀਸਗੰਜ ਤਰੋਰੀ ਕਰਨਾਲ, ਤੇ ਉਸ ਗੁਰਦੁਆਰੇ ਦੀ ਇਮੇਜ ਤੁਹਾਡੇ, ਬਹੁਤ ਵੱਡਾ ਗੁਰਦੁਆਰਾ ਹੈ, ਬੜੀ ਸਿੱਖ ਸੰਗਤਾਂ ਇਕੱਠੀਆਂ ਹੁੰਦੀਆਂ, ਮੇਲਾ ਵੀ ਲੱਗਦਾ ਹੈ ਉੱਥੇ ਬੜਾ ਵੱਡਾ। ਰਾਤ ਉੱਥੇ ਰਹੇ ਤੇ ਭਾਈ ਦੇਵਾ ਸਿੰਘਰਾਂ ਨੇ, ਭਾਈ ਦੇਵਾ ਰਾਮ ਜੀ ਨੇ ਬੇਨਤੀ ਕੀਤੀ ਭਾਈ ਜੇਤਾ ਜੀ ਨੂੰ ਕਿ ਤੁਸੀਂ 2-3 ਘੰਟੇ ਆਰਾਮ ਕਰ ਲਵੋ, ਮੈਂ ਸੀਸ ਦੀ ਰੱਖਿਆ ਕਰਾਂਗਾ, ਮੈਂ ਦੀਵਾ ਜਲਾ ਕੇ ਸੀਸ ਦੀ ਰੱਖਿਆ ਕਰਾਂਗਾ। ਇਹ ਪ੍ਰਸੰਗ ਆਇਆ ਹੈ ਬੜੇ ਪੁਰਾਤਨ ਗ੍ਰੰਥਾਂ ਵਿੱਚ। ਰਾਤ ਉੱਥੇ ਰੁਕਦੇ ਹਨ ਤੇ ਸਵੇਰੇ ਫਿਰ ਜਰਨੀ ਸ਼ੁਰੂ ਹੁੰਦੀ ਹੈ, ਕਿਉਂਕਿ ਅਨੰਦਪੁਰ ਸਾਹਿਬ ਜਲਦੀ ਤੋਂ ਜਲਦੀ ਪਹੁੰਚਣਾ ਹੈ ਸੀਸ ਲੈ ਕੇ। ਤੇ ਉੱਥੋਂ ਚੱਲ ਕੇ ਫਿਰ ਅਗਲੀ ਜਰਨੀ ਜਿਹੜੀ ਹੈ, ਫਿਰ ਅਗਲੇ ਅੰਬਾਲੇ ਦੇ ਕੋਲ ਇੱਕ ਕਨਾਲ ਹੈ, ਟੰਗੜੀ ਇੱਕ ਛੋਟੀ ਜੀ ਕਨਾਲ ਹੈ, ਉਸ ਕਨਾਲ ਨੂੰ ਕ੍ਰਾਸ ਕਰਦੇ ਹਨ ਤੇ ਪੂਰਾ ਦਿਨ ਤੇ ਕਾਫੀ ਲੇਟ ਰਾਤ ਪਹੁੰਚਦੇ ਹਨ ਅੰਬਾਲੇ ਦੇ ਕੋਲ। Remember, they did not have a choice. Sometimes they used to go through, ਜੇ ਕੋਈ ਬਾਹਰੋਂ ਆ ਰਿਹਾ ਕੋਈ ਬੰਦਾ, ਕਈ ਵਾਰੀ ਝਾੜੀਆਂ ਛੁਪ ਜਾਣਾ, ਕੋਈ ਬਾਹਰੋਂ ਕੋਈ ਆ ਰਿਹਾ ਕੋਈ ਦੇਖ ਲਵੇ ਫਿਰ ਛੁਪ ਜਾਣਾ, ਫਿਰ ਇੱਕ ਬੰਦਾ ਪਿੱਛੇ ਇਸ਼ਾਰਾ ਕਰ ਦੇਵੇ ਇੱਥੇ ਨਹੀਂ ਰੁਕਣਾ ਉੱਥੇ ਰੁਕਣਾ ਹੈ। You know, just imagine what those 5 harrowing days they must have gone through. ਤੁਸੀਂ ਸੋਚ ਨਹੀਂ ਸਕਦੇ ਕਿੰਨਾ ਵੱਡਾ ਜੋਖਮ ਉਹਨਾਂ ਨੇ ਲਿੱਤਾ ਹੈ ਆਪਣੇ ਕੋਲ ਰੱਖਣ ਵਾਸਤੇ। ਦੂਸਰੀ ਰਾਤ ਉੱਥੇ ਜਦੋਂ ਪਹੁੰਚੇ ਤੇ ਉੱਥੇ ਕਹਿੰਦੇ ਉਹਦੀ ਝੰਡ ਦਾ ਇੱਕ ਟਰੀ ਸੀ, ਉਹਦੇ ਆਬਾਦੀ ਨਾ ਮਿਲਣ ਕਾਰਨ ਜਦੋਂ ਕਨਾਲ ਕ੍ਰਾਸ ਕੀਤੀ ਤੇ ਉਸ ਝੰਡ ਦੇ ਟਰੀ ਦੇ ਥੱਲੇ ਸੀਸ ਨੂੰ ਰੱਖਿਆ ਤੇ ਆਪ ਉੱਥੇ ਰਾਤ ਰਹੇ। ਤੇ ਸਵੇਰੇ ਸਵੇਰੇ ਉਹਨਾਂ ਨੇ ਕਿਸੇ ਚਰਵਾਹੇ ਨੂੰ ਦੇਖਿਆ, ਯੂ نو ਸ਼ੈਪਰਡਸ ਹੁੰਦੇ ਜਿਹੜੇ ਚਰਾਨ ਆਉਂਦੇ ਜਿਹੜੇ, ਤੇ ਉਸ ਸ਼ੈਪਰਡ ਦਾ ਨਾਮ ਹੀ ਆਇਆ ਇਤਿਹਾਸ ਵਿੱਚ ਭਾਈ ਰਾਮਦੇਵਾ ਜੀ। ਤੇ ਉਹਨਾਂ ਨੇ ਆਮ ਸੌਰੀ ਮੇਹਰ ਦੁਮੀਆ ਜੀ ਨੂੰ, ਤੇ ਮੇਹਰ ਦੁਮੀਆ ਜੀ ਨੇ ਕਿਹਾ ਕਿ ਇੱਥੇ ਇੱਕ ਫੈਮਿਲੀ ਹੈ ਵਿਲੇਜ ਵਿੱਚ ਨੇੜੇ, ਤੁਸੀਂ ਬੜੇ ਥੱਕੇ ਨਜ਼ਰ ਆਉਂਦੇ ਹੋ, ਰਾਤ ਤੁਸੀਂ ਠੀਕ ਤਰ੍ਹਾਂ ਗੁਜ਼ਾਰੀ ਨਹੀਂ, ਤੁਸੀਂ ਕਿਸ ਤਰ੍ਹਾਂ ਚੱਲੋਗੇ ਅੱਗੇ, ਸਿਪਾਹੀਆਂ ਦਾ ਬੜਾ ਹੈ ਇੱਥੇ ਡਰ, ਤੁਸੀਂ ਥੋੜੀ ਦੇਰ ਆਰਾਮ ਕਰੋ, ਸਵੇਰ ਹੋ ਗਈ ਹੈ, ਇੱਥੇ ਰੁਕ ਜਾਓ, ਇੱਥੇ ਰੁਕਣ ਤੋਂ ਬਾਅਦ ਰਾਤ ਆਰਾਮ ਕਰਕੇ ਕੱਲ ਸਵੇਰੇ ਜਾਓ। ਇੱਥੇ ਗੱਲ ਪ੍ਰਵਾਨ ਕਰ ਲਿੱਤੀ ਗਈ, ਬਹੁਤ ਥੱਕੇ ਟੁੱਟੇ ਸਨ ਬਹੁਤ। ਤੇ ਉੱਥੇ ਫਿਰ ਭਾਈ ਰਾਮਦੇਵਾ ਜੀ ਦੇ ਘਰ ਰੁਕੇ ਉੱਥੇ, ਤੇ ਉੱਥੇ ਵੀ ਗੁਰਦੁਆਰਾ ਹੈ। ਕਿਸੇ ਨੇ ਅਗਰ, ਮੈਂ ਤਾਂ ਇਹ ਗੱਲਾਂ ਕਹਿ ਰਿਹਾ ਕਿ ਕੋਈ ਇਹ ਨਾ ਸਮਝੇ ਕੋਈ ਮਨ ਗਣਤ ਚੀਜ਼ਾਂ ਸੁਰਿੰਦਰ ਸੁਣਾਉਂਦਾ ਪਿਆ, ਯੂ نو ਕਿਸੇ ਨੂੰ, ਯੂ نو ਕੋਈ ਐਵੇਂ ਗੱਲ ਕਿਸੇ ਇਤਿਹਾਸ, ਤੁਸੀਂ ਅਗਰ ਹੁਣ ਵੀ ਟਾਈਪ ਕਰਕੇ ਦੇਖੋਗੇ, ਅਗਰ ਮੈਂ ਤੁਹਾਨੂੰ ਸਪੈਲਿੰਗ ਵੀ ਦੱਸ ਦਿੰਦਾ, ਮੇਬੀ ਆਈਲ ਟਾਈਪ ਅਪ ਥੀਸ ਗੁਰਦੁਆਰਾਸ ਐਂਡ ਪੁੱਟ ਇਟ ਇਨ ਦਾ WhatsApp ਗਰੁੱਪ। ਉੱਥੇ ਉਸ ਗੁਰਦੁਆਰੇ ਦਾ ਨਾਮ ਵੀ ਗੁਰਦੁਆਰਾ ਸੀਸਗੰਜ ਹੈ, ਮੁਹੱਲਾ ਕੈਂਥ ਮਜਰੀ ਅੰਬਾਲਾ, KAINTHMAJRI। ਮੈਂ ਟਾਈਪ ਕਰਕੇ ਤੁਹਾਨੂੰ ਦੇ ਦਿਆਂਗਾ ਬਾਅਦ ਵਿੱਚ, ਤੁਸੀਂ ਦੇਖ ਲੈਣਾ ਗੁਰਦੁਆਰਾ। ਉੱਥੇ ਬੜਾ ਵੱਡਾ ਗੁਰਦੁਆਰਾ ਹੈ ਗੁਰਦੁਆਰਾ ਸੀਸਗੰਜ, ਜਿੱਥੇ ਮਹਾਰਾਜ ਦਾ ਸੀਸ ਰੁਕਿਆ ਹੈ 1.5 ਦਿਨ, ਜਿੱਥੇ ਰਾਤ ਰਹੇ ਹਨ। ਕਹਿੰਦੇ ਹਨ ਭਾਈ ਰਾਮਦੇਵਾ ਜੀ ਨੇ ਉਸ ਦਿਨ ਤੋਂ ਬਾਅਦ ਆਪਣੇ ਘਰ ਵਿੱਚ ਜਿੱਥੇ ਉਹ ਸੀਸ ਟਿਕਾਇਆ ਸੀ ਉੱਥੇ ਜੋਤ ਜਲਾਈ, ਤੇ ਉਹ ਜੋਤ ਹੁਣ ਤੱਕ ਜਲਦੀ ਹੈ। ਉੱਥੇ ਸ਼ਰਧਾ ਸੀ ਉਹਨਾਂ ਦੀ, ਆਪਣੀ ਆਪਣੀ ਸ਼ਰਧਾ ਹੁੰਦੀ ਹੈ, ਜੋਤ ਜਲਾਉਣ ਦੀ ਵੀ ਸ਼ਰਧਾ ਹੁੰਦੀ ਹੈ ਆਪਣੀ ਆਪਣੀ। ਤੇ ਮਹਾਰਾਜ 1702 ਵਿੱਚ ਮਿਲੇ ਹਨ ਇਹਨਾਂ ਨੂੰ, ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਿਤਾ ਇਹਨਾਂ ਨੂੰ। ਉਹ ਅਲੱਗ ਸਟੋਰੀ ਹੈ, ਕਦੀ ਸੁਣਾਵਾਂਗਾ, ਕਦੀ ਮੈਂ ਤੁਹਾਨੂੰ ਕਿਸ ਤਰ੍ਹਾਂ ਬਾਅਦ ਚ ਇਹਨਾਂ ਦੀ ਮੁਲਾਕਾਤ ਭਾਈ ਰਾਮਦੇਵਾ ਸਿੰਘ ਨਾਲ ਹੁੰਦੀ ਹੈ। ਤੇ ਉਹ ਦੱਸਦੇ ਹਨ ਕਿ ਕਿੱਥੇ ਸੀਸ ਨੂੰ ਟਿਕਾਇਆ ਸੀ ਮਹਾਰਾਜ, ਮੱਥਾ ਟੇਕਦੇ ਹਨ ਉਸ ਜਗ੍ਹਾ ਨੂੰ, ਤੇ ਉਹ ਜਗ੍ਹਾ ਹੁਣ ਤੱਕ ਹੈ। ਉੱਥੇ ਗੁਰਦੁਆਰੇ ਹਨ ਜਿੱਥੇ ਇਹ ਤੀਸਰੀ ਰਾਤ ਦੀ ਸਟੋਰੀ ਹੈ, ਥਰਡ ਨਾਈਟ ਵੈਨ ਦਾ ਸੀਸ ਲੈ ਕੇ ਜਦੋਂ ਗਏ ਹਨ ਉੱਥੇ ਤੇ ਰੁਕਦੇ ਹਨ ਤੀਸਰੀ ਰਾਤ। ਤੇ ਚੌਥੀ ਰਾਤ ਜਿਹੜੀ ਹੈ ਉਹ ਉਸ ਵਿਲੇਜ ਦਾ ਨਾਮ ਨਾਭਾ ਹੈ। ਇਹ ਨਾਭਾ ਉਹ ਸ਼ਹਿਰ ਨਹੀਂ ਹੈ, ਨਾਭਾ ਵਿਲੇਜ ਦਾ ਨਾਮ ਹੈ। I looked it up on Google, the village is still there. ਇਹ 15 ਕਿਲੋਮੀਟਰ ਦੂਰ ਹੈ ਆਲਮੋਸਟ ਡਾਊਨਟਾਊਨ ਜਿਹੜੇ ਸੈਂਟਰਲ ਚੰਡੀਗੜ੍ਹ ਤੋਂ, ਤੇ ਹੁਣ ਤੱਕ ਉਹ ਹੈ ਜਗ੍ਹਾ ਅਵੇਲੇਬਲ ਹੈ ਉਹ ਜਗ੍ਹਾ। ਤੇ ਬਿਲੀਵ ਕਰੋਗੇ ਕਿ ਪਹਿਲੇ 2 ਘਰ ਹਿੰਦੂ ਤੇ ਸਿੱਖਾਂ ਦੇ, ਤੇ ਹੁਣ ਗੈਸ ਕਰੋ ਕਿਹਦੇ ਘਰ ਰਹਿੰਦੇ ਹਨ, ਇੱਕ ਮੁਸਲਮਾਨ ਪੀਰ ਦੇ ਘਰ ਉਹ ਇਨਵਾਈਟ ਕਰਦੇ ਹਨ। ਦਰਗਾਹ ਸ਼ਾਹ ਬੜਾ ਗੁਰੂ ਘਰ ਦਾ ਬੜਾ ਪ੍ਰੇਮੀ ਸੀ, ਤੇ ਗੁਰੂ ਘਰ ਦਾ ਪ੍ਰੇਮੀ ਵੀ ਸੀ, ਤੇ ਨਾਲੇ ਦੇਖੋ ਕਿਸ ਤਰ੍ਹਾਂ ਗੁਰੂ ਭੇਜਦੇ ਹਨ ਕਿੱਥੇ, ਕਿਸ ਨੂੰ ਪਤਾ ਹੁੰਦਾ ਹੈ ਕਿੱਥੇ ਭੇਜਣ, ਲੇਕਿਨ ਮਹਾਰਾਜ ਆਪ ਇੰਤਜ਼ਾਮ ਕਰਦੇ ਹਨ, ਪ੍ਰਮਾਤਮਾ ਆਪ ਇੰਤਜ਼ਾਮ ਕਰਦਾ ਹਰ ਚੀਜ਼ ਦਾ। ਉੱਥੇ ਉਹਦੇ ਘਰ, ਉਸ ਪੀਰ ਦੇ ਘਰ ਰਹਿੰਦੇ ਹਨ ਦਰਗਾਹ ਸ਼ਾਹ ਦੇ। ਜਦੋਂ ਉਹਨੂੰ ਪਤਾ ਲੱਗਦਾ ਹੈ ਤੇ ਉਹ ਰੋਣਾ ਸ਼ੁਰੂ ਕਰ ਦਿੰਦਾ ਹੈ, ਬਹੁਤ ਗੁਰੂ ਘਰ ਦਾ ਪ੍ਰੇਮੀ ਸੀ ਬੜਾ।
ਤੇ ਇੱਕ ਅਰਦਾਸ ਕਰਦਾ ਹੈ ਭਾਈ ਜੈਤੋ ਜੀ ਅੱਗੇ, ਭਾਈ ਜੈਤਾ ਜੀ ਅੱਗੇ, ਕਿ ਮੇਰਾ ਸਰੀਰ ਬੜਾ ਬਿਰਧ ਹੈ, ਮੇਰੇ ਸਰੀਰ ਚੱਲਣ ਦੀ ਤਾਕਤ ਨਹੀਂ ਹੁਣ, ਤੇ ਤੁਸੀਂ ਜਦੋਂ ਮਿਲੋ ਦਸਮ ਪਿਤਾ ਨੂੰ, ਜਦੋਂ ਕਲਗੀਧਰ ਪਿਤਾ ਨੂੰ ਮਿਲੋ ਤੇ ਉਹਨਾਂ ਦੇ ਅੱਗੇ ਅਰਦਾਸ ਕਰੋ ਕਿ ਮੈਂ ਉਹਨਾਂ ਦੇ ਦਰਸ਼ਨ ਕਰਨਾ ਚਾਹੁੰਦਾ। ਉੱਥੇ ਫਿਰ ਇਤਿਹਾਸ ਲਿਖਿਆ, ਜਦੋਂ ਪੌਂਟਾ ਤੋਂ ਵਾਪਸ ਅਨੰਦਪੁਰ ਗਏ ਹਨ 1688 ਵਿੱਚ, 1688 ਵਿੱਚ, ਤੇ ਉਹਦੀ ਕੁਟੀਆ ਚ ਰਾਤ ਰਹੇ ਹਨ, ਦਰਗਾਹ ਸ਼ਾਹ ਨੂੰ ਦਰਸ਼ਨ ਕਰਾਏ ਨਾ ਆਪਣੇ, ਤੇ ਉਸ ਨੂੰ ਇਸ ਜੀਵਨ ਪਹੁੰਚਣ ਤੋਂ ਕੱਢਿਆ ਉਹਨਾਂ ਨੇ, ਉਹਨਾਂ ਨੂੰ ਸਿੱਖੀ ਦਾ ਦਾਨ ਬਖਸ਼ਿਆ, ਤੇ ਇਹ ਇੱਕ ਜੀ ਦਾਨ ਦਿੱਤਾ ਉਸ ਨੂੰ ਉਹਨਾਂ ਨੇ। ਉੱਥੇ ਉਸ ਜਿੱਥੇ ਵੀ ਕੋਈ ਬੰਦਾ ਇਹੋ ਜਿਹਾ ਆਇਆ ਜਿਹਦੇ ਦਰਸ਼ਨਾਂ ਦਾ ਅਭਿਲਾਸ਼ੀ ਸੀ ਜਿਹੜਾ, ਇਹ ਰਾਤ ਉਹਨਾਂ ਨੇ ਉਸ ਨਾਭਾ ਪਿੰਡ ਵਿੱਚ ਕੱਢੀ, ਤੇ ਦਰਗਾਹ ਸ਼ਾਹ ਨੇ ਕਿਹਾ, ਉਸ ਵੇਲੇ ਬਚਨ ਆਏ ਹਨ ਉੱਥੇ ਕਿ ਉਹਨਾਂ ਨੇ ਵੀ ਕਿਹਾ ਕਿ ਪੂਰੀ ਰਾਤ ਜੋਤ ਜੱਲੇਗੀ ਹੁਣ ਇਸ ਉੱਥੇ ਅੰਦਰ। ਹੁਣ ਵੀ ਉੱਥੇ ਗੁਰਦੁਆਰਾ ਹੈ, ਬਹੁਤ ਵੱਡਾ ਗੁਰਦੁਆਰਾ ਹੈ, ਉੱਥੇ ਤੁਸੀਂ ਦਰਸ਼ਨ ਕਰ ਸਕਦੇ ਹੋ। ਗੁਰਦੁਆਰੇ ਦਾ ਨਾਂ ਗੁਰਦੁਆਰਾ ਸੀਸ ਸਥਾਨ ਹੈ ਨਾਭਾ, ਹੁਣ ਵੀ ਹੈ, ਸੰਗਤਾਂ ਜਾਂਦੀਆਂ ਹਨ ਦਰਸ਼ਨ ਕਰਨ। ਮਹਾਰਾਜਾ ਨਾਭਾ ਨੇ ਵੀ ਬੜੇ ਪੈਸੇ ਦੇ ਕੇ ਉੱਥੇ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਵੀ ਗੁਰਦੁਆਰਾ ਐਸਟੈਬਲਿਸ਼ ਕੀਤਾ ਗਿਆ। ਗੁਰਦੁਆਰਾ ਹਾਲੇ ਵੀ ਓਰੀਜਨਲ ਕੰਡੀਸ਼ਨ ਵਿੱਚ ਹੈ, ਬਹੁਤ ਵੱਡਾ ਨਹੀਂ ਹੈ ਜਿਹੜੇ ਪਹਿਲੇ ਗੁਰਦੁਆਰੇ ਸਨ, ਪਰ ਗੁਰਦੁਆਰਾ ਹਾਲੇ ਵੀ ਹੈ ਜਿੱਥੇ ਮਹਾਰਾਜ ਦਾ ਸੀਸ ਜਿਹੜਾ ਵਾ ਟਿਕਾਇਆ ਗਿਆ ਰਾਤੀ ਜਦੋਂ ਉੱਥੇ। ਤੇ ਉਹ ਫਿਰ ਸੀਸ ਜਿਹੜਾ ਹੈ ਇਹ 5ਵੇਂ ਦਿਨ ਸਵੇਰੇ ਭਾਈ ਜੈਤਾ, ਭਾਈ ਨਾਨੋ ਤੇ ਭਾਈ ਉਦਾ ਇਹ ਸੀਸ ਲੈ ਕੇ ਕੀਰਤਪੁਰ ਸਾਹਿਬ ਪਹੁੰਚਦੇ ਹਨ। ਕੀਰਤਪੁਰ ਸਾਹਿਬ ਪਹੁੰਚਣ ਤੋਂ ਪਹਿਲੇ ਪਤਾ ਲੱਗ ਜਾਂਦਾ ਹੈ ਇਹ ਕਿ ਕੀਰਤਪੁਰ ਲੋਕਾਂ ਤੋਂ ਪਤਾ ਲੱਗ ਜਾਂਦਾ ਹੈ, ਖਬਰ ਆ ਜਾਂਦੀ ਹੈ, ਅਨੰਦਪੁਰ ਸਾਹਿਬ ਖਬਰ ਪਹੁੰਚ ਜਾਂਦੀ ਹੈ ਕਿ ਭਾਈ ਜੈਤਾ ਮਹਾਰਾਜ ਦਾ ਸੀਸ ਲੈ ਕੇ ਕੀਰਤਪੁਰ ਸਾਹਿਬ ਵਿੱਚ ਪਹੁੰਚਦੇ ਹਨ। ਸਾਰਾ ਪਰਿਵਾਰ ਅਨੰਦਪੁਰ ਛੋੜ ਕੇ ਕੀਰਤਪੁਰ ਸਾਹਿਬ ਆਂਦਾ ਹੈ, ਤੇ ਉੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸਪਾਊਸ, ਉਹਨਾਂ ਦੀ ਮਹਿਲ, ਉਹਨਾਂ ਦੇ ਮਾਤਾ ਗੁਜਰੀ, ਉਹਨਾਂ ਦੀ ਮਾਤਾ ਜੀ ਬੇਬੇ ਨਾਨਕੀ, ਪੁੱਤਰ ਗੁਰੂ, ਉਸ ਵੇਲੇ ਦੀ ਉਮਰ 1675, ਉਹਨਾਂ ਦੀ 11 ਸਾਲ ਦੀ ਉਮਰ ਸੀ, 11-12 ਸਾਲ ਦੀ ਉਮਰ ਹੋਣੀ ਹੈ ਕਲਗੀਧਰ ਪਿਤਾ ਦੀ ਜਦੋਂ ਉਹ ਆਏ ਉੱਥੇ। ਤੇ ਜਦੋਂ ਭਾਈ ਜੈਤਾ ਜੀ ਨੂੰ ਜਦੋਂ ਮਿਲੇ, ਜਦੋਂ ਸੀਸ ਜਦੋਂ ਉਹਨਾਂ ਨੇ ਦਿਖਾਇਆ ਉਹਨਾਂ ਦਾ, ਤੇ ਗਲਵਕੜੀ ਵਿੱਚ ਲੈ ਲਿੱਤਾ ਭਾਈ ਜੈਤਾ ਜੀ ਨੂੰ। ਇਹ ਬਚਨ ਸੂਰਜ ਪ੍ਰਕਾਸ਼ ਵਿੱਚ ਆਏ ਲੱਗੇ ਜਾ ਕੇ, ਰੰਗਰੇਟੇ ਗੁਰੂ ਕੇ ਬੇਟੇ, ਅਸੀਸ ਦਿੱਤੀ ਉਹਨਾਂ ਨੂੰ, ਤੁਸੀਂ ਰੰਗਰੇਟੇ ਗੁਰੂ ਦੇ ਬੇਟੇ ਹੋ। ਤੇ ਇਹ ਭਾਈ ਜੈਤਾ ਜੀ, ਤੁਸੀਂ ਬਿਲੀਵ ਕਰੋ ਨਾ ਕਰੋ, ਜਦੋਂ ਅੰਮ੍ਰਿਤ ਛਕਿਆ 1699 ਦੀ ਵਿਸਾਖੀ ਵਿੱਚ, ਗੁਰੂ ਨੇ ਆਪਣੇ ਹੱਥੀਂ ਅੰਮ੍ਰਿਤ ਛਕਾਇਆ ਉਹਨਾਂ ਨੂੰ, ਤੇ ਇਹ ਅੰਮ੍ਰਿਤ ਛਕਾ ਕੇ ਭਾਈ ਜੀਵਨ ਸਿੰਘ ਨਾਮ ਬਣਿਆ ਇਹਨਾਂ ਦਾ, ਜੀਵਨ ਸਿੰਘ ਜੀ, ਜਦੋਂ ਨਵਾਂ ਨਾਂ ਦਿੱਤਾ ਉਹਨਾਂ ਨੂੰ। ਤੇ ਇਹਨਾਂ ਨੇ ਚਮਕੌਰ ਸਾਹਿਬ ਸ਼ਹੀਦੀ ਪਾਈ, ਉਹਨਾਂ ਨੇ ਚਮਕੌਰ 40 ਜ਼ਿਲ੍ਹੇ ਸਿੰਘ ਸਭਨਾਂ ਵਿੱਚੋਂ ਸ਼ਹੀਦੀ ਪਾਈ। ਇੱਕ ਹੋਰ ਸਾਖੀ ਮੈਂ ਯਾਦ ਆਂਦੀ ਹੈ ਭਾਈ ਜੈਤਾ ਜੀ ਦੀ, ਮੈਂ ਸ਼ੇਅਰ ਕਰ ਲਾਂ ਤੁਹਾਡੇ ਨਾਲ। ਇੱਕ ਵਾਰੀ ਛੋਟੀ ਉਮਰ ਵਿੱਚ ਅਨੰਦਪੁਰ ਸਾਹਿਬ ਰਹਿੰਦੇ ਸਨ, ਗੁਰੂ ਸਾਹਿਬ ਨਾਲ, ਗੁਰੂ ਘਰ ਨਾਲ ਬੜਾ ਪ੍ਰੇਮ ਸੀ। ਇੱਕ ਵਾਰੀ ਕਿਧਰੇ ਆਪਣੇ ਫਰੈਂਡ ਨਾਲ ਕਿਧਰੇ ਸਤਲੁਜ ਦੇ ਕੰਢੇ ਇਸ਼ਨਾਨ ਕਰਨ ਗਏ, ਤੇ ਜਦੋਂ ਨਹਾ ਕੇ ਬਾਹਰ ਨਿਕਲੇ ਭਾਈ ਜੈਤਾ ਜੀ, ਤੇ ਦਸਤਾਰ ਆਪਣੀ ਗਲਤੀ ਨਾਲ ਨਾ ਚੁੱਕੇ, ਗੁਰੂ ਸਾਹਿਬ ਦੀ ਦਸਤਾਰ ਚੁੱਕ ਲਿੱਤੀ। ਇਹ ਵੀ ਸਾਖੀ ਆਂਦੀ ਹੈ, ਮੈਂ ਕਿਹਾ ਸੁਣਾ ਦਿਆਂ ਤੁਹਾਨੂੰ, ਮੈਂ ਕਈ ਵਾਰੀ ਨਹੀਂ ਪਤਾ ਲੱਗਦਾ ਗੱਲਾਂ ਦਾ। ਤੇ ਦਸਤਾਰ ਉਹਨਾਂ ਦੀ ਚੁੱਕ ਕੇ ਗਲਤੀ ਨਾਲ ਉਹਨਾਂ ਦੀ ਦਸਤਾਰ ਬੰਨ ਲਿੱਤੀ, ਬੰਨਣੀ ਸ਼ੁਰੂ ਕਰ ਦਿੱਤੀ। 2 ਲੜ ਬੰਨੇ ਤੇ ਅੰਦਾਜ਼ਾ ਮਿਲਿਆ ਉਹਨਾਂ ਨੂੰ ਕਿ ਨਹੀਂ, ਇਹ ਦਸਤਾਰ ਮੇਰੀ ਨਹੀਂ ਹੈ, ਗੁਰੂ ਸਾਹਿਬ ਦੀ ਦਸਤਾਰ ਹੈ। ਤੇ ਮਾਫੀ ਮੰਗੀ, ਤੇ ਉੱਥੇ ਬਚਨ ਆਏ ਹਨ। ਗੁਰੂ ਸਾਹਿਬ ਨੇ ਕਿਹਾ, ਜੈਤਾ ਕੋਈ ਗੱਲ ਨਹੀਂ, ਅੱਜ ਦਸਤਾਰ ਵਾਪਸ ਦੇ ਦੇ, ਇੱਕ ਟਾਈਮ ਆਏਗਾ ਇਹ ਦਸਤਾਰ ਮੈਂ ਤੇਰੇ ਸਿਰ ਤੇ ਖੁਦ ਬੰਨਾਂਗਾ। ਚਮਕੌਰ ਦੀ ਜੰਗ ਵਿੱਚ ਜਦੋਂ ਉਹਨਾਂ ਦੀ ਅੱਖਾਂ ਵਿੱਚ ਧੂਲ ਪਾਉਣ ਵਾਸਤੇ ਦੂਸਰੇ ਨੂੰ ਗੁਰੂ ਬਣਾਇਆ ਗਿਆ, ਆਪਣੀ ਕਮਰ ਕਸਾ ਦੀ ਜਦੋਂ ਸ੍ਰੀ ਸਾਹਿਬ ਭਾਈ ਜੀਵਨ ਸਿੰਘ ਨੂੰ ਦਿੱਤੀ, ਉੱਥੇ ਭਾਈ ਜੈਤਾ ਜੀ ਨੂੰ ਫਿਰ ਆਪਣੀ ਦਸਤਾਰ ਉਹਨਾਂ ਨੇ ਬੰਦੀ ਸਵੇਰੇ, ਤੇ ਕਲਗੀ ਵੀ ਲਗਾਈ ਆਪਣੀ ਉੱਤੇ ਚਮਕੌਰ। ਯਾਰ ਉਹ ਕਹਾਣੀ ਹੋਰ ਹੈ, ਸਿੱਖ ਹਿਸਟਰੀ ਇਜ਼ ਫੁੱਲ ਆਫ ਆਲ ਦਿਸ ਥਿੰਗਸ, ਉੱਥੇ ਜਾ ਕੇ ਫਿਰ ਸੀਸ ਦਿੱਤਾ ਉਹਨਾਂ ਨੇ, ਮਹਾਰਾਜ ਨੇ ਬੜੀਆਂ ਸੀਸਾਂ ਦਿੱਤੀਆਂ ਤਿੰਨਾਂ ਨੂੰ। ਤੇ ਉੱਥੇ ਫਿਰ ਪਾਲਕੀ ਵਿੱਚ ਸੀਸ ਰੱਖ ਕੇ ਸੰਗਤਾਂ ਫਿਰ ਸ਼ਬਦ ਕੀਰਤਨ ਕਰਦੀਆਂ ਹੋਈਆਂ ਕੀਰਤਪੁਰ ਸਾਹਿਬ ਤੋਂ ਅਨੰਦਪੁਰ ਸਾਹਿਬ ਪਹੁੰਚੀਆਂ। ਅਨੰਦਪੁਰ ਸਾਹਿਬ ਪਹੁੰਚਣ ਤੋਂ ਬਾਅਦ ਉੱਥੇ ਫਿਰ ਬੜੇ ਅਦਬ ਤੇ ਸਤਿਕਾਰ ਨਾਲ ਕੀਰਤਨ ਸਮਾਗਮ ਹੋਏ। ਆਸਾ ਦੀ ਵਾਰ ਦੀ ਸਵੇਰੇ ਭੋਗ ਹੋਣ ਤੋਂ ਬਾਅਦ, ਕੀਰਤਨ ਤੋਂ ਬਾਅਦ ਉੱਥੇ ਫਿਰ ਪ੍ਰੋਪਰ ਤਰੀਕੇ ਨਾਲ ਗੁਰੂ ਮਰਿਆਦਾ ਦੇ ਹਿਸਾਬ ਦੇ ਨਾਲ ਸੀਸ ਦਾ ਸੰਸਕਾਰ ਸੀਸਗੰਜ ਸਾਹਿਬ ਹੋਇਆ। ਅਨੰਦਪੁਰ ਸਾਹਿਬ ਹੁਣ ਵੀ ਗੁਰਦੁਆਰਾ ਹੈ, ਤੁਸੀਂ ਦਰਸ਼ਨ ਕਰ ਸਕਦੇ ਹੋ ਉੱਥੇ ਗੁਰਦੁਆਰੇ।
ਉੱਥੇ ਸੀਸ ਦਾ ਸੰਸਕਾਰ ਉੱਥੇ ਹੋਇਆ। ਤੇ ਇਹ I just want to share this whole thing. I hope this was worthwhile sharing, you know, and I hope this was worthwhile listening. Not just knowing, but knowing the details sometimes does help though. ਤੇ ਇੱਕ ਕਹਾਣੀ ਰਹਿ ਗਈ ਹੈ ਸੁਣਾਣੀ, ਇੱਕ ਸਟੋਰੀ, ਉਹ ਮੈਂ ਮੇਬੀ ਨੈਕਸਟ ਵੀਕ ਜਾਂ ਉਸ ਤੋਂ ਅਗਲੇ ਹਫਤੇ ਸੁਣਾਵਾਂਗਾ। ਜਦੋਂ ਦਿੱਲੀ ਦੇ ਸਿੱਖ ਆ ਕੇ ਦਰਸ਼ਨਾਂ ਨੂੰ ਆਉਂਦੇ ਹਨ ਤੇ ਦੱਸਦੇ ਹਨ ਸਾਰਾ ਕਾਂਡ, ਤੇ ਮਹਾਰਾਜ ਉੱਥੇ ਫਿਰ ਕਹਿੰਦੇ ਹਨ ਕਿ ਮੈਂ ਇਹੋ ਜਿਹਾ ਪੰਥ ਬਣਾਵਾਂਗਾ ਹੁਣ ਕਿ ਮੇਰਾ ਸਿੱਖ ਲੱਖਾਂ ਚੋਂ ਇੱਕ ਸਿੱਖ ਇਕੱਠਾ ਹੋਵੇਗਾ ਜਦੋਂ, ਤੇ ਇੱਕ ਸਿੱਖ ਪਹਿਚਾਣਿਆ ਜਾਏਗਾ, ਤਾਂ ਕਿ ਇਹ ਨਾ ਹੋਵੇ ਕਿ ਡਰਦੇ ਹੋਏ ਜ਼ਿੰਦਗੀ ਬਿਤਾਈਏ, ਅਸੀਂ ਡਰ ਕੇ ਜੀਏ ਅਸੀਂ ਆਪਣਾ ਜੀਵਨ। ਤੇ ਹੁਣ ਅਸੀਂ ਸੀ ਨਾ ਆਪਣਾ ਜੀਵਨ ਡਰ ਕੇ ਹੀ ਬਿਤਾਉਂਦੇ ਹਾਂ। ਹਰ ਇੱਕ ਨੂੰ, ਮੈਨੂੰ ਆਪਣੇ ਡਰ ਹਨ, I'm included in the same list, you know, ਹਰ ਇੱਕ ਨੂੰ ਆਪਣੇ ਆਪਣੇ ਡਰ ਹਨ। ਉਸ ਵੇਲੇ ਦੇ ਲੋਕਾਂ ਦੇ ਤੁਸੀਂ ਯਾਦ ਕਰੋ ਭਾਈ ਜੈਤਾ ਜੀ ਨੂੰ, ਕਿਸ ਤਰ੍ਹਾਂ ਉਸ ਟਾਈਮ ਵਿੱਚ ਉਹਨਾਂ ਨੇ ਔਰੰਗਜ਼ੇਬ ਦੇ ਰਾਜ ਦੇ ਥੱਲੇ, ਕਿਸ ਟਾਈਮ ਉਹਨਾਂ ਨੇ ਕਿਸ ਤਰ੍ਹਾਂ ਇੱਕ ਕਾਂਡ ਨੂੰ ਕਿੱਥੇ ਸੀਸ ਕਿਤੇ ਚੁੱਕ ਕੇ, ਤੇ 5 ਰਾਤਾਂ ਦੇ ਪੈਦਲ ਚੱਲ ਕੇ, ਚਾਹੇ ਆਪਣੇ ਪੈਰਾਂ ਦੇ ਛਾਲੇ ਹੀ ਪੈ ਗਏ ਹੋਣ, ਰਾਤੀ ਚੱਲ ਕੇ ਕਿਸ ਤਰ੍ਹਾਂ ਰਾਤੀ ਜੰਗਲਾਂ ਵਿੱਚੋਂ ਮੇਨ ਰੋਡ ਹਟਦਿਆਂ ਹੋਇਆ ਕਿੱਥੇ ਰੁਕ ਕੇ, ਤੇ ਕਿਸ ਤਰ੍ਹਾਂ ਇਹ ਪਹੁੰਚੇ ਹਨ ਉੱਥੇ ਕੀਰਤਪੁਰ ਸਾਹਿਬ। ਤੇ ਅਮੇਜ਼ਿੰਗ ਜਰਨੀ ਹੈ ਇਹ ਵਾਲੀ, ਯੂ ਨੋ, ਆਈ ਮੀਨ, ਔਰ ਕਿੱਥੇ ਜਿੱਥੇ ਰੁਕੇ ਹਨ ਉੱਥੇ ਸਥਾਨ ਹਨ ਸਾਰੇ। ਤੇ ਇਹ ਜਿੱਥੇ ਹੁਣ ਤੁਹਾਨੂੰ ਕੋਈ ਮਿਲੇ ਤਾਂ ਉਹਨਾਂ ਨੂੰ ਵੀ ਸ਼ੇਅਰ ਕਰੋ ਇਹਨਾਂ ਗੱਲ। ਤੇ ਹੁਣ I think I'm going to stop here. I'm going to hear what people have to say. It's a very moving and emotional thing. ਮੇਰਾ ਵੀ ਜਦੋਂ ਪੜ੍ਹਦਾ ਹਾਂ, ਮੇਰਾ ਵੀ ਅੰਦਰੋਂ ਬਿਲਕੁਲ ਹੁਣ it takes me like 4 or 5 days to get out of this mode, you know. ਇੱਕ ਸਟੋਰੀ, ਇੱਕ ਸਾਖੀ ਜਿਹੜੀ ਰਹਿੰਦੀ ਹੈ, ਉਹ ਮੈਂ, you know, I will say it in my next class. So I will wait to hear if anybody has any questions. ਕੋਈ ਚੀਜ਼ ਨਾ ਸਮਝ ਆਈ ਹੋਵੇ ਜਾਂ ਕੋਈ ਕੁਐਸਚਨ ਹੋਵੇ ਉਹ ਜਾਂ ਕੋਈ ਕਮੈਂਟ ਹੋਵੇ ਤੇ ਮੇਰੇ ਨਾਲ ਜ਼ਰੂਰ ਸ਼ੇਅਰ ਕਰੋ ਜੀ। ਵੀਰ ਜੀ, ਜਿਹੜੇ ਇੱਕ ਆਪਣੇ ਹੈਗੇ ਨਾ ਤੇ ਹਿੰਦੀ ਚਾਦਰ ਤੇ ਸੌਰੀ ਆਪਾਂ ਅਸੀਂ ਕਹਿੰਦੇ ਨਾ ਗੁਰੂ ਤੇਗ ਬਹਾਦਰ ਹਿੰਦੀ ਚਾਦਰ। ਹਾਂਜੀ, ਇਹ ਹੁਣੇ ਪਿੱਛੇ ਜਿਹਾ ਕਿਸੇ ਆਈ ਥਿੰਕ ਭਾਈ ਪਿੰਦਰਪਾਲ ਸਿੰਘ ਜਾਂ ਮਸਕੀਨ ਜੀ ਦੀ ਕੋਈ ਕਥਾ ਸੁਣ ਰਿਹਾ ਸੀ। ਉਹ ਕਹਿੰਦੇ ਸੀ ਓਰੀਜਨਲੀ ਹੁੰਦਾ ਸੀ ਤੇਗ ਬਹਾਦਰ ਸ੍ਰਿਸ਼ਟ ਦੀ ਚਾਦਰ, ਤੇ ਇਹ ਵੀ ਫਿਰ one of those things where, you know, ਜਿਹੜੇ ਸਾਡੇ ਹਿੰਦੂ ਭਰਾ ਹੈ ਜੋ ਵੀ ਹੈਗੇ ਨੇ, ਉਹਨਾਂ ਨੇ ਉਹ ਕਰਕੇ ਹਿੰਦੀ ਚਾਦਰ ਕਰਤਾ। ਕਹਿੰਦੇ ਸੀ ਕਿਉਂ ਇਹਨੂੰ ਛੋਟਾ ਕਰਨਾ ਹੈ। ਅਗੇਨ I don't know how true this is, but ਮੈਨੂੰ ਪਤਾ ਨਹੀਂ, ਤੁਸੀਂ ਸ਼ਾਇਦ ਹਿਸਟਰੀ ਕਿਤੇ ਪੜ੍ਹਿਆ ਹੋਵੇ ਇਸ ਤਰ੍ਹਾਂ। ਮੈਂ ਨਹੀਂ ਪੜ੍ਹਿਆ ਇਸ ਬਾਰੇ ਕਦੀ, ਸੂਰਜ ਪ੍ਰਕਾਸ਼ ਵਿੱਚ ਕੋਈ ਗੱਲ ਨਹੀਂ ਆਈ ਕੋਈ, ਲੇਕਿਨ ਸ਼ਾਇਦ ਕੋਈ ਪੰਥ ਪ੍ਰਕਾਸ਼ ਵਿੱਚ ਜਾਂ ਗਿਆਨੀ ਗਿਆਨ ਸਿੰਘਾਂ ਨੇ ਕੁਝ ਲਿਖਿਆ ਹੋਇਆ ਇਸ ਬਾਰੇ, ਮੈਨੂੰ ਪਤਾ ਨਹੀਂ ਵੀਰ ਜੀ, ਮੈਂ ਜਾਣੂ ਨਹੀਂ ਹੈ ਇਸ ਗੱਲ ਤੋਂ, ਸੋ ਮੈਂ ਕਮੈਂਟ ਨਹੀਂ ਦੇਣਾ ਉਹਦੇ ਉੱਤੇ। ਚਲੋ ਠੀਕ ਹੈ ਵੀਰ ਜੀ। ਹਾਂਜੀ Kamal, you want to say something? Surinder ji, ਹਾਂਜੀ, just to add a little bit on this, कि जब शहादत हुई in 1675, ਤੇ ਇਤਨਾ setback ਲੱਗਾ to Aurangzeb because he could, ਕਹਿੰਦੇ ਨੇ ਉਹਨੂੰ ਰਾਤੀ ਨੀਂਦ ਨਹੀਂ ਆਉਂਦੀ ਸੀ ਉਹਦੇ ਬਾਅਦ। And it is also believed that he left Delhi in 1681 for Aurangabad, ਜਿੱਥੇ ਉਹਨੇ ਕੈਪੀਟਲ ਮੂਵ ਕਰ ਲਿਆ, ਕਿਉਂਕਿ ਉਹਨੂੰ ਐਡਵਾਈਸ ਕੀਤਾ ਗਿਆ, ਕਿਉਂਕਿ ਉਹਨੇ ਕਿਹਾ ਮੈਨੂੰ ਨੀਂਦਰ ਨਹੀਂ ਆਉਂਦੀ ਰਾਤੀ, ਮੈਨੂੰ ਇਹ ਤਿੰਨੋਂ ਸ਼ਹੀਦ ਜਿਹੜੇ ਨੇ, ਮਤਲਬ ਸਤੀਦਾਸ, ਮਤੀਦਾਸ ਤੇ ਦਿਆਲਾ ਜੀ ਨਜ਼ਰ ਆਉਂਦੇ ਨੇ, ਤੇ ਜਿਸ ਤਰ੍ਹਾਂ ਮੇਰੀ ਛਾਤੀ ਦੇ ਉੱਪਰ ਬੈਠ ਕੇ ਨੱਚ ਰਹੇ ਗਏ। You know, he couldn't handle it and he left Delhi and he went to Aurangabad, and there on, you know, then he never came back to Delhi at all. मतलब कि totally change ਹੋ ਗਿਆ। ਪਰ ਇਹ ਨਹੀਂ, ਔਰ ਕਹਿੰਦੇ ਨੇ ਉਹਦੇ ਬਾਅਦ ਥੋੜੇ ਹੱਤਿਆਚਾਰ ਵੀ ਜਿਹੜੇ ਸਨ ਨਾ ਉਹ ਘਟ ਗਏ ਉਹਦੇ, ਕਿਉਂਕਿ ਡਰਨ ਲੱਗ ਪਿਆ ਅੰਦਰੋਂ। ਪਰ ਉੱਥੇ ਨਾਲੇ ਸਾਊਥ ਜਾਣ ਦਾ ਇੱਕ ਰੀਜ਼ਨ ਹੋਰ ਵੀ ਸੀ ਕਿ ਉੱਥੇ ਦੋ ਅਨਫੋਰਚੂਨੇਟਲੀ ਸ਼ੀਆ ਕਿੰਗਡਮ ਸਨ, ਬੀਜਾਪੁਰ ਤੇ ਗੋਲਕੁੰਡਾ ਦੀਆਂ, ਉਹਦੀ ਅੱਖਾਂ 'ਚ ਬੜੀਆਂ ਅਟਕਦੀਆਂ ਸਨ ਦੋਨੋਂ, ਯੂ ਨੋ। ਸੋ ਉਹਨੂੰ ਇਸ ਗੱਲ ਦਾ ਬੜਾ ਸੀ ਕਿ ਮੈਂ ਜਾ ਕੇ ਉਹਨਾਂ ਨੂੰ ਵੀ ਖਤਮ ਕਰਾਂ। ਬਾਏ ਦਾ ਵੇ, ਇੱਕ ਹੋਰ ਮੈਂ ਗੱਲ ਕਲੀਅਰ ਕਰਾਂ, ਜਿਹੜੇ ਕੀਰਤਨੀਏ ਬੈਠੇ ਹਨ ਇਸ ਗਰੁੱਪ ਵਿੱਚ, ਜਿਹੜੇ ਕੀਰਤਨ ਸਿੱਖਦੇ ਹਨ ਕਰਦੇ ਹਨ, ਮੈਂ ਉਹਨਾਂ ਨਾਲ ਗੱਲ ਮੈਂ ਸ਼ੇਅਰ ਕਰ ਦਿਆਂ। ਸੂਰਜ ਪ੍ਰਕਾਸ਼ ਵਰਡ ਆਏ ਹਨ ਕਿ ਜਿਸ ਦਿਨ ਮਹਾਰਾਜ ਦਾ ਸੰਸਕਾਰ ਹੋਇਆ ਹੈ ਆਸਾ ਦੀ ਗਵਾਰ ਦੀ ਕੀਰਤਨ ਤੋਂ ਬਾਅਦ, ਥੋੜੀ ਦੇਰ ਬਾਅਦ, ਔਰ ਵਟਐਵਰ ਦੁਪਹਿਰੇ, ਉਸ ਦਿਨ ਮਾਰੂ ਤੇ ਵਡਹੰਸ ਗਾਇਆ ਗਿਆ ਹੈ, ਮਾਰੂ ਤੇ ਵਡਹੰਸ ਦੇ ਸ਼ਲੋਕ ਲਗਾਏ ਗਏ ਹਨ। ਤੇ ਇਹ ਗੱਲ ਮੈਂ ਸੂਰਜ ਪ੍ਰਕਾਸ਼ ਲਿਖਿਆ, ਮਾਰੂ ਤੇ ਵਡਹੰਸ ਦੀਆਂ ਧੁਨੀਆਂ ਜੁੜੀਆਂ ਹਨ। ਤਾਂ ਇਹ ਮੈਂ ਗੱਲ ਕਹਿ ਦਿਆਂ ਕਿ ਸਿਆਣੇ ਹੁਣ ਵੀ ਕਹਿੰਦੇ ਹੁੰਦੇ ਨੇ ਕਈ ਵਾਰੀ ਕਿ ਮਾਰੂ ਤੇ ਵਡਹੰਸ ਗਾਣਾ ਹੈ। ਅਲਾਣੀਆਂ ਜਿਹੜੀਆਂ ਹਨ, ਜਿਹੜੀਆਂ ਲਿਖੀਆਂ ਹੋਈਆਂ
ਉਹਨਾਂ ਨੂੰ ਅਸੀਂ ਵਡੰਸ ਗਾਉਂਦੇ ਹਾਂ ਵਡੰਸ ਵਿੱਚ, but just for kirtan lovers, you know, for historical fact, ਜਿਹੜੇ ਕੀਰਤਨੀਏ ਜਿਹੜੇ ਹਨ, ਜਿਹੜੇ ਸਿੱਖਦੇ ਨੇ ਕੀਰਤਨ, ਉਹਨਾਂ ਵਾਸਤੇ, you know, so ਨਾਲੇ ਸੁਰਿੰਦਰ ਜੀ, ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸਾਰੀ ਬਾਣੀ ਵਿਰਾਗ ਦੀ ਬਾਣੀ ਹੈ, we all know that, but there is one ਸ਼ਬਦ in ਗੁਰੂ ਗ੍ਰੰਥ ਸਾਹਿਬ ਜੋ ਵਿਰਾਗ ਤੋਂ ਨਹੀਂ ਹੈ, ਜੋ ਬਸੰਤ ਰਾਗ ਵਾਲਾ ਉਹਨਾਂ ਦਾ ਸ਼ਬਦ ਹੈਗਾ, you know, ਮਾਈ ਮੈਂ ਧਨ ਪਾਇਓ ਹਰ ਨਾਮ, that is one of the only ਸ਼ਬਦ ਜੋ ਉਹਨਾਂ ਦਾ ਵਿਰਾਗਮਈ ਨਹੀਂ ਹੈਗਾ। ਬਾਕੀ ਸਾਰੀ ਬਾਣੀ ਵਿਰਾਗ ਦੀ ਹੈ। ਬਾਰ-ਬਾਰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈਗੀ ਕਿ ਉਹਦੇ ਨਾਲ ਜੁੜੋ, ਉਹਨੂੰ ਯਾਦ ਕਰੋ, ਉਹਨੂੰ ਯਾਦ ਕਰੋ, ਉਹਦੇ ਨਾਲ ਜੁੜ ਜਾਓ, ਇਹ ਬੈਸਟ ਚਾਂਸ ਹੈਗਾ ਮਨੁੱਖਾ ਦੇਹੀ ਦਾ, you know, that's also, and plus definitely the 31st ਰਾਗ ਜੈ ਜੈਵੰਤੀ ਤੇ ਹੈ ਹੀ। ਬਿਲਕੁਲ। Anybody else? One question I have. What happened with the conversions of the, you know, of the pundits? I mean, did this make a difference to it? Was the level of he went back on his word. So there was no he changed his mind. ਉਹਨਾਂ ਦੀ ਸ਼ਹੀਦੀ ਤੋਂ ਬਾਅਦ ਕਨਵਰਜਨ ਚ ਕੋਈ ਬਹੁਤਾ ਕੋਈ ਇਹੋ ਜੀ ਗੱਲ ਨਹੀਂ ਹੋਈ ਕਿ ਕਨਵਰਜਨ ਜਿਹੜਾ ਹੈ ਰੁਕ ਗਿਆ ਹੋਵੇ ਜਾਂ ਘਟ ਗਿਆ ਹੋਵੇ ਕਨਵਰਜਨ, ਬਿਕਾਜ਼ ਪਹਿਲੇ ਜਿਹੜੀਆਂ ਪ੍ਰੋਮਿਸਿਸ ਕੀਤੀਆਂ ਗਈਆਂ ਸਨ ਕਿ ਜੇ ਤੁਸੀਂ ਮੈਨੂੰ ਕਨਵਰਟ ਕਰ ਲੋਗੇ ਤੇ ਮੈਂ ਰੋਕ ਦਿਆਂਗਾ, ਉਸ ਵੇਲੇ ਤੇ ਹਾਂ ਕਰ ਦਿੱਤੀ, ਬਟ they then ਮੁੱਕਰ ਗਏ ਉਸ ਗੱਲ ਤੋਂ, ਫਿਰ you know, ਮੁੱਕਰ ਗਏ ਗੱਲ। So yeah, so ultimately, yeah, you know, the conversions continued in Kashmir, you know, at full scale. Yeah. Yes. One thing I'd like to share with the group, I don't know how many are aware. As a youngster, I visited Aurangabad, and my father, being a person who loved history, so we were taken to Aurangzeb's grave, keh lo, jithe odi te othe the part at which my father was, I would say, almost amused or found it very weird that jad asi othe dekh ke, it was a 10x8 ਦਾ room ਹੋਏਗਾ, ਤੇ when we were coming out, ਤੇ ਉੱਥੇ ਜਿਹੜਾ ਬੰਦਾ ਬੈਠਾ ਸੀ ਉਹਨੇ ਸਾਨੂੰ ਰੋਕ ਕੇ ਕਿਹਾ ਜੀ, ਉਸ time, this is I'm talking about 40 years back, he said कि जी 5 पैसे ही दे जाइए। So my father said कि किसके लिए? So he said जी रात को दिया जलाना है, उसके लिए 5 पैसे ही दे जाइए। So my father gave whatever he felt, just as on a humanitarian ground, not. But when he came out, he was, I would say, amused to the extent saying that, कि देखो एने गुरुआं नू साडियां नू मतलब ऐस शहादत करवाई, सब कुछ कराई, he is responsible for that, and एदे grave ते पैसे चाहिए ने दिया बालन वास्ते, ते गुरुआं दे साडे देखो किन्नी शान शौकत शुरू तो हुन तक चलदी आ रही। So that is that, oh कह लो नीयत दी गल, या मतलब शहनशाह हो के भी तेरे कबर ते 5 पैसे दी लोड़ हैगी दिया जलान वास्ते। It was, my father found it, and it that I was hardly, I think 10 or 12, and it stayed with me, you know. I know. मैं भी गया हूं औरंगाबाद, मैं भी गया हूं ते I had this exact same experience। जान तो पहले my father sat in the car, कहंदे कि मैं ਇਹਦੇ ਮੂੰਹ ਨਹੀਂ ਲੱਗਣਾ, ਤੁਸੀਂ ਜਾਣਾ ਮੈਂ ਇੱਥੇ ਨਹੀਂ ਜਾਣਾ, I will not pay my respects to him, even from a historical angle. He was apni personality hundi hai। मैं क्या, what is that, you know? So I went, and my brother went with me, I remember। We went inside, and kabar ਜਿਹੜੀ ਹੈ ਬਾਹਰ ਖੁੱਲੇ ਵਿੱਚ, ਉੱਤੇ ਕਵਰ ਵੀ ਨਹੀਂ ਹੈ ਉੱਤੇ ਖਾਸ ਕੋਈ, ਤੇ ਉੱਥੇ ਵੀ ਸੋ ਉੱਥੇ ਬਿਲਕੁਲ ਜੋ ਤੁਹਾਡੇ ਨਾਲ ਹੋਇਆ ਹਰਮਿੰਦਰ ਜੀ, ਬਿਲਕੁਲ ਸੇਮ। ਉੱਥੇ ਅਸੀਂ ਜਾਣ ਤੋਂ ਪਹਿਲੇ ਉਹਨੇ ਕਿਹਾ ਕਿ ਪੈਸੇ ਥੋੜੇ ਦੇ ਦਿਓ ਸਾਨੂੰ, ਤੇ ਮੈਂ ਉੱਥੇ ਮੈਂ ਸੋਚਿਆ ਇਸ ਬਾਰੇ ਜ਼ਰੂਰ ਕਿ ਮੈਂ ਕਿਹਾ ਇੱਕ ਸੀਸਗੰਜ ਸਾਹਿਬ ਦੀ ਹੈ ਮਾਨਤਾ, ਪਤਾ ਨਹੀਂ ਲੱਖਾਂ ਬੰਦੇ ਰੋਜ਼ ਆਉਂਦੇ ਨੇ ਉੱਥੇ, ਬਿਲਕੁਲ ਪਹਿਲੇ ਲੱਖਾਂ ਬੰਦੇ ਲੋਕ ਕੀਰਤਨ ਸੁਣਦੇ ਹਨ, ਲੱਖਾਂ ਬੰਦੇ ਰੋਜ਼ ਆ ਕੇ ਉੱਥੇ ਲੰਗਰ ਛਕਦੇ ਹਨ, ਕਿਤਨੇ ਦੀਆਂ ਸੀਸਾਂ ਪੂਰੀਆਂ ਹੁੰਦੀਆਂ ਨੇ ਉੱਥੇ, ਬਿਲਕੁਲ। ਫਿਰ ਇਹ ਫਰਕ ਹੈ ਨਾ, ਫਿਰ ਇਹ ਫਰਕ ਹੈ ਨਾ, ਰਾਜੇ ਹੋਏ ਨੇ ਤੇ ਉਹ ਸ਼ਹਿਨशाह ਨੇ ਨਾ ਸਰ, ਉਹ ਫਰਕ ਹੈ ਨਾ, ਸਮਝਣ ਦਾ ਫਰਕ ਹੈ, I guess, I mean, yes। मैं भी गया हूं उत्थे, मैं भी देखी हुई है जगह। I have 2 more minutes, I have to end because I have to start another class, and so ਸੁਰਿੰਦਰ ਜੀ ਤੁਸੀਂ ਕਿਹਾ ਨਾ ਕਿ ਔਰੰਗਾਬਾਦ ਤੁਸੀਂ ਗਏ ਸੀ ਤੇ ਕਬਰ ਦੇ ਉੱਪਰ ਛੱਤ ਨਹੀਂ ਹੈਗੀ, ਛੱਤ ਉੱਪਰ ਮੈਨੇ ਉਹ ਕੱਚੀ ਜੀ ਛੱਤ ਉੱਪਰ ਬਣਾਈ ਉਹਨੇ, ਪੱਕੀ ਛੱਤ ਨਹੀਂ। Absolutely right।
ਇਹ ਗੱਲ ਮੈਂ ਮੰਨਦਾ ਹੈਗਾ, ਪਰ ਇਹ ਹੈਗਾ ਇਸਲਾਮ ਦੇ ਅੰਦਰ ਜਿਹੜੀ ਹੈ ਉੱਪਰ ਪੱਕੀ ਛੱਤ ਬਣਾਉਂਦਾ ਹੀ ਨਹੀਂ ਨਾਲ, ਮਤਲਬ ਐਜ਼ ਅ ਰੂਲ ਹੀ ਨਹੀਂ ਉਹਨਾਂ ਦਾ। ਨਹੀਂ ਹਰ ਜਗ੍ਹਾ ਤੇ ਨਹੀਂ ਹੈ ਨਹੀਂ ਨਹੀਂ, ਆਈ ਐਮ ਨਾਟ ਟਾਕਿੰਗ ਅਬਾਊਟ ਹਰ ਜਗ੍ਹਾ, ਮੋਸਟਲੀ ਇਹ ਰੂਲ ਹੈ, ਬਿਕਾਜ਼ ਆਈ ਟਾਕ ਵਿਦ ਫਿਊ ਆਫ ਮਾਈ friends who are in Islam, ਉਹ ਕਹਿੰਦੇ ਹੈਗੇ ਕਿ ਨਹੀਂ ਸਾਡੇ but that doesn't make any sense to me, because Taj Mahal ਵਿੱਚ ਪੂਰੀ ਛੱਤ ਹੈ, ਸ਼ਾਹਜਹਾਨ ਦੀ ਦਬਾਇਆ ਗਿਆ ਹੈ, ਜਿੱਥੇ ਜਹਾਂਗੀਰ ਹੈ, ਜਹਾਂਗੀਰ ਦੀ ਜਗ੍ਹਾ ਇਹ ਰਿਲੀਜੀਅਸਲੀ ਕੁਝ ਨਹੀਂ ਹੈਗੇ, ਪਰ ਜੋ ਨਾਰਮਲ ਇਸਲਾਮਿਕ ਬੰਦਾ ਹੈ, ਹੁਣ ਮੈਂ ਪਿੱਛੇ ਗਿਆ ਸੀ few years ago, ਮੈਂ ਕਿਹਾ ਕੁਝ ਯਾਰ ਉੱਪਰ ਨਹੀਂ ਹੈ, I'm because ਬੜੀ ਜਗ੍ਹਾ ਦੇਖਿਆ ਨਹੀਂ ਹੈਗੀ ਇਹਨੇ ਹਜ਼ਰਤ ਮੀਆਂ ਮੀਰ ਦੀ ਉੱਥੇ ਜਿਹੜੀ ਦਰਗਾਹ ਜਿਹੜੀ ਹੈ ਉੱਥੇ ਵੀ ਪੂਰਾ ਛੱਤ ਉੱਪਰ, it doesn't matter, but yeah, ਨਹੀਂ ਚਲੋ ਕੋਈ ਨਹੀਂ, ਮੈਂ I heard the other story, I heard it ਕਿ because Aurangzeb wanted ਕਿ ਉਹਦੀ ਜਿਹੜੀ ਮਜ਼ਾਰ ਹੈਗੀ ਉੱਥੇ ਉਹਦਾ ਉਹੀ ਪੈਸਾ ਲੱਗੇ ਜੋ ਉਹਨੇ ਕਮਾਇਆ ਹੈਗਾ ਆਪਣਾ, ਤੇ ਇਸ ਕਰਕੇ ਉਹ ਸਾਰੀ ਕੱਚੀ ਵੀ ਹੈਗੀ ਹੈ ਕਿ ਬਈ they didn't want to, or government didn't want to spend the money, that was his wish ਕਿ my earned money should be, you know, put in there, ਜਿੰਨਾ ਵੀ ਵਿੱਚ ਹੁੰਦਾ ਹੈਗਾ। That's what I heard. ਨਾਲੇ ਕੁਰਾਨ ਲਿਖਦਾ ਸੀ ਨਾ ਜਦ, ਤੇ ਕੁਰਾਨ ਦੇ ਵੇਚ ਕੇ ਜੋ ਪੈਸੇ ਮਿਲਦੇ ਸਨ ਉਹਦੀ ਰੋਟੀ ਖਾਂਦਾ ਸੀ ਆਪ ਤੇ ਆਪਣੀ ਫੈਮਿਲੀ ਨੂੰ। ਵੈਸੇ ਉਹਦਾ ਕੋਈ character, I have a hard time believing that. I that's what it's written. I have extremely serious doubts whether that is true or not. I doubt that, but I have only a 1 or 2 minutes, Vijay, to the surf, and then we're going to end though. I just wanted to say something quickly. Thank you so much. And since we are talking about this, you know, jo Nave Malle de Sulok ne jo 1426 angte ne, to my knowledge, I might be wrong, Guru Tegh Bahadur Ji ne, when he left like from Anandpur Sahib to Delhi for the Shahidi, he wrote it during that time, and maybe light pass when it was composed, and you know, I look at many historians believe that, Didi, but koi khas sabut, matlab thos sabut nahi us gal da, but many historians write that it's very difficult to say whether he did it or not, you know, whether he did it, because 2 ਦਿਨਾਂ ਬਾਅਦ ਗ੍ਰਿਫਤਾਰ ਹੋ ਗਏ, so ਸ਼ਾਇਦ ਲਿਖਿਆ ਹੋਵੇ ਸ਼ਾਇਦ ਨਾ ਵੀ ਲਿਖਿਆ ਹੋਵੇ, ਪਰ ਕਹਿਣਾ ਮੁਸ਼ਕਿਲ ਹੈ ਨਰਵਿੰਦ ਦੀ ਬੜਾ, ਪਰ ਬੜੇ ਹਿਸਟੋਰੀਅਨ ਲਿਖਦੇ ਹਨ, ਹਾਂਜੀ ਕਹਿਣਾ ਮੁਸ਼ਕਿਲ ਹੈ, ਹਾਂਜੀ ਕਮਲ ਜੀ, I'm sorry, you know, in a courtly, and when he was in prison, so yeah, he could have written in the prison, and they could have allowed him, then they must have allowed those writings to come out of the prison, if they allowed it. I don't know whether they allowed it or not. ਕਹਿਣਾ ਮੁਸ਼ਕਿਲ ਹੈ ਰਵਿੰਦ ਦੀ ਬੜਾ, ਹੈ ਨਾ, ਕਿਸਾ ਕਵੇ ਬੰਦਾ, ਕਿ ਕਹਿ ਸਕਦਾ, ਹੋ ਸਕਦਾ ਹੋਇਆ ਹੋਵੇ, ਕੋਈ ਵੱਡੀ ਗੱਲ ਨਹੀਂ, ਹਾਂਜੀ ਜੀ। I continue to be amazed by ਤੁਹਾਡੀ knowledge, and ਤੁਸੀਂ ਜਿਸ ਤਰ੍ਹਾਂ ਸਾਡੇ ਨਾਲ share ਕੀਤਾ, because my whole body and my whole thought process was affected during, ਜਿਵੇਂ ਤੁਸੀਂ ਦੱਸਦੇ ਪਏ ਸੀ, my head was feeling warm, my chest was like willing to burst, and obviously I could see there were many sangat who were crying, and ਪਹਿਲੀ ਗੱਲ ਤੇ ਇਸ ਚੀਜ਼ ਦਾ ਤੁਹਾਡਾ ਧੰਨਵਾਦ ਕਿ ਤੁਸੀਂ ਇੰਨਾ ਇਕੱਠਾ ਕਰਕੇ ਔਰ ਉਹਨੂੰ ਇੰਨੇ ਸੋਹਣੇ ਤਰੀਕੇ ਦੇ ਨਾਲ ਸਾਨੂੰ ਸ਼ੇਅਰ ਕੀਤਾ। ਦੂਜੀ ਗੱਲ, ਇਸ ਸਾਰੇ ਜੋ ਤੁਸੀਂ ਸ਼ੇਅਰ ਕੀਤਾ, ਇਹਦੇ ਵਿੱਚ each individual, ਜੇ ਆਪਾਂ ਇੰਡੀਵਿਜੂਅਲੀ ਸੋਚ ਲਈਏ, ਭਾਈ ਜੈਤਾ ਜੀ ਜਿਨ੍ਹਾਂ ਨੇ ਰਸਤੇ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਜਿਹੜੇ ਹੁਣ ਬਣ ਗਏ, ਜਿਨ੍ਹਾਂ ਨੇ ਉਹਨਾਂ ਦੀ ਮਦਦ ਕੀਤੀ, and if we think of Guru Gobind Singh Ji, 11-year-old child losing his father, and I think about myself and maybe others who've lost their fathers, and ਅਜੇ ਤੇ ਚਲੋ ਹਾਲੇ ਵੀ ਥੋੜੀ ਐਡਲਟਹੁੱਡ ਵਿੱਚ ਲੂਜ਼ ਕੀਤਾ, ਤੇ ਮਤਲਬ ਇਟਸ ਅਨਥਿੰਕੇਬਲ, ਮਤਲਬ ਬੰਦਾ ਸੋਚਦਾ ਵੀ ਹੈ ਤੇ ਉਹ ਉਸ ਲੈਵਲ ਤੇ ਪਹੁੰਚ ਹੀ ਨਹੀਂ ਸਕਦਾ ਕਿ 11 ਸਾਲ ਦੇ, ਹੁਣ ਅਸੀਂ ਤੇ ਉਹਨਾਂ ਨੂੰ ਗੁਰੂ ਜੀ ਕਹਿੰਦੇ ਹਾਂ, ਪਰ ਜੇ ਐਜ਼ ਅ ਚਾਈਲਡ ਵੀ ਸੋਚੀਏ ਤੇ ਕਿਸ ਤਰ੍ਹਾਂ ਉਹਨਾਂ ਨੇ ਇਹ ਚੀਜ਼ ਕੀਤਾ। ਐਂਡ ਗੁਰੂ ਤੇਗ ਬਹਾਦਰ ਜੀ ਹਿਮਸੈਲਫ, ਮਤਲਬ each of these Mahapurukhs, I would say, has a story to tell, and we need to tell these stories from those different angles, from those different
ਆਈਜ਼ ਕਿ ਭਾਈ ਜੈਤਾ ਜੀ ਦੇ ਘਰ ਦੇ ਵਿੱਚ ਕੀ ਹੋ ਰਿਹਾ ਔਰ ਉਹਨਾਂ ਨੇ ਕਿਸ ਤਰ੍ਹਾਂ ਕੀਤਾ, ਉਹਨਾਂ ਦੇ ਘਰ ਦੇ ਵਿੱਚ ਫਿਰ ਕੀ ਹੋਇਆ ਕਿ ਸੋ these are such beautiful things that you've given us Thank you, Vijay. vision of. Thank you so much. Vijay, मेरी सेवा है विजय, मेरी नौकरी है इथे, so you know. I'm going to end the class because I think we're 10 minutes behind schedule, though I'll stay on for another minute or two. But after that, and Kirtan class will start in 10 minutes or so. Thank you for listening. And ਹੁਣ ਅਸਲੀ ਦਾ ਸੁਣਿਆ ਤਾਂ ਹੀ ਹੈ ਜੇ ਗੁਰੂ ਤੇਗ ਬਹਾਦਰ ਮਹਾਰਾਜ ਦੀ ਬਾਣੀ ਨੂੰ ਗਾਓ ਤੇ ਉਹਨਾਂ ਦੇ ਪ੍ਰਿੰਸੀਪਲਸ ਨੂੰ ਅਡਾਪਟ ਕਰਕੇ ਕੱਲ ਕੋਈ ਦੂਸਰੇ ਧਰਮ ਦੇ ਕੋਈ ਬੰਦਾ ਹੋਵੇ ਜਿਹਨੂੰ ਕੋਈ ਲੋੜ ਹੋਵੇ ਕਿਸੇ ਚੀਜ਼ ਦੀ ਜਾਂ ਕੋਈ ਮਦਦ ਚਾਹੀਦੀ ਹੋਵੇ ਤੇ ਆਪਣੇ ਗੁਰੂ ਦੀ ਪੂਰਨਿਆ ਤੇ ਬੰਦਾ ਚੱਲ ਸਕੇ। ਇਹ ਨਾ ਦੇਖੇ ਕਿ ਇਹ ਹਿੰਦੂ ਹੈ ਜੀ ਮੈਂ ਇਹਦੀ ਮਦਦ ਨਹੀਂ ਕਰਨੀ, ਇਹ ਮੁਸਲਮਾਨ ਹੈ ਜੀ ਮੈਂ ਇਹਦੀ ਮਦਦ ਨਹੀਂ ਕਰਨੀ, ਜਾਂ ਇਹਦਾ ਰੰਗ ਕਾਲਾ ਹੈ ਜਾਂ ਗੋਰਾ ਹੈ ਜਾਂ ਕੋਈ ਵੀ ਹੈ ਜਾਂ ਇਹਦੀ ਮਦਦ ਨਹੀਂ ਕਰਨੀ ਮੈਂ, ਇਹ ਨਾ ਸੋਚਿਓ ਕਦੀ। ਹਾਂਜੀ, ਜਿਸ ਪੂਰਨਿਆ ਤੇ ਉਹ ਚੱਲੇ ਹਨ, ਜਿਹੜੇ ਪ੍ਰਿੰਸੀਪਲ ਉਹਨਾਂ ਨੇ ਸਿਖਾਏ ਹਨ, ਉਹ ਪ੍ਰਿੰਸੀਪਲ ਨੂੰ ਅਡਾਪਟ ਕਰਨ ਦੀ ਕੋਸ਼ਿਸ਼ ਕਰੋ ਲਾਈਫ ਵਿੱਚ। ਉਹਨਾਂ ਦੀ ਬਾਣੀ ਨਾਲ ਕਲੋਜ਼ਨੈਸ ਰੱਖੋ, ਉਹਨਾਂ ਦੀ ਬਾਣੀ ਨੂੰ ਗਾਓ, ਬਾਣੀ ਨੂੰ ਸਮਝੋ ਤੇ ਉਹਨਾਂ ਦੇ ਪ੍ਰਿੰਸੀਪਲਸ ਨੂੰ ਅਡਾਪਟ ਕਰੋ। ਹਾਂਜੀ, ਔਰ ਨਿਡਰ ਹੋ ਕੇ ਜ਼ਿੰਦਗੀ ਬਿਤਾਓ। ਮੈਂ ਆਪਣੇ ਡਰ ਜਾਂਦਾ ਕਈ ਵਾਰੀ ਕਈ ਗੱਲਾਂ ਤੋਂ। ਦੇਖੋ ਕਿਸ ਤਰ੍ਹਾਂ ਉਹਨਾਂ ਨੇ ਉਸ ਵੇਲੇ ਇਤਨੇ ਜ਼ਾਲਮਾਂ ਦੇ ਰਜੀਮ ਦੇ ਥੱਲੇ ਕਿਸੇ ਗੱਲ ਤੋਂ ਡਰੇ ਬਗੈਰ ਆਪਣੀ ਹਰ ਚੀਜ਼ ਨੂੰ ਜਿਸ ਤਰ੍ਹਾਂ ਉਹਨਾਂ ਦੇ ਮਨ ਚ ਆਇਆ, ਜਿਸ ਤਰ੍ਹਾਂ ਉਹਨਾਂ ਨੇ ਠੀਕ ਸਮਝਿਆ, ਉਸ ਤਰ੍ਹਾਂ ਨਹੀਂ ਕੀਤਾ ਉਹਨਾਂ ਨੇ। ਹਾਂਜੀ, I'm going to end with that and I'm going to stay on for the next minute or two. 10:47 ਤੇ I'm going to sign off and I'm going to stay on for 2 more minutes. Thank you Sundar ji, ਬਹੁਤ ਬਹੁਤ ਤੁਹਾਡਾ ਸ਼ੁਕਰੀਆ। You got